शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल शो लैके तुहाडी सेवा दे विच हाजिर है। 9:14 होए ने 13 जनवरी है वरा 2021 ते 1 माघ नानक शे संमत 552 लोहड़ी दी धूनी अर्गा निघा हार्दिक स्वागत। अज दे शो दे विच पहले हिस्से दे विच नवकिरण सिंह पत्ती लोहड़ी ते बिठाउणगे आपां नूं योधियां दी धरती ते करम भूमि ते ਸਿੰਘੂ ते कुंडली नाल ਇਹ ਗੱਲਾਂ ਬਾਤਾਂ ਹੋਰ ਪੰਜਾਬ ਦੀਆਂ ਕੀ ਹੋ ਰਿਹਾ, ਭਾਰਤ 'ਚ ਕੀ ਹੋ ਰਿਹਾ, ਟਰੈਗਟ ਜਿਹੜੇ ਨੇ ਉਹਨਾਂ ਦੀ ਤਿਆਰੀ ਕਿਵੇਂ ਆ। ਪਿੰਡਾਂ ਦੇ ਵਿੱਚ ਟਰੈਗਟ ਬਹੁਤ ਤਿਆਰ ਹੋ ਰਹੇ, ਨਲਾ ਰਹੇ ਨੇ, ਧਰਵਾ ਰਹੇ ਨੇ, ਉਹਨਾਂ ਨੂੰ ਤਿਆਰੀ ਕਰ ਰਹੇ ਨੇ ਜਿਵੇਂ ਮੇਲੇ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਧੋਂਦੇ ਹੁੰਦੇ ਸੀ, ਇਉਂ ਤਿਆਰੀ ਹੈ। ਤੇ ਕਿੰਨੇ ਕੁ ਟਰੈਕਟਰ ਆ ਸਕਦੇ ਨੇ, ਕਿੰਨੇ ਕੁ ਟਰੈਕਟਰ ਪੰਜਾਬ 'ਚ ਨੇ 12,000 ਪਿੰਡਾਂ ਦੇ ਵਿੱਚ, ਤੇ ਜੇ 20 ਲਾ ਦਈਏ ਤਾਂ 2.5 ਲੱਖ ਦੇ ਕਰੀਬ ਹੈ, ਪਰ ਕਿਸੇ ਸਮੇਂ 3 ਲੱਖ 4 ਲੱਖ ਵੀ ਕਹੇ ਨੇ। ਦੂਸਰੇ ਹਿੱਸੇ ਦੇ ਵਿੱਚ 2-3 ਛੋਟੀਆਂ ਸੈਗਮੈਂਟਸ ਨੇ। ਇੱਕ ਤਾਂ ਅਮਰੀਕਾ ਦੇ ਵਿੱਚ ਰਿਪਬਲਿਕਨ ਨੇ ਜਿਹੜੇ ਸੈਨੇਟਰ ਜਿਹੜੇ ਬਿਲਕੁਲ ਨਾਲ ਖੜੇ ਸੀ ਸਰਪੰਚ ਦੇ, ਉਹ ਵਿਗੜ ਗਏ। ਬੁਸ਼ ਦੇ ਸਮੇਂ ਵਾਈਸ ਪ੍ਰੈਜ਼ੀਡੈਂਟ ਜਿਹੜੇ ਰਹੇ ਡਿਕ ਚੈਨੀ, ਉਹਨਾਂ ਦੀ ਧੀ ਆ ਲਿਜ਼ ਚੈਨੀ, ਉਹ ਇਸ ਦੇ ਵਿੱਚ ਨੰਬਰ 3 ਦੀ ਹਾਊਸ ਦੀ ਲੀਡਰ ਹੈ। ਮਿਚ ਮਕਾਨੋ ਨੇ ਵੀ ਕਹਿ ਦਿੱਤਾ ਕਿ ਵੀ ਮੈਂ ਖੁਸ਼ ਹਾਂ, ਅਤੇ ਉਹਦੀ ਘਰਵਾਲੀ ਪਹਿਲਾਂ ਹੀ ਸੈਕਰੇਟਰੀ ਆਫ ਐਜੂਕੇਸ਼ਨ ਸੀ, ਸਟੈਪ ਡਾਊਨ ਕਰ ਗਈ, ਐਲੈਨ ਚੋ, ਜੇ ਉਹ ਮਕਾਨੋ ਦੀ ਘਰਵਾਲੀ ਹੈ। ਮੈਨੂੰ ਇਉਂ ਲੱਗਦਾ ਹੈ ਵੀ ਕੰਮ ਨਿਬੇੜਨਗੇ ਅਤੇ ਇੰਪੀਚ ਕਰਨਗੇ ਕਿ ਮੁੜ ਕੇ ਨਾ ਆਵੇ ਟਰੰਪ। ਮੁੜ ਕੇ ਪਹਿਲਾਂ ਸਾਰੇ ਨਾਲ ਖੜੇ ਸੀ, ਇਸ ਜਗ੍ਹਾ 'ਤੇ ਆਉਣ ਤੱਕ, ਇਹਨੂੰ ਭੀੜ ਇਕੱਠੀ ਕਰਨ ਤੱਕ ਅਤੇ ਪਹੁੰਚਾਉਣ ਤੱਕ ਬਹੁਤ ਲੰਮਾ ਸਫ਼ਰ ਆ। 4 ਸਾਲਾਂ ਦੇ ਵਿੱਚ ਕੀ ਕੁਛ ਨਹੀਂ ਹੋਇਆ ਅਤੇ ਕੋਈ ਵੀ ਰਿਪਬਲਿਕਨ ਨਹੀਂ ਬੋਲਿਆ, ਇਕੱਲਾ ਮਿਟ ਰੋਮਨੀ ਬੋਲਦਾ ਰਿਹਾ। ਇਸ 'ਤੇ ਗੱਲਬਾਤ ਹੋਏਗੀ ਅਤੇ 13,000 ਦੇ ਕਰੀਬ ਨੈਸ਼ਨਲ ਗਾਰਡ ਦੇ ਜਿਹੜੇ ਨੈਸ਼ਨਲ ਗਾਰਡ ਨੇ, ਜਿਹੜੇ ਪਹਿਲਾਂ ਵੀ ਆਉਂਦੇ ਨੇ ਜਦ ਇਨੋਗਰੇਸ਼ਨ ਹੁੰਦੀ ਹੈ, ਕਦੇ 7,000 ਹੁੰਦਾ, ਕਦੇ 8,000 ਹੁੰਦਾ, ਪਹਿਲੀ ਵਾਰ ਨਹੀਂ, ਪਰ ਇਸ ਵਾਰ ਜ਼ਿਆਦਾ ਲਾ ਦਿੱਤੇ। ਅਤੇ ਵੱਡੀ ਗੱਲ ਇਹ ਹੋਈ ਹੈ ਕਿ ਜੁਆਇੰਟ ਚੀਫ ਆਫ ਸਟਾਫ ਨੇ ਮਾਰਕ ਮਿਲੀ, ਜਨਰਲ 4 ਸਟਾਰ ਦਾ 4 ਸਟਾਰ ਜਨਰਲ ਆ, ਉਹਨੇ ਦੇਤਾ ਸੁਨੇਹਾ, ਸਾਰਿਆਂ ਨੇ ਦਸਤਖਤ ਕਰਤੇ ਅਤੇ CNN ਨੇ ਚਿੱਠੀ ਛਾਪਤੀ ਵੀ ਅਸੀਂ ਇਸ ਦੇਸ਼ ਦੀ ਲੋਕਤੰਤਰ ਨੂੰ, ਇਸ ਦੇਸ਼ ਦੀ ਡੈਮੋਕਰੇਸੀ ਨੂੰ ਹਰ ਹਾਲਤ 'ਚ ਕਾਇਮ ਰੱਖਣਾ, ਕੁਝ ਵੀ ਹੋ ਜਾਵੇ। ਉਹ ਸੁਨੇਹਾ ਹੈ ਟਰੰਪ ਦੇ ਉਹਨਾਂ ਹਥਿਆਰਬੰਦ ਮੁੰਡਿਆਂ ਦੇ ਲਈ ਵੀ ਖਬਰਦਾਰ ਜੇ ਸੜਕਾਂ 'ਤੇ ਆਏ ਹੋ, ਔਰ ਹੋਣ ਨਹੀਂ ਦੇਣਾ। ਜੇ ਅਮਰੀਕਾ ਦੇ ਵਿੱਚ ਇਹ ਕੁਛ ਹੋ ਗਿਆ ਤਾਂ ਦੁਨੀਆ ਦੀ ਸਰਦਾਰੀ ਖਤਮ ਹੋਊਗੀ। ਨਾਲੇ ਲੋਕਤੰਤਰ ਹੈ ਜਿਹੜਾ ਉਹ ਇਉਂ ਨਹੀਂ ਹੈ ਕਿ ਗਰੰਟਡ ਹੈ। ਲੋਕਤੰਤਰ ਤਾਂ ਰੱਖਣਾ ਹੀ ਪੈਂਦਾ, ਉਸ ਦੇ ਲਈ ਕੰਮ ਕਰਨਾ ਪੈਂਦਾ। ਕਹਿੰਦੇ ਬੈਂਜਾਮਿਨ ਫਰੈਂਕਲਿਨ ਨੇ ਜਦ ਇੰਡੀਪੈਂਡੈਂਸ ਹਾਲ ਦੇ ਵਿੱਚੋਂ ਨਿਕਲਿਆ, ਕੰਸਟੀਟਿਊਸ਼ਨਲ ਜਿਹੜੀ ਕਨਵੈਨਸ਼ਨ ਹੋਈ 1787 ਦੇ ਵਿੱਚ, ਲੋਕਾਂ ਨੇ ਰੌਲਾ ਪਾਇਆ ਬਾਹਰਲੇ ਬੰਨੇ, ਡਾਕਟਰ ਕੀ ਆ ਤੇਰੇ ਕੋਲ, ਲੋਕਤੰਤਰ ਹੈ ਜਾਂ ਰਾਜਾਸ਼ਾਹੀ ਮਨਾਰਕੀ ਹੈ? ਕਹਿੰਦੇ ਫਰੈਂਕਲਿਨ ਨੇ ਕਿਹਾ ਸੀ, ਕਹਿੰਦਾ ਇਹ ਰਿਪਬਲਿਕ ਇਫ ਯੂ ਕੈਨ ਕੀਪ ਇਟ, ਲੋਕਤੰਤਰ ਹੈ ਜੇ ਸਾਂਭ ਕੇ ਰੱਖੋ। ਇਹ ਗੱਲਾਂ ਬਾਤਾਂ ਹੋਣਗੀਆਂ। ਅਤੇ ਨਾਲ ਹੀ ਕੱਲ੍ਹ ਆਪਾਂ ਖੁੱਲ੍ਹ ਕੇ ਗੱਲ ਕੀਤੀ ਸੀ ਕਿ ਨਵਦੀਪ ਬੈਂਸ ਦੇ ਰੈਜੀਗਨੇਸ਼ਨ ਦੇ ਵਿੱਚ ਗੱਲ ਕੀ ਹੈ। ਗੱਲ ਉਸ ਖੁੱਲ੍ਹ ਕੇ ਸਾਹਮਣੇ ਆ ਗਈ ਕਿ 50,000 ਨੌਕਰੀਆਂ ਦੀ ਗੱਲ ਅਤੇ $1 ਅਰਬ ਕਿੱਥੇ ਗਿਆ। 150 ਮਿਲੀਅਨ ਕਹਿੰਦੇ ਸਰੀ 'ਚ ਵੀ ਆਇਆ, ਵੈਨਕੂਵਰ 'ਚ ਵੀ ਆਇਆ, ਨਿਕਲ ਜਾਣਾ ਹੌਲੀ ਹੌਲੀ। ਐਕਚੁਅਲੀ ਬਲੈਕ ਲੌਕ ਵਾਲੇ 'ਤੇ ਕੰਮ ਕਰ ਰਹੇ ਨੇ ਬਹੁਤ ਜ਼ਿਆਦਾ। ਤੁਹਾਨੂੰ ਯਾਦ ਹੈ 4-5 ਮਹੀਨੇ ਪਹਿਲਾਂ ਆਪਾਂ ਗੱਲ ਇਹ ਨਿਊਜ਼ ਮੀਡੀਆ ਦੇ ਬਾਰੇ ਕੀਤੀ ਸੀ। ਕੁਝ ਇਹ 'ਚ ਜਰਨਲਿਸਟ ਨੇ ਜਿਹੜੇ ਕੰਮ ਕਰਦੇ ਆਟਵਾ ਬੇਸਡ, ਅਸਲ ਇਹਨਾਂ ਦੇ ਨੇੜੇ ਜਿਹੜੇ ਨੇ ਉਹ ਪ੍ਰਿਤਪਾਲ ਸਿੰਘ ਸੇਖੋਂ ਹੋਣੀ ਨੇ, ਜਿਨ੍ਹਾਂ ਨੇ ਪੰਜਾਬੀ ਮੀਡੀਆ 'ਚ ਇਹਦੇ ਬਾਰੇ ਦੱਸਿਆ ਸੀ। ਹੁਣ ਅਸੀਂ ਮੋਢੇ 'ਤੇ ਡਾਂਗ ਰੱਖੀ ਫਿਰੀ ਚੱਲੀਏ, ਕੋਈ ਗੱਲ ਨਹੀਂ, ਪਰ ਜਿਹੜੀ ਜਿੱਥੋਂ ਲੀਡ ਮਿਲੀ ਉਹ ਬੰਦੇ ਨੂੰ ਸਤਿਕਾਰ ਦੇਣਾ ਚਾਹੀਦਾ। ਪ੍ਰਿਤਪਾਲ ਸਿੰਘ ਸੇਖੋਂ ਨੇ ਪਹਿਲੀ ਵਾਰ ਇਹਦੇ ਬਾਰੇ ਸਾਡੇ ਇੱਥੇ ਮੀਡੀਆ ਨੂੰ ਦੱਸਿਆ ਵੀ ਬਲੈਕ ਲੌਕ ਹੈ ਇੱਕ, ਜਿੱਥੇ ਮੈਂ ਫੋਲੋ ਕਰਦਾ, ਜਿੱਥੇ ਇਨਵੈਸਟੀਗੇਟਿਵ ਜਿਹੜੀ ਜਰਨਲਿਜ਼ਮ ਹੁੰਦੀ ਹੈ। ਸੋ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਫਰਵਰੀ 2020 ਦੇ ਵਿੱਚ, ਫਰਵਰੀ ਦੀ ਗੱਲ ਹੈ ਇਹ, 1 ਸਾਲ ਪਹਿਲਾਂ ਦੀ ਉਹ ਗੱਲ ਨਿਕਲ ਆਈ। ਅਤੇ ਹੋਰ ਇਹਦੇ ਵਿੱਚ ਕੀ ਹੋਏਗਾ ਦੱਸਾਂਗੇ। ਆਟਵਾ ਦੇ ਵਿੱਚ ਬਹਿੰਦੇ ਨੇ ਜਿੱਥੇ ਇਹ ਜੇ ਉਹਨਾਂ ਦੀ ਕੁਰਸੀਆਂ ਦਾ ਤੁਸੀਂ ਲੈਦਰ ਵੇਖੋ,
ਬੰਦਾ ਵੇਖੀ ਹੋ ਜਾਂਦਾ। ਸ਼ੇਰੇ ਪੰਜਾਬ radio.ca ਤੇ ਸਿੱਧਾ ਪ੍ਰਸਾਰਣ ਚੱਲਦਾ ਪ੍ਰੋਗਰਾਮ, ਉੱਥੋਂ ਤੁਸੀਂ ਸੁਣ ਸਕਦੇ ਹੋ। ਤੇ WhatsApp ਦਾ ਜਿਹੜਾ ਨੰਬਰ ਮੇਰਾ, ਜਿੱਥੇ ਤੁਸੀਂ ਕੋਈ ਨਾ ਕੋਈ ਸੁਨੇਹਾ ਜੇ ਭੇਜਣਾ ਤਾਂ 604 729 1224 ਹੈ, 604 204 0600 604204 0600। ਸਾਡੀ ਵੈਬਸਾਈਟ ਤੋਂ ਲਿਸਨ ਲਾਈਵ ਵਾਲਾ ਬਟਨ ਜਿਹੜਾ ਹੈ ਆਪਣੀ ਸਕਰੀਨ ਤੇ ਕਿਵੇਂ ਸੈੱਟ ਕਰ ਸਕਦੇ ਹੋ ਇਹ ਵੀ ਦੱਸੂਗਾ ਯਾਦ ਨਾਲ। ਅੱਗੇ ਜਾ ਕੇ ਜਿਹੜੇ ਟਰੱਕਰਸ ਕਹਿੰਦੇ ਸਾਨੂੰ ਵੈਬਸਾਈਟ ਖੋਲ੍ਹਣੀ ਔਖੀ ਆ, ਦੱਸਾਂਗੇ। ਮਨਜਿੰਦਰ ਸਿੰਘ ਗਿੱਲ ਨੇ ਗੋਲਡ ਕੋਸਟ ਤੋਂ ਬਣਾ ਕੇ ਵੀਡੀਓ ਕੱਲ ਭੇਜੀ ਆਸਟ੍ਰੇਲੀਆ ਤੋਂ, ਵੀ ਬਾਈ ਜੀ ਇਸ ਤਰ੍ਹਾਂ ਇਹ ਇੱਕ ਸ਼ਾਰਟਕਟ ਸਕਰੀਨ ਤੇ ਤੁਸੀਂ ਸੈੱਟ ਕਰ ਸਕਦੇ ਹੋ, ਫਿਰ ਉਹਨੂੰ ਐਪ ਵਾਂਗੂ ਹੀ ਦੱਬਣਾ ਤੇ ਉਸ ਤਰ੍ਹਾਂ ਹੀ ਚੱਲ ਜਾਣਾ। ਉਹ ਜੰਗਲ ਨਾ ਲੱਗਦੇ ਤਲਾਬਾਂ ਦੀ ਜਾਈ, ਜੋ ਸਾਬੀ ਸਲਤਨਤ ਚ ਭਟਕਣ ਸੀ ਆਈ, ਜੋ ਮਹਿਕ ਸੀ ਕਿਰਿਆ ਸੀ ਚਾਨਣ ਤਰਾਬਤ, ਜੋ ਤੇ ਪਿੰਡੇ ਚ ਢਲ ਗਈ ਉਹ ਕੋਸੀ ਬਨਾਵਟ, ਜੋ ਪਿੰਡਾ ਸੀ ਕੁਦਰਤ ਦੀ ਸ਼ਾਦਾਬੀ ਰੰਗਤ, ਤੇ ਅੰਗਾਂ ਚ ਉਭਰੀ ਸੀ ਟਿੱਬਿਆਂ ਦੀ ਸੰਗਤ, ਜਿਹਦੀ ਲਚਕ ਤਣਿਆ ਬਰੋਬਰ ਦੇ ਟੁਕਦੀ ਉਹ ਗੁਰੂਆਂ ਦੀ ਰੋਹੀ ਕਦੇ ਵੀ ਨਾ ਸੁੱਕਦੀ, ਜੋ ਭਿਉਂਤੇ ਗੁਲਾਬਾਂ ਦੀ ਸੁਬਹਾਨੀ ਸੱਗੀ, ਜੋ ਟਕਸਾਲੀ ਪੌਣਾ ਦੀ ਸਾਦਕ ਪਰਾਂਦਾ, ਜੋ ਸੁਹਜਾਂ ਦੇ ਪੀੜੇ ਤੋਂ ਉੱਠੀ ਜਦੋਂ ਵੀ ਉਹ ਚਾਨਣ ਉਹ ਰਸਤਾ ਚਾਨਣ ਦੇ ਬਾਗਾਂ ਨੂੰ ਜਾਂਦਾ ਸੀ, ਵਿਰਖਾਂ ਨੇ ਬਖਸ਼ੀ ਜਰਾਂਦਾਂ ਦੀ ਸ਼ੱਕਰ, ਨੇ ਰੇਤਰ ਚੋਂ ਚੁਗਲੇ ਨਿਵਾਣਾ ਦੇ ਅੱਖਰ, ਤੁਲਸੀ ਦੀ ਮਹਿਕਰ ਨੂੰ ਅੱਗ ਚੋਂ ਲੰਘਾ ਕੇ, ਜਿਹਨੇ ਸਾਂਭ ਰੱਖਿਆ ਹੈ ਨੈਣੀ ਸਜਾ ਕੇ, ਜਿਹਦੇ ਰਕਤ ਵਿੱਚ ਇੱਕ ਤਲਿਸਮ ਰਵਾ ਹੈ, ਜਿਹਦੇ ਕੋਲ ਸਿਰਜਣ ਦੀ ਸ਼ਕਤੀ ਅਦਾ ਹੈ, ਜਿਹਦੀ ਹਿੱਕ ਚ ਕੌਸਰ ਨਦੀ ਦਾ ਬਹਾ ਹੈ, ਤੇ ਮਾਂ ਵੀ ਤਾਂ ਇਸੇ ਬਹਾ ਦਾ ਹੀ ਨਾਂ ਹੈ, ਜੋ ਕਾਦਰ ਦੇ ਪੋਟੇ ਦੀ ਨੰਗੀ ਲਖਾਈ, ਉਹ ਕਾਸ਼ਨੀ ਜਾਦੂ ਹੀ ਔਰਤ ਖਾਈ, ਉਹ ਜੰਗਲ ਨਾ ਲੱਗਦੇ ਤਲਾਬਾਂ ਦੀ ਜਾਈ, ਜੋ ਸਾਬੀ ਸਲਤਨਤ ਚ ਭਟਕਣ ਸੀ ਆਈ। ਹਰਮਨਜੀਤ ਖਿਆਲਾ ਕਲਾਂ ਚ ਲਿਖਦਾ ਮਾਨਸਾ ਕੋਲੇ। ਨਵਕਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਗੱਲ ਸਾਹਿਬ, ਕਿਵੇਂ ਰਹੀ ਲੋਹੜੀ ਫਿਰ? ਬਹੁਤ ਵਧੀਆ ਗਿੱਲ ਸਾਹਿਬ, ਲੋਹੜੀ ਦਾ ਚੱਲ ਰਿਹਾ ਜੀ ਇੱਥੇ, ਹੁਣ ਵੀ ਮਾਹੌਲ ਪੂਰਾ ਭਖਿਆ ਹੋਇਆ ਹੈਗਾ। ਔਰ ਲੋਹੜੀ ਦੇ ਇਸ ਤਿਉਹਾਰ ਦੇ ਮੌਕੇ ਦੇ ਉੱਤੇ ਬਹੁਤ ਕੁਛ ਨਵਾਂ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਇੱਥੇ। ਇੱਕ ਤਾਂ ਇਹ ਕਿ ਸ਼ਾਇਦ ਕਾਫੀ ਲੰਬੇ ਸਮੇਂ ਬਾਅਦ ਇਤਿਹਾਸ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਿ ਹਰਿਆਣੇ ਤੇ ਪੰਜਾਬ ਵਾਲਿਆਂ ਨੇ ਲੋਹੜੀ ਇਕੱਠੀ ਮਨਾਈ ਹੈ, ਇੱਕ ਦੂਜੇ ਦੇ ਮੂੰਹ ਚ ਰਿਓੜੀਆਂ ਪਾਉਂਦੇ ਗਿੱਲ ਸਾਹਿਬ ਮੈਂ ਦੇਖੇ ਨੇ। ਔਰ ਇਹ ਜਿਹੜਾ ਸਿੰਘੂ ਬਾਰਡਰ ਦਾ ਸੀਨ ਹੈ, ਇੱਕ ਤਾਂ ਇਹ ਬੜਾ ਕਮਾਲ ਹੈ। ਦੂਸਰਾ ਇਹ ਕਿ ਬਹੁਤ ਸਾਰੇ ਲੋਕਾਂ ਨੂੰ ਇੱਥੇ ਪਤਾ ਹੀ ਨਹੀਂ ਸੀਗਾ ਕਿ ਲੋਹੜੀ ਹੁੰਦੀ ਕੀ ਹੈ। ਜਿਵੇਂ ਮੱਧ ਪ੍ਰਦੇਸ਼ ਤੋਂ ਆਏ ਹੋਏ ਨੇ, ਕੋਈ ਕਰਨਾਟਕਾ ਤੋਂ ਆਇਆ ਹੋਇਆ, ਕੋਈ ਕੇਰਲਾ ਤੋਂ ਆਇਆ ਹੋਇਆ, ਜਿਹੜੇ ਬਹੁਤ ਕੀਮਤ ਗਿਣਤੀ ਦੇ ਵਿੱਚ ਨੇ ਭਾਵੇਂ ਇਸ ਬਾਰਡਰ ਦੇ ਉੱਤੇ, ਪਰ ਉਹਨਾਂ ਨੂੰ ਪਤਾ ਨਹੀਂ ਸੀ। ਜਦੋਂ ਉਹਨਾਂ ਨੂੰ ਆਪਣੇ ਪੰਜਾਬੀ ਪਹਿਲਾਂ ਸਮਝਾ ਰਹੇ ਨੇ ਵੀ ਲੋਹੜੀ ਹੁੰਦੀ ਕੀ ਆ, ਭਾਈ ਇਹ ਤਾਂ ਦੁੱਲੇ ਭੱਟੀ ਨਾਲ ਇਤਿਹਾਸ ਜੁੜਦਾ, ਅਸੀਂ ਤਾਂ ਕੋਈ ਪਹਿਲੀ ਜੰਗ ਨਹੀਂ ਹੈ, ਕੋਈ ਪਹਿਲਾ ਸੰਘਰਸ਼ ਨਹੀਂ ਹੈ, ਸਾਡੇ ਤਾਂ ਪੁਰਖਿਆਂ ਨੇ ਇਸ ਤਰ੍ਹਾਂ ਦੀਆਂ ਐਜੀਟੇਸ਼ਨਾਂ ਲੜੀਆਂ ਨੇ, ਔਰ ਉਹਨਾਂ ਦੀ ਸ਼ੁਰੂ ਕੀਤੀਆਂ ਹੋਈਆਂ ਜਿਹੜਾ ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਤੇਰ ਸ਼ੱਕਰ ਪਾਈ ਹੋ, ਔਰ ਇਹ ਚੀਜ਼ਾਂ ਜਿਹੜੀਆਂ ਗਿੱਲ ਸਾਹਿਬ ਉਹ ਦੱਸੀਆਂ ਤਾਂ ਉਹ ਲੋਕ ਵੀ ਗਦ ਕਰ ਉੱਠੇ ਕਿ ਵਾਕਈ ਇਹਨਾਂ ਦਾ ਇਤਿਹਾਸ ਬੜਾ ਬਾਕਮਾਲ ਹੈ। ਤਾਂ ਇਸ ਤਰ੍ਹਾਂ ਦੇ ਨਾਲ ਅੱਜ ਲੋਹੜੀ ਆ ਜਿਹੜੀ ਇੱਥੇ ਮਨਾਈ ਗਈ। ਯੂਨੀਵਰਸਿਟੀ ਵਾਲੀਆਂ ਕੁੜੀਆਂ ਨੇ ਬੋਲੀਆਂ ਪਾਈਆਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਰੀਆਂ ਸਟੂਡੈਂਟ ਜਿਹੜੀਆਂ ਕੁੜੀਆਂ ਨੇ ਉੱਥੋਂ ਇੱਥੇ ਬਕਾਇਦਾ ਤੌਰ ਦੇ ਉੱਤੇ ਲੋਹੜੀ ਮਨਾਉਣ ਦੇ ਲਈ ਆਈਆਂ, ਔਰ ਉਹਨਾਂ ਨੇ ਬੋਲੀਆਂ ਪਾਈਆਂ, ਗੀਤ ਸੁਣਾਏ। ਪੰਜਾਬ ਦੇ ਨੌਜਵਾਨਾਂ ਨੇ ਡੀਜੇ ਲਾਏ ਗਿੱਲ ਸਾਹਿਬ, ਔਰ ਡੀਜੇ ਲਾ ਕੇ ਉਹਨਾਂ ਦੇ ਉੱਤੇ ਵੀ ਨੱਚੇ। ਹੁਣ ਵੀ ਜਦੋਂ ਮੈਂ ਗੱਲ ਕਰ ਰਿਹਾ ਤਾਂ ਕੋਲ ਦੇ ਇੱਕ ਟਰੈਕਟਰ ਦੇ ਉੱਤੇ ਜਿਹੜਾ ਉਹ ਨੱਚਦੇ ਜਾ ਰਹੇ ਨੇ ਨੌਜਵਾਨ। ਸੋ ਇਸ ਤਰੀਕੇ ਦੇ ਨਾਲ ਲੋਹੜੀ ਮਨਾਈ ਗਈ ਜੀ। ਅੱਛਾ, ਇਹ ਤਾਂ ਉਈਓ ਲੋਕਾਂ ਦੇ ਮਨ ਦੇ ਵਿੱਚ ਵਹਿਮ ਸੀ ਕਿ ਸਾਡਾ ਪੰਜਾਬੀ ਆ ਜੀ, ਇਹ ਬੰਬੇ ਗਿਆ ਨੂੰ ਰੋਟੀ ਖਿਲਾਉਂਦਾ ਹੈ, ਇਹ ਕਰਦਾ। ਹੁਣ ਕਹਿੰਦੇ ਹੇਮਾ ਮਾਲਿਨੀ ਵੀ ਭੁਗਤ ਗਈ ਬਈ ਇਹ ਜਿਹੜਾ ਸੰਘਰਸ਼ ਆ ਕਿਸਾਨੀ, ਇਹ ਤਾਂ ਕਠਪੁਤਲੀ ਹੈ। ਇਹਨਾਂ ਦਾ ਕੋਈ ਹੀਲਾ, ਇਹਨਾਂ ਦੀ ਇੱਥੇ ਤਿੜਕ ਧੈਂਸ ਕੋਈ ਚੱਲਦੀ ਹੈ ਬਈ ਇਹ ਜਿਹੜਾ ਜਦ ਬੋਲਦੇ ਆ ਪੁੱਠਾ ਬੋਲਦੇ ਆ, ਇਹਨਾਂ ਦਾ ਵੀ ਰਾਹ ਰੂ ਰੋਕਿਆ ਜਾਵੇ ਪੰਜਾਬ 'ਚ ਆਇਆਂ ਦਾ। ਹੁਣ ਬਿਲਕੁਲ ਗੱਲ ਸਾਹਿਬ, ਇਹ ਗੱਲ ਆ ਜਿਹੜੀ ਉਹ ਇੱਥੇ ਚਰਚਾ ਚੱਲ ਰਹੀ ਹੈਗੀ ਕਿ ਕਿਉਂਕਿ ਪੰਜਾਬੀਆਂ ਨੂੰ ਮਾਣ ਬੜਾ ਸੀਗਾ, ਕੁਛ ਪਰਿਵਾਰਾਂ ਦੇ ਉੱਤੇ ਪੰਜਾਬੀਆਂ ਨੂੰ ਮਾਣ ਸੀਗਾ, ਖਾਸ ਕਰਕੇ ਧਰਮਿੰਦਰ ਹੋਰਾਂ ਦੇ ਪਰਿਵਾਰ ਦੇ ਉੱਤੇ। ਪੰਜਾਬ ਵਾਲੇ ਤਾਂ ਖਾਸ ਕਰਕੇ ਲੁਧਿਆਣੇ ਵਾਲੇ ਤਾਂ ਇਹ ਕਹਿੰਦੇ ਸੀ ਉਹ ਤਾਂ ਸਾਡਾ ਪੰਜਾਬੀ ਮੁੰਡਾ ਹੈਗਾ, ਤਾਂ ਭਾਬੀ ਦੱਸਦੇ ਸੀ ਬਹੁਤੇ। ਔਰ ਹੁਣ ਪਤਾ ਲੱਗ ਰਿਹਾ ਪੰਜਾਬੀਆਂ ਨੂੰ ਜਿਹਨੂੰ ਉਹ ਭਾਬੀ ਸਮਝਦੇ ਸੀ, ਉਹ ਤਾਂ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲ ਰਹੀ ਹੈ, RSS ਦੀ ਬੋਲੀ ਬੋਲ ਰਹੀ ਹੈ। ਉਹ ਸੰਸਦ ਆ BJP ਦੀ ਮਸਲਾ ਤੋਂ। ਔਰ ਹੇਮਾ ਮਾਲਿਨੀ ਨੇ ਅੱਜ ਕਿਹਾ ਵੀ ਤਾਂ ਕਠਪੁਤਲੀਆਂ ਨੇ, ਕਿਸਾਨ ਚਾਹੁੰਦੇ ਕੀ ਨੇ, ਬੈਠੇ ਕਿਉਂ ਨੇ, ਸੁਪਰੀਮ ਕੋਰਟ ਨੇ ਮੰਗ ਮੰਨ ਲਈ। ਉਹਨੂੰ ਆਏ ਨਹੀਂ ਪਤਾ ਵੀ ਸੁਪਰੀਮ ਕੋਰਟ ਨੇ ਮੰਨਿਆ ਕੀ ਆ।
ਸਾਡੀ ਤਾਂ ਵੀ ਮੰਗ ਸੁਪਰੀਮ ਕੋਰਟ ਨੇ ਕਿਸਾਨਾਂ ਦੀ ਨਹੀਂ ਮੰਗੀ। ਔਰ ਇਹ ਜਿਹੜਾ ਕੁਛ ਮਤਲਬ ਉਹ ਬੋਲ ਰਹੀ ਆ, ਇਹੀ ਕੁਛ ਪਹਿਲਾਂ ਜਿਹੜਾ ਉਹ ਸਨੀ ਦਿਓਲ ਬੋਲਦਾ, ਔਰ ਇਹ ਪੂਰਾ ਪਰਿਵਾਰ ਆ ਜਿਹੜਾ ਉਹ ਅਸਲ ਦੇ ਵਿੱਚ ਸਮਝਣਾ ਇਹ ਚਾਹੀਦਾ ਗਾ ਕਿ ਉਹ ਨਰਿੰਦਰ ਮੋਦੀ ਹੋਰਾਂ ਦੀ ਕਠਪੁਤਲੀ ਬਣਿਆ ਹੋਇਆ। ਇਹ ਪੂਰਾ ਪਰਿਵਾਰ ਆ ਜਿਹੜਾ ਉਹ ਬੋਲੀ BJP ਦੀ ਜਿਹੜੀ ਉਹ ਬੋਲ ਰਿਹਾ। ਸੋ ਹੁਣ ਚਾਹੀਦਾ ਇਹ ਹੈ ਕਿ ਇਹਨਾਂ ਦੀਆਂ ਫਿਲਮਾਂ ਦਾ ਬਾਈਕਾਟ ਹੋਵੇ, ਇਹਨਾਂ ਦੇ ਜਿੰਨੇ ਵੀ ਫਿਲਮਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਉਹਨਾਂ ਦਾ ਬਾਈਕਾਟ ਹੋਣਾ ਚਾਹੀਦਾ। ਇਸ ਤੋਂ ਇਲਾਵਾ ਇਹ ਚਾਹੀਦਾ ਹੈਗਾ ਕਿ ਇਸ ਪੰਜਾਬ 'ਚ ਵਰਨਾ ਤੋਂ ਕੀਤਾ ਜਾਵੇ। ਜਿਵੇਂ ਗਰੇਵਾਲ ਦਾ ਘਰਾਓ ਹੋਇਆ, ਗਰੇਵਾਲ ਹੁਣ ਧਨੌਲੇ ਰਹਿੰਦਾ ਤਾਂ ਹੈ ਨਹੀਂ ਹਰਜੀਤ ਗਰੇਵਾਲ, ਲੇਕਿਨ ਧਨੌਲੇ ਦੇ ਪਿੰਡ ਦੇ ਲੋਕਾਂ ਨੇ ਮਤੇ ਪਾਏ। ਉਸੇ ਤਰੀਕੇ ਦੇ ਨਾਲ ਸਾਹਨੇ ਵਾਲਾ ਏਰੀਏ ਦੇ ਵਿੱਚ ਵੀ ਲੋਕਾਂ ਨੂੰ ਆ ਜਿਹੜਾ ਇਸ ਵਿਸ਼ੇ ਦੇ ਉੱਤੇ ਹੋਣਾ ਚਾਹੀਦਾ ਗਾ ਜੀ। ਅੱਛਾ ਨਵਕਿਰਨ, ਹੁਣ ਆਪਾਂ ਟਰੈਕਟਰਾਂ ਦੀ ਗੱਲ ਕਰੀਏ। ਜਿਵੇਂ ਤਿਆਰੀ ਚੱਲ ਰਹੀ ਆ, ਮੈਂ ਕੱਲ ਪਿੰਡ ਗੱਲ ਕੀਤੀ, ਉਹ ਕਹਿੰਦੇ ਅਸੀਂ ਤਾਂ ਪੂਰੀ ਤਿਆਰੀ 'ਚ ਹਾਂ, ਅਸੀਂ ਤਾਂ ਟਰੈਕਟਰ ਧੋਈ ਜਾਂਦੇ ਹਾਂ ਅਤੇ ਅਸੀਂ ਜਾਣਾ ਹੀ ਜਾਣਾ। ਅੱਧੇ ਕਹਿੰਦੇ ਟਰਾਲੀਆਂ ਪਾਵਾਂਗੇ, ਅੱਧੇ ਕਹਿੰਦੇ ਨੇ ਬਈ ਅਸੀਂ ਕੁਛ ਨਹੀਂ ਪਾਉਣਾ ਅਤੇ ਅਸੀਂ ਤਾਂ ਟਰੈਕਟਰ ਹੀ ਲਿਜਾਣਾ ਇਕੱਲਾ। ਅੱਛਾ ਇਉਂ ਦੱਸਿਓ ਕਿ ਪੰਜਾਬ ਦੇ ਵਿੱਚ ਟਰੈਕਟਰ 12,000 ਪਿੰਡਾਂ ਦੇ ਵਿੱਚ ਤੁਹਾਡੇ ਕੋਲ ਅੰਕੜਾ ਹੈ ਬਈ ਕਿੰਨੇ ਕੁ ਜਿਹੜੇ ਟਰੈਕਟਰ ਨੇ? ਜੀ ਗੱਲ ਸਾਹਿਬ, ਦੇਖੋ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਗਾ ਕਿ ਜਿਹਦੇ ਕੋਲ ਵੀ ਟਰੈਕਟਰ ਹੈ ਉਹ ਟਰੈਕਟਰ ਘਰੇ ਨਹੀਂ ਰੱਖਦਾ ਉਸ ਦਿਨ। ਔਰ ਜਿਵੇਂ ਇੱਥੋਂ ਗਿੱਲ ਸਾਹਿਬ ਬੋਲਿਆ ਗਾ, ਬਲਵੀਰ ਸਿੰਘ ਰਾਜੇਵਾਲ ਵੀ ਅੱਜ ਬੋਲਿਆ ਗਾ, ਔਰ ਟਰੈਕਟਰ ਨੇ ਜਿਹੜੇ ਉਹ ਵੱਡੀ ਤਾਦਾਦ ਦੇ ਵਿੱਚ ਇੱਥੇ ਜਿਹੜੇ ਉਹ ਆ ਰਹੇ ਨੇ। ਔਰ ਟਰੈਕਟਰਾਂ ਦਾ ਜਿਹੜਾ ਇੱਥੇ ਪਹੁੰਚਣ ਦਾ ਸਿਲਸਿਲਾ ਗਾ ਉਹ 20 ਜਨਵਰੀ ਤੋਂ ਸ਼ੁਰੂ ਹੋ ਰਿਹਾ ਗਾ। ਗਿੱਲ ਸਾਹਿਬ ਲਾਰਾ ਨਹੀਂ ਟੁੱਟਣਾ ਪੰਜਾਬ ਤੋਂ। ਜੇ ਆਪਾਂ ਗੱਲਬਾਤ ਕਰੀਏ ਇੱਕ ਪਿੰਡ ਦੇ ਵਿੱਚੋਂ 5 ਟਰੈਕਟਰ ਵੀ ਆਉਣ ਤਾਂ 7,000 ਤੋਂ ਵੱਧ ਟਰੈਕਟਰ ਆ ਜਿਹੜਾ ਉਹ ਨਿਕਲੂਗਾ, ਤੇ ਲੱਖਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਆ ਜਿਹੜਾ ਤੇ ਸਾਰੇ ਬਾਰਡਰਾਂ ਨੂੰ ਜੋੜ ਕੇ ਦੇਖਿਓ ਆਲਰੇਡੀ ਇੱਥੇ ਖੜੇ ਨੇ ਟਰੈਕਟਰ। ਮਤਲਬ ਜੇ ਦਿੱਲੀ ਦਾ ਗੇੜਾ ਵੀ ਦੇਣਾ ਹੋਵੇ ਨਾ, ਇੱਕ ਪਾਸੋਂ ਜਦੋਂ ਪਰੇਡ ਕਰਨੀ ਹੋਵੇ, ਮੈਨੂੰ ਲੱਗਦਾ ਦਿੱਲੀ ਦੇ ਉੱਤੋਂ ਦੀ ਗੇੜਾ ਆ ਜਾਊ, ਟਰੈਕਟਰ ਨਹੀਂ ਮੁੱਕਣੇ। ਇੰਨੀ ਵੱਡੀ ਤਾਦਾਦ ਦੇ ਵਿੱਚ ਟਰੈਕਟਰ ਪਹੁੰਚਣਗੇ। ਜਿਹੜਾ ਉਹਦੇ ਕੈਂਪ ਰੋਡ ਦੇ ਉੱਤੇ ਵਿਖਾਇਆ ਉਹ ਟ੍ਰੇਲਰ ਦੇ ਵਿੱਚ ਸੀਗੇ, ਹਾਲਾਂਕਿ ਥੋੜੇ ਹੀ ਕੱਢੇ ਸੀਗੇ, ਔਰ ਉਸ ਟ੍ਰੇਲਰ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਹ ਹੁਣ ਜਿਹੜਾ ਹੋਣਾ ਹੈ, ਗਿੱਲ ਸਾਹਿਬ ਇਹਦੀ ਤਿਆਰੀ ਹੈ। ਵੱਡੀ ਤਾਦਾਦ ਦੇ ਵਿੱਚ ਟਰੈਕਟਰ ਨੇ ਜਿਹੜੇ ਉਹ ਪੰਜਾਬ ਤੋਂ ਆ ਰਹੇ ਨੇ, ਔਰ ਟਰੈਕਟਰਾਂ ਨੂੰ ਸ਼ਿੰਗਾਰਿਆ ਜਾ ਰਿਹਾ ਹੈਗਾ। ਬਹੁਤੇ ਲੋਕਾਂ ਨੂੰ ਤਾਂ ਸਪੀਡ ਹੋਣ ਲੱਗ ਗਈ ਵੀ ਇਹ ਸਾਈਕਲ ਸ਼ਿੰਗਾਰੀ ਜਾਂਦੇ ਨੇ। ਔਰ ਬੈਰੀਗੇਟ ਤੋੜਨ ਦੇ ਲਈ, ਇਸ ਤੋਂ ਇਲਾਵਾ ਵੀ ਜੇ ਲਾਠੀ ਚਾਰਜ ਹੁੰਦਾ ਹੈ ਤਾਂ ਕੋਈ ਡਾਂਗ ਨਾ ਵੱਜੇ ਡਰਾਈਵਰ ਦੇ, ਉਹਦੇ ਲਈ ਉਹਨੂੰ ਟਰੈਕਟਰਾਂ ਨੂੰ ਇਕੱਲੇ ਟਰੈਕਟਰ ਹੀ ਟ੍ਰੇਨਾਂ ਬਣਾਈ ਜਾਂਦੇ ਨੇ ਪੰਜਾਬ ਵਾਲੇ। ਤੋ ਇਹ ਜਿਹੜੀ ਕਾਰਾਗਰੀ ਹੋ ਰਹੀ ਹੈ, ਜਿੰਨੇ ਸ਼ੌਂਕ ਦੇ ਨਾਲ ਟਰੈਕਟਰ ਤਿਆਰ ਹੋ ਰਹੇ ਨੇ, ਜਿੰਨਾ ਚਾਅ ਲੋਕਾਂ ਨੂੰ ਚੜਿਆ ਪਿਆ 26 ਦਾ ਗਿੱਲ ਸਾਹਿਬ, ਹੁਣ 26 ਜਨਵਰੀ ਪੰਜਾਬ ਦੇ ਵਿੱਚ ਜਿਹੜੀ ਉਹ ਹੋ ਰਹੀ ਆ ਜੀ। ਯਾ ਮੈਂ ਜੇ ਆਪਾਂ 12,000 ਪਿੰਡਾਂ ਦੇ ਵਿੱਚ ਨਵਕਿਰਨ, ਮੈਂ ਸੋਚਦਾ ਸੀ ਰਾਤ ਬੈਠਾ, ਜੇ 20 ਉਹ ਟਰੈਕਟਰ ਐਵਰੇਜ ਹੋਣ, 2.5 ਲੱਖ ਟਰੈਕਟਰ ਹੋ ਗਿਆ, 2.5 ਲੱਖ ਚੋਂ ਅੱਧੇ ਆ ਜਾਣ, ਲੱਖ ਟਰੈਕਟਰ ਹੋ ਗਿਆ। 4 ਮੀਟਰ ਲੰਮੇ ਨੇ ਘੱਟੋ ਘੱਟ, 4 ਲੱਖ ਮੀਟਰ ਹੋ ਗਿਆ, 1000 ਮੀਟਰ ਤੇ ਵੰਡ ਲਓ, 400 ਕਿਲੋਮੀਟਰ ਹੋ ਗਿਆ। ਇੱਕ ਬੰਨਿਓ ਘੁੰਮ ਕੇ ਦੁਬਾਰਾ ਉਹਨਾਂ ਨੇ ਆਪਣੇ ਸ਼ੰਭੂ ਬਾਰਡਰ ਤੇ ਮੁੜ ਆਉਣਾ। ਇੰਨੇ ਟਰੈਕਟਰ ਨੇ। ਜੇ ਸੜਕ ਤੇ ਲੱਖ ਟਰੈਕਟਰ ਆ ਗਿਆ ਬਣੂਗਾ ਕੀ? ਤੇ ਡਰੋਨ ਨਾਲ ਬਣਾ ਕੇ ਵੀਡੀਓ ਪੈਣਗੀਆਂ ਤਾਂ ਕਿੱਥੇ ਜਾਊ? ਅੱਛਾ ਰਾਜੇਵਾਲ ਦਾ ਭਾਸ਼ਣ ਜਿਹੜਾ ਉਹ ਕਿੱਧਰ ਨੂੰ ਜਾਂਦਾ? ਰਾਜੇਵਾਲ ਉਹਨੀ ਬੜਾ ਪਿਛਲੇ ਦਿਨਾਂ ਦੇ ਐਕਟਿਵ ਹੋਏ ਨੇ, ਤੇ ਰਾਜੇਵਾਲ ਉਹਨਾਂ ਦੀਆਂ ਗੱਲਾਂ ਬਾਤਾਂ ਕਈਆਂ ਨੂੰ ਚੰਗੀਆਂ ਲੱਗਦੀਆਂ, ਕਈਆਂ ਨੂੰ ਮਾੜੀਆਂ ਲੱਗਦੀਆਂ। ਕੀ ਤੱਤਸਾਰ ਕੀ ਆ ਉਹਨਾਂ ਦੇ ਭਾਸ਼ਣ ਦਾ? ਜੀ ਗਿੱਲ ਸਾਹਿਬ, ਮੈਂ ਉਸ ਵਕਤ ਸਟੇਜ ਦੇ ਬਿਲਕੁਲ ਸਾਹਮਣੇ ਬੈਠਾ ਸੀ ਜਦੋਂ ਰਾਜੇਵਾਲ ਸਾਹਿਬ ਨੇ ਭਾਸ਼ਣ ਦਿੱਤਾ ਗਾ। ਸਭ ਤੋਂ ਪਹਿਲਾਂ ਬੱਬੂ ਮਾਨ ਬੋਲਿਆ, ਔਰ ਸਰਬਜੀਤ ਚੀਮਾ ਉਸ ਤੋਂ ਪਹਿਲਾਂ ਬੋਲਿਆ, ਫਿਰ ਬੱਬੂ ਮਾਨ ਬੋਲਿਆ। ਬੱਬੂ ਮਾਨ ਦੇ ਨਾਲ ਹੀ ਜਿਹੜਾ ਬਲਵੀਰ ਸਿੰਘ ਰਾਜੇਵਾਲ ਆ ਉਹ ਬੋਲੇ। ਪਰ ਬਲਵੀਰ ਸਿੰਘ ਰਾਜੇਵਾਲ ਨੇ ਉੱਥੇ ਜਿਹੜਾ ਭਾਸ਼ਣ ਦਿੱਤਾ ਗਿੱਲ ਸਾਹਿਬ, ਉਹ ਭਾਸ਼ਣ ਬਹੁਤ ਚਰਚਾ ਦਾ ਵਿਸ਼ਾ ਬਣ ਗਿਆ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਸ ਭਾਸ਼ਣ ਦੀ ਚਰਚਾ ਜਿਹੜੀ ਉਹ ਬਹੁਤ ਜ਼ਿਆਦਾ ਹੋ ਗਈ। ਮੈਨੂੰ ਵੀ ਕਾਫੀ ਚਰਚਿਤ ਜਿਹੜਾ ਉਹ ਭਾਸ਼ਣ ਉਹ ਲੱਗਿਆ। ਉਹਦੇ ਵਿੱਚ ਗਿੱਲ ਸਾਹਿਬ ਉਹਨਾਂ ਨੇ ਜਿਹੜਾ ਬੋਲਿਆ ਉਹ ਲੈ ਕੇ ਚਰਚਾ 2-3 ਤਰ੍ਹਾਂ ਦੀ ਸ਼ੁਰੂ ਹੋ ਗਈ। ਇੱਕ ਚਰਚਾ ਤਾਂ ਇਹ ਸ਼ੁਰੂ ਹੋ ਗਈ ਕਿ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਵੀ 26 ਜਨਵਰੀ ਨੂੰ ਆਪਾਂ ਬਿਲਕੁਲ ਸ਼ਾਂਤਮਈ ਰੱਖਣਾ ਹੈ, ਔਰ ਸ਼ਾਂਤਮਈ ਹੋਣਾ ਚਾਹੀਦਾ। ਇੱਥੇ ਅਸੀਂ ਹੁਣ ਤੱਕ ਜਿਹੜਾ ਲੈ ਕੇ ਆਏ ਉਹ ਸ਼ਾਂਤਮਈ ਤਰੀਕੇ ਦੇ ਨਾਲ ਲੈ ਕੇ ਆਏ ਆ, ਠੀਕ ਹੈ, ਇਹਦੇ ਤੇ ਕੋਈ ਦੋ ਰਾਮਾ ਨਹੀਂ, ਸ਼ਾਂਤਮਈ ਹੋਣਾ ਚਾਹੀਦਾ। ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ, ਉਹ ਕਹਿੰਦੇ ਵੀ ਟਰੈਕਟਰਾਂ ਨੂੰ ਐਂ ਸ਼ਿੰਗਾਰੀ ਜਾਂਦੇ ਨੇ ਵੀ ਬੈਰੀਗੇਡ ਤੋੜਨੇ, ਅਸੀਂ ਤਾਂ ਬੈਰੀਗੇਡ ਤੋੜਨੇ ਨਹੀਂ ਹਨ, ਇਹ ਟਰੈਕਟਰਾਂ ਨੂੰ ਐ ਕਿਉਂ ਸ਼ਿੰਗਾਰਿਆ ਜਾ ਰਿਹਾ ਹੈ। ਔਰ ਇਹ ਗੱਲ ਆ ਜਿਹੜੀ, ਇਹ ਗੱਲ ਯੂਥ ਨੂੰ ਕਿਤੇ ਨਾ ਕਿਤੇ ਉਹ ਪਿੰਚ ਕਰੂਗੀ। ਗਿੱਲ ਸਾਹਿਬ ਇੱਥੇ ਕਾਫੀ ਕੁਛ ਜਿਹੜਾ ਦੇਖਣ ਨੂੰ ਮਿਲ ਰਿਹਾ, ਕਿਉਂਕਿ
ਐਜੀਟੇਸ਼ਨ ਆ ਜਿਹੜੀ ਹੁਣ ਉਸ ਦੌਰ ਦੇ ਵਿੱਚ ਜਾ ਰਹੀ ਹੈ, ਜਿਸ ਦੌਰ ਦੇ ਵਿੱਚ ਇੱਕ ਜਥੇਬੰਦੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਡਿਫਰੈਂਸ ਆਫ ਓਪੀਨੀਅਨ ਆ ਉਹ ਨਜ਼ਰ ਆ ਰਹੇ ਨੇ। ਗੁਰਨਾਮ ਸਿੰਘ ਚੜੂਨੀ ਕਹਿ ਰਿਹਾ ਵੀ ਤਿਆਰੀ ਕਰੋ, ਉਹ ਤਾਂ ਕਹਿੰਦਾ 26 ਕਿਹੜੀ 24-25 ਨੂੰ ਜਾਵਾਂਗੇ। ਔਰ ਗੁਰਨਾਮ ਸਿੰਘ ਚੜੂਨੀ ਦੇ ਜਿਹੜੇ ਹੇਠਲਾ ਕੱਢ ਰਿਹਾ ਹਰਿਆਣੇ ਵਾਲਾ, ਉਹ ਪੂਰੀ ਤਿਆਰੀ ਦੇ ਵਿੱਚ ਹੈ। ਔਰ ਉਹਨਾਂ ਦਾ ਨਵਦੀਪ ਬੋਲ ਕੇ ਆਇਆ ਸਟੇਜ ਤੋਂ, ਜਿਹੜਾ ਮੁੰਡੇ ਨੇ ਵਾਟਰ ਕੈਨਨ ਵਾਲਾ ਮੂੰਹ ਮੋੜਿਆ ਸੀ, ਉਹ ਕਹਿੰਦਾ ਵੀ ਅਸੀਂ ਤਾਂ ਜਾਵਾਂਗੇ, ਹਰ ਹਾਲਤ ਜਾਵਾਂਗੇ, 26 ਨਹੀਂ ਅਸੀਂ ਉਡੀਕਦੇ, ਅਸੀਂ ਤਾਂ 24-25 ਨੂੰ ਇੱਥੋਂ ਤੁਰਾਂਗੇ। ਨਵਦੀਪ ਦਾ ਬਾਪ ਬੋਲਿਆ ਸਟੇਜ ਤੋਂ, ਉਹ ਵੀ ਕਿਸਾਨ ਲੀਡਰ ਹੈ ਗੁਰਨਾਮ ਸਿੰਘ ਚੜੂਨੀ ਦੀ ਜਥੇਬੰਦੀ ਦਾ। ਉਹਨੇ ਮਤਲਬ ਬਕਾਇਦਾ ਤੌਰ ਦੇ ਉੱਤੇ ਬੋਲਿਆ ਵੀ ਅਸੀਂ ਤਾਂ ਮਤਲਬ ਜੋ ਮਰਜ਼ੀ ਹੋਵੇ, ਜਿਵੇਂ ਮਰਜ਼ੀ ਹੋਵੇ, ਅਸੀਂ ਇੱਥੋਂ ਟੱਕਰਾਂਗੇ, ਅਸੀਂ ਪੂਰੀ ਤਿਆਰੀ ਚ। ਉਹਨੇ ਇਹ ਵੀ ਕਿਹਾ, ਉਹ ਕਹਿੰਦਾ ਮੇਰਾ ਮੁੰਡਾ ਮੂਹਰੇ ਹੋਊ, ਮੈਨੂੰ ਕੋਈ ਪ੍ਰੋਬਲਮ ਨਹੀਂ, ਨਾਲ ਲੈ ਕੇ ਹੋਊ। ਤਾਂ ਇਹਦੇ ਚੋਂ ਗਿੱਲ ਸਾਹਿਬ ਕਿਤੇ ਨਾ ਕਿਤੇ ਪੰਜਾਬ ਦੀਆਂ ਕੁਝ ਜਥੇਬੰਦੀਆਂ ਨੇ ਜਿਹੜੀਆਂ ਉਹ ਤਿਆਰੀ ਕਰ ਰਹੀਆਂ ਨੇ ਵੀ 26 ਨੂੰ ਅਸੀਂ ਅੱਗੇ ਵਧਣਾ ਗਾ। ਜਿਹੜਾ ਬਲਵੀਰ ਸਿੰਘ ਰਾਜਾ ਨੇ ਭਾਸ਼ਣ ਦਿੱਤਾ, ਉਹਨੇ ਨਾਲ ਦੀ ਨਾਲ ਕੁਛ ਇਹ ਵੀ ਕਿਹਾ ਵੀ ਕੁਛ ਜਥੇਬੰਦੀਆਂ ਤਿਆਰੀ ਕਰ ਰਹੀਆਂ ਨੇ, ਮੈਨੂੰ ਪਤਾ। ਉਹ ਕਹਿੰਦਾ ਤਾਂ ਇਹਦੇ ਚੋਂ ਹੁਣ 26 ਤਰੀਕ ਨੂੰ ਦੇਖੋ 2-3 ਗੱਲਾਂ ਨੇ ਗਿੱਲ ਸਾਹਿਬ। ਇੱਕ ਤਾਂ ਇਹ ਹੈ ਕਿ ਸਥਿਤੀ ਕਿਸਾਨ ਜਥੇਬੰਦੀਆਂ ਦੇ ਸਾਰੀ ਕੰਟਰੋਲ ਦੇ ਵਿੱਚ ਨਹੀਂ ਹੈ। 26 ਨਵੰਬਰ ਨੂੰ ਜੋ ਹੋਇਆ, ਕਿਸਾਨ ਆਪਾਂ ਨੂੰ ਪਤਾ ਹੈ ਕਿਸ ਤਰੀਕੇ ਨਾਲ ਇੱਥੇ ਪਹੁੰਚੇ, ਕਿਸ ਤਰੀਕੇ ਦੇ ਨਾਲ ਇੱਥੇ ਰੁਕੇ। ਤਾਂ ਇਹ ਜਿਹੜਾ 26 ਜਨਵਰੀ ਦੀ ਹੁਣ ਜਿੰਨੀ ਤਿਆਰੀ ਹੋ ਗਈ, ਜਿੰਨੀ ਧੱਕ ਪੈ ਗਈ ਪੰਜਾਬ ਦੇ ਵਿੱਚੋਂ, ਇਹ ਤਾਂ ਟਰੈਕਟਰ ਜਿਵੇਂ ਪੰਜਾਬ ਦੇ ਵਿੱਚੋਂ ਤੁਰਨੇ ਨੇ ਗਿੱਲ ਸਾਹਿਬ। ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸਾਨ ਆਗੂ ਕਹਿ ਵੀ ਦੇਵੇ ਨਾ ਵੀ ਇੱਥੇ ਰੁਕ ਜਾਓ, ਕੋਈ ਰੁਕ ਜਾਊਗਾ, ਤਾਂ ਦਿੱਲੀ ਜਾ ਕੇ ਰੁਕਣਗੇ। ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਚਰਚਾ ਚੱਲ ਰਹੀ ਆ, ਔਰ ਉਹਦੇ ਵਿੱਚੋਂ ਬਲਵੀਰ ਸਿੰਘ ਰਾਜੇਵਾਲ ਹੋਰੀ ਬੋਲੇ, ਕਿਉਂਕਿ ਸਟੇਜ ਤੋਂ ਜਿਹੜੇ ਕੁਛ ਬੁਲਾਰੇ ਬੋਲ ਰਹੇ ਨੇ। ਹੁਣ ਇੱਕ ਕੱਲ ਬੁਲਾਰਾ ਬੋਲਿਆ ਸਟੇਜ ਤੋਂ, ਕਹਿੰਦਾ ਵੀ ਖੁਦਕੁਸ਼ੀਆਂ ਨਾ ਕਰੋ, ਖੁਦਕੁਸ਼ੀ ਹੁਣ ਕੋਈ ਨਹੀਂ ਹੋਣੀ ਚਾਹੀਦੀ, 26 ਤਰੀਕ ਦੂਰ ਨਹੀਂ ਹੈਗੀ, ਇੱਕ 'ਚ ਵੱਜੋ ਜਿਹਨੇ ਮਰਨਾ, ਪਰ ਖੁਦਕੁਸ਼ੀਆਂ ਨਾ ਕਰੋ। ਤਾਂ ਉਸ ਤੋਂ ਗੱਲ ਨੂੰ ਵੀ ਜਿਹੜਾ ਉਹ ਅਗਲੇ ਬੁਲਾਰੇ ਨੇ ਰੱਦ ਕੀਤਾ ਵੀ ਨਹੀਂ, 26 ਨੂੰ ਆਪਾਂ ਏਦਾਂ ਨਹੀਂ ਕਰਨਾ, 26 ਨੂੰ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ। ਤਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਅੱਜ ਇਹ ਵੀ ਕਿਹਾ ਵੀ ਕੁਛ ਕਹਿੰਦੇ ਨੇ ਵੀ ਲਾਲ ਕਿਲੇ ਤੇ ਝੰਡਾ ਚੜਾ ਕੇ ਆਵਾਂਗੇ, ਕੁਛ ਕਹਿੰਦੇ ਨੇ ਪਾਰਲੀਮੈਂਟ ਤੇ ਕਬਜ਼ਾ ਕਰਾਂਗੇ। ਵੀ ਸਾਡਾ ਇਸ ਤਰ੍ਹਾਂ ਦਾ ਜਿਹੜਾ ਉਹ ਕੋਈ ਐਲਾਨ ਨਹੀਂ ਹੈ, ਸਾਡਾ ਇਸ ਤਰ੍ਹਾਂ ਦਾ ਕੋਈ ਚਰਚਾ ਕਰਨ ਦੀ ਗੱਲ ਜਿਹੜੀ ਉਹ ਨਹੀਂ ਹੈ। ਤਾਂ ਉਹਨਾਂ ਨੇ ਜਿਹੜਾ ਭਾਸ਼ਣ ਦਿੱਤਾ, ਉਹ ਭਾਸ਼ਣ ਨੂੰ ਲੈ ਕੇ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਅਜੇ ਤੱਕ ਇਹ ਤੈਅ ਨਹੀਂ ਕੀਤਾ ਵੀ 26 ਤਰੀਕ ਦਾ ਕੀ ਰੂਟ ਪਲਾਨ ਹੋਊ, ਕਦੋਂ ਤੁਰਨਾ ਹੈ, ਕਿੰਨੇ ਵਜੇ ਤੁਰਨਾ ਹੈ, ਕੀ ਜਿਹੜੇ ਇੱਥੋਂ ਜਦੋਂ ਤੁਰਨਾ ਹੈਗਾ ਤਾਂ ਆਪਾਂ ਕਿਸ ਰੂਟ ਤੇ ਤੁਰਨਾ ਹੈਗਾ। ਔਰ ਇਹਦੇ ਲਈ ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਹੋਣੀ ਸੀ। ਗੁਰਨਾਮ ਸਿੰਘ ਚੜੂਨੀ ਕਹਿੰਦਾ ਵੀ ਸਾਡੇ 'ਚ ਤੈਅ ਨਹੀਂ ਹੋ ਪਾਇਆ ਅੱਜ, ਔਰ ਅਸੀਂ ਕਹਿੰਦਾ ਵੀ ਤੈਅ ਕਰਨਾ ਸੀ, ਤੈਅ ਹੋ ਨਹੀਂ ਪਾਇਆ। ਮੈਨੂੰ ਪਤਾ ਜੇ 40 ਜਥੇਬੰਦੀਆਂ ਦੀ ਮੀਟਿੰਗ ਸੀਗੀ, ਪੰਜਾਬ ਹਰਿਆਣਾ ਦੀ ਸਾਂਝੀ ਮੀਟਿੰਗ ਸੀ, ਉਸ ਮੀਟਿੰਗ ਦੇ ਵਿੱਚ ਕੁਛ ਵੀ ਤੈਅ ਜਿਹੜਾ ਫਾਈਨਲ ਨਹੀਂ ਹੋ ਪਾਇਆ। ਤਾਂ ਹਜੇ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਨੀ ਹੈ ਗਿੱਲ ਸਾਹਿਬ। ਉਹ ਮੀਟਿੰਗ ਦੇ ਵਿੱਚ ਆਪਸੀ ਡਿਸਕਸ਼ਨ ਹੋਊ ਕਿ 26 ਜਨਵਰੀ ਨੂੰ ਕਿੰਨੇ ਵਜੇ ਤੁਰਨਾ ਹੈ, ਕੀ ਜਦੋਂ ਪਰੇਡ ਖਤਮ ਹੋ ਜੂ ਉਸ ਤੋਂ ਬਾਅਦ ਤੁਰਨਾ ਹੈ ਜਾਂ ਉਸ ਤੋਂ ਪਹਿਲਾਂ ਤੁਰਨਾ ਹੈ, ਜਾਂ ਕੀ 25 ਨੂੰ ਤੁਰਨਾ ਹੈ ਜਾਂ 24 ਨੂੰ ਤੁਰਨਾ ਹੈ, ਜਾਂ ਫਿਰ ਇਹ ਵੀ ਚਰਚਾ ਚੱਲਣੀ ਹੈ ਕਿਹੜਾ ਰੂਟ ਹੋਊਗਾ ਔਰ ਕਿੰਨਾ ਗੇੜਾ ਲਾਉਣਾ ਹੈ, ਕੀ ਗੇੜਾ ਲਾ ਕੇ ਇੱਥੇ ਵਾਪਸ ਆਉਣਾ। ਤਾਂ ਉਹਦੇ 'ਚ ਜ਼ਿਆਦਾ ਚਾਂਸ ਜਿਹੜੇ ਆਪਾਂ ਨੂੰ ਲੱਗਦੇ ਨੇ, ਉਹ ਜ਼ਿਆਦਾ ਚਾਂਸ ਗਿੱਲ ਸਾਹਿਬ ਇਹ ਨੇ ਕਿ ਉੱਥੇ ਜਦੋਂ ਪਰੇਡ ਖਤਮ ਹੋਊ ਉਸ ਤੋਂ ਬਾਅਦ ਤੁਰਨਾ ਹੈ। ਔਰ ਅਗਲੀ ਗੱਲ ਇਹ ਹੈ ਕਿ ਟਾਲੀਆਂ ਇੱਥੇ ਰਹਿਣਗੀਆਂ, ਸਟੇਜ ਇੱਥੇ ਲੱਗੂਗੀ, ਕਿਉਂਕਿ ਇਹਨੂੰ ਲਾਉਣ ਨੂੰ ਵੀ ਖੈਰ ਸਟੇਜ ਨੂੰ ਕਈ ਦਿਨ ਲੱਗੇ ਨੇ, ਇੱਥੇ ਪੰਡਾਲ ਜੰਮਣ ਨੂੰ ਕਈ ਦਿਨ ਲੱਗੇ ਨੇ। ਔਰ ਇਕੱਲੇ ਟਰੈਕਟਰ ਜਾਣਗੇ, ਤੇ ਜੇ ਰੋਕਣਗੇ ਤਾਂ ਫਿਰ ਬੈਰੀਗੇਟ ਆ ਜਿਹੜੇ ਨਵਕਿਰਨ ਇਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਇਹ ਲੀਡਰਾਂ ਨੂੰ, ਇਹ ਯੂਨੀਅਨ ਵਾਲਿਆਂ ਨੂੰ 50 ਸਾਲ ਹੋ ਗਏ ਇਹਨਾਂ ਨੂੰ ਤੁਰੇ ਫਿਰਦਿਆਂ ਨੂੰ, 50 ਸਾਲ। ਇਹਨਾਂ ਦੇ ਲਈ 200 ਬੰਦਾ ਨਹੀਂ ਇਕੱਠਾ ਹੁੰਦਾ, ਮਸਾਂ 1000 ਬੰਦਾ ਲੈ ਕੇ ਜਾਂਦੇ ਨੇ, ਚੰਡੀਗੜ੍ਹੋਂ ਭਿੱਜ ਕੇ ਮੁੜ ਆਉਂਦੇ ਸੀ। ਪੈਸਿਆਂ ਦੇ ਨਾਲ ਇਹਨਾਂ ਦੀਆਂ ਕੁੱਖਾਂ ਕੱਢਤੀਆਂ, ਟੋਲ ਪਲਾਜ਼ਿਆਂ ਤੇ ਕਬਜ਼ਾ ਕੀਤਾ ਹੋਇਆ, ਤੇ ਉੱਥੇ ਝੰਡਾ ਲਾਉਣ ਦਾ 50-50 ਰੁਪਈਏ ਲਈ ਜਾਂਦੇ ਨੇ, ਤੇ ਪੈਸਾ ਬਾਹਰੋਂ ਧੱਕ ਪਾਈ ਜਾਂਦਾ ਰਜਾ ਤੇ। ਜੇ ਇਹਨਾਂ ਦਾ ਮੈਂ ਦਿਲ ਪੜ੍ਹਾ ਨਾ, ਜਿਹੜਾ ਰਾਜੇਵਾਲ ਦੀ ਗੱਲ ਹੈ, ਜੇ ਉਹਦਾ ਦਿਲ ਪੜ੍ਹਾ, ਉਹ ਤਾਂ ਸ਼ੰਭੂ ਵੀ ਨਹੀਂ ਸੀ ਟੱਪਣਾ ਚਾਹੁੰਦੇ ਨਵੰਬਰ ਨੂੰ, ਬਈ ਇੱਥੇ ਹੀ ਬਹਿ ਜਾਈਏ ਤੇ ਇੱਥੋਂ ਹੀ ਮੁੜ ਜਾਈਏ। ਇਹਨਾਂ ਦੇ ਪਿੱਛੇ ਕਿਤਨਾ ਕਿਤੇ ਰਾਜਨੀਤੀ ਰੜਕਦੀ ਹੈ। ਇਹਨਾਂ ਦੇ ਕੰਨ 'ਚ ਇੱਕ ਸੁਨੇਹਾ ਦੇਣਾ ਚਾਹੀਦਾ ਵੀ ਜੇ ਹੁਣ ਤੁਸੀਂ ਨਾ ਇੱਥੇ ਸਿਰੇ ਤੋਂ ਗਏ, ਕੁਝ ਨਾ ਕੁਝ ਅਜਿਹਾ ਕੀਤਾ ਜਿਹਦੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਭੜਕ ਗਈਆਂ, ਤਾਂ ਇਤਿਹਾਸ ਤੁਹਾਡੇ ਸਾਹਮਣੇ ਹੈ। ਜਿਨ੍ਹਾਂ ਨੇ ਕੌਮ ਦੇ ਨਾਲ ਗਦਾਰੀ ਕੀਤੀ, ਉਹਨਾਂ ਦੇ ਹਸ਼ਰ ਕੀ ਹੁੰਦੇ ਨੇ। ਜਦ ਹੁਣ ਇੱਕ ਤਿਆਰੀ ਚੱਲ, ਜੇ ਤੁਹਾਡੇ ਕੰਟਰੋਲ 'ਚ ਨਹੀਂ ਹੈ, ਤੁਸੀਂ ਕਹਿੰਦੇ ਹੋ ਅਸੀਂ 40 ਬੰਦਿਆਂ ਸਾਡੇ ਕੰਟਰੋਲ 'ਚ ਨਹੀਂ, ਫਿਰ ਕਹੋ ਉੱਪਰ ਖੜ ਕੇ ਵੀ ਸਾਡੇ ਕੰਟਰੋਲ 'ਚ ਨਹੀਂ। ਇਹ ਜੇ ਕਿਤੇ ਨਾ ਵਹਿਮ ਪਾਲੀ ਬੈਠੇ ਨੇ ਵੀ ਹਰੀਆਂ ਪੱਗਾਂ ਬੰਨ੍ਹ ਕੇ ਤੇ ਅਸੀਂ ਗਲ 'ਚ ਹਰੇ ਪਾ ਕੇ ਗਮਛੇ, ਇਹ ਲੋਕ ਪੰਜਾਬ ਤੋਂ ਲੈ ਆਂਦੇ। ਇਹ ਗੁਰੂ ਦੀ ਕਲਾ ਹੈ, ਇਹ ਲੋਕਾਂ ਦਾ ਜਜ਼ਬਾ ਹੈ, ਜਿਹਦੇ ਵਿੱਚ ਨਾ ਜ਼ਮੀਨ ਨੇ ਦੇਖਿਆ, ਨਾ ਕਿਸੇ ਨੇ ਪਿੰਡ ਦੇ ਕਾਮੇ ਨੇ ਵੇਖਿਆ, ਸਾਰੇ ਨੇ ਤੁਰੇ ਹੋਏ। ਪਹਿਲਾਂ ਨਾ ਤੁਰ ਗਏ ਇਹਨਾਂ ਨਾਲ, ਜਿਹੜੇ ਜਿਹੜੇ ਸੀਰੀ ਸੀ ਸਾਡੇ, ਪਹਿਲਾਂ ਚਿਰਾਂ ਦੇ ਹੀ ਬੋਲਦੇ ਨੇ। ਇਹ ਕਿਤੇ ਨਾ ਕਿਤੇ ਇਹਦੇ ਨਾਲ ਤਾਂ ਲੱਖ ਗੁਣਾ
ਚੰਗਾ ਵਿਚਾਰੇ ਦੀ ਜ਼ਮੀਨ ਹੈ ਨਹੀਂ ਪਰ ਜ਼ਮੀਰ ਆ ਗਾਂਧੀ। ਧਰਮਵੀਰ ਗਾਂਧੀ ਪੰਜਾਬ ਦਾ ਉਹ ਪੁੱਤ ਆ, ਜਦ ਵੀ ਉਹਨੂੰ ਕਿਤੇ ਬੁਲਾਉਂਦੇ ਆ ਤਾਂ ਖੜ ਕੇ ਪੈਰ ਗੱਡਦਾ। ਹੁਣ ਕਹਿੰਦਾ ਵੀ ਜੇ ਹੱਕਾਂ ਦੀ ਮੰਗ ਕਰਨ ਵਾਲਿਆਂ ਨੂੰ ਤੁਸੀਂ ਖਾਲਿਸਤਾਨੀ ਕਹਿੰਦੇ ਹੋ ਤਾਂ ਧਰਮਵੀਰ ਗਾਂਧੀ ਖਾਲਿਸਤਾਨੀ ਹੈ। ਕੀ ਕਿਹਾ ਧਰਮਵੀਰ ਗਾਂਧੀ ਨੇ? ਜੀ ਗੱਲ ਸਾਹਿਬ, ਧਰਮਵੀਰ ਗਾਂਧੀ ਨੇ ਹਿੱਕ ਡਾ ਕੇ ਕਹਿਤਾ। ਉਹ ਕਹਿੰਦਾ ਵੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਵਕੀਲ ਕਹਿੰਦਾ ਹੈਗਾ ਕਿ ਉੱਥੇ ਖਾਲਿਸਤਾਨੀ ਨੇ। ਉਹ ਕਹਿੰਦਾ ਜੇ ਕਿਸਾਨ ਅੰਦੋਲਨ 'ਚ ਬੈਠਣ ਵਾਲੇ ਤੁਹਾਨੂੰ ਖਾਲਿਸਤਾਨੀ ਲਿਖਦੇ ਨੇ ਤਾਂ ਜਿਹੜੀ ਤੁਸੀਂ ਲਿਸਟ ਬਣਾਉਣੀ ਆ ਉਹਦੇ ਸਭ ਤੋਂ ਪਹਿਲਾਂ ਨਾਂ ਲਿਖ ਦਿਓ ਡਾਕਟਰ ਧਰਮਵੀਰ ਗਾਂਧੀ ਦਾ। ਔਰ ਉਹਨੇ ਹਿੱਕ ਡਾ ਕੇ ਕਹਿਤਾ ਕਿ ਜੇ ਇੱਥੇ ਬੈਠ ਕੇ ਹੱਕ ਮੰਗਣੇ ਖਾਲਿਸਤਾਨੀ ਹੈ ਤਾਂ ਮੈਂ ਉਹ ਖਾਲਿਸਤਾਨੀ ਹੈ, ਕਿਉਂਕਿ ਮੈਂ ਵੀ ਇੱਥੇ ਬੈਠਾ। ਉਹ ਕਹਿੰਦਾ ਪਰ ਮੇਰਾ ਨਾਂ ਲਿਖੋ, ਸਭ ਤੋਂ ਪਹਿਲਾਂ ਲਿਖੋ। ਤਾਂ ਇਹ ਮਤਲਬ ਜਿਹੜੀ ਇੱਕ ਗੱਲ ਹੈ, ਇਹ ਗੱਲ ਵਾਕਈ ਕਮਾਲ ਦੀ ਗੱਲ ਹੈ, ਕਿਉਂਕਿ ਸਾਨੂੰ ਅਸੀਂ ਕਈ ਵਾਰ ਗੱਲ ਸਾਹਿਬ ਡਿਫੈਂਸ 'ਚ ਪੈ ਜਾਂਦੇ ਹਾਂ। ਅਸੀਂ ਕਈ ਵਾਰ ਉਹ ਸਾਨੂੰ ਕਹਿੰਦੇ ਨੇ ਵੀ ਇਹ ਜੀ ਖਾਲਿਸਤਾਨੀ ਨੇ, ਉਹ ਸਾਨੂੰ ਕਹਿੰਦੇ ਨੇ ਨਕਸਲਾਈਟ ਨੇ, ਉਹ ਸਾਨੂੰ ਕਹਿੰਦੇ ਨੇ ਮਾਓਇਸਟ ਨੇ। ਕਿਸਾਨ ਧਰਨਾ ਦੇਣ ਵਾਲਿਆਂ ਨੂੰ ਜਦੋਂ ਖਾਲਿਸਤਾਨੀ, ਨਕਸਲਵਾੜੀ, ਮਾਓਵਾਦੀ ਕਿਹਾ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਅਸੀਂ ਡਿਫੈਂਸ 'ਚ ਪੈ ਜਾਂਦੇ ਹਾਂ ਵੀ ਨਹੀਂ ਜੀ, ਨਹੀਂ ਨਹੀਂ ਨਹੀਂ, ਇਹ ਨਹੀਂ ਹੈ ਗੱਲ ਇਹੋ ਜਿਹੀ ਨਹੀਂ ਹੈ, ਇਹੋ ਜਿਹਾ ਤਾਂ ਕੋਈ ਗੱਲ ਹੀ ਨਹੀਂ ਹੈ। ਮਤਲਬ ਉਸ ਤੋਂ ਬਾਅਦ ਵਾਕਈ ਤਾਂ ਧਰਮਵੀਰ ਗਾਂਧੀ ਹੋਰਾਂ ਦੀ ਤਰ੍ਹਾਂ ਹਿੱਕ ਡਾ ਕੇ ਕਹਿਣਾ ਚਾਹੀਦਾ ਵੀ ਜੇ ਹੱਕ ਮੰਗਣ ਵਾਲੇ ਖਾਲਿਸਤਾਨੀ ਨੇ, ਹੱਕ ਮੰਗਣ ਵਾਲੇ ਨਕਸਲਾਈਟ ਨੇ, ਹੱਕ ਮੰਗਣ ਵਾਲੇ ਮਾਓਇਸਟ ਤਾਂ ਸਾਨੂੰ ਮਾਣ ਆ ਕਿ ਅਸੀਂ ਹੱਕ ਮੰਗਣ ਵਾਲੇ ਆ। ਤਾਂ ਇਹ ਗੱਲ ਮਤਲਬ ਜਿਹੜੀ ਹੈ ਧਰਮਵੀਰ ਗਾਂਧੀ ਦੀ ਤਰ੍ਹਾਂ ਕਹਿਣੀ ਚਾਹੀਦੀ। ਔਰ ਜੇ ਹਰੇਕ ਬੰਦਾ ਇਹ ਗੱਲ ਕਹੂਗਾ, ਕਿਉਂਕਿ ਜਿਵੇਂ ਮੀ ਟੂ ਮੁਹਿੰਮ ਚੱਲੀ ਸੀ ਗੱਲ ਸਾਹਿਬ, ਜੇ ਮੁਹਿੰਮ ਚੱਲ ਪਏ ਨਾ ਉਸ ਤੋਂ ਬਾਅਦ ਉਹ ਕਹਿਣ ਹਟ ਜਾਣਗੇ। ਕਿਹਨੂੰ ਕਹਿਣਗੇ? ਉਹ ਜਦੋਂ ਹਰ ਕੋਈ ਕਹੂਗਾ ਮੈਂ ਆ ਭਾਈ ਦੱਸੋ, ਤਾਂ ਜਦੋਂ ਹਰ ਕੋਈ ਇਹ ਸਵਾਲ ਉਠਾਊਗਾ ਇੱਕ ਲਹਿਰ ਬਣ ਜੂ, ਇੱਕ ਮੁਹਿੰਮ ਚੱਲ ਪੂ ਤਾਂ ਉਸ ਤੋਂ ਬਾਅਦ ਉਹਨਾਂ ਦੇ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਨੇ। ਉਹ ਗਾਂਧੀ ਦੀ ਇਸ ਗੱਲ ਦੇ ਉੱਤੇ ਦਾਦ ਦੇਣੀ ਜਿਹੜੀ ਆ ਉਹ ਬਣਦੀ ਆ ਜੀ। ਅੱਛਾ, ਇੱਕ ਜਿਹੜੀ ਘਟਨਾ ਬਹੁਤ ਬਿਹਾਰ ਦੇ ਵਿੱਚ ਆਈ ਹੈ, ਪਤਾ ਲੱਗਿਆ ਵੀ ਫੇਰ ਕਿਸੇ ਨਾਬਾਲਗ ਬੱਚੀ ਦੇ ਨਾਲ ਬਲਾਤਕਾਰ ਹੋਇਆ ਜੀ। ਇਹ ਕਿੱਥੇ ਹੋਇਆ? ਇਹ ਗੱਲ ਸਾਹਿਬ ਬਹੁਤ ਮੰਦਭਾਗੀ ਘਟਨਾ ਹੈ। ਮੈਨੂੰ ਲੱਗਦਾ ਇਸ ਦੌਰ ਦੀ, ਜਦੋਂ ਅੱਜ ਅਸੀਂ ਹੱਕਾਂ ਦੀ ਜੰਗ ਲੜ ਰਹੇ ਹਾਂ, ਇੰਨੀ ਸੋਹਣੀ ਲੜਾਈ ਲੜ ਰਹੇ ਹਾਂ, ਪੂਰਾ ਦੁਨੀਆ ਸਾਡੇ ਦੇਸ਼ ਕਣੀ ਦੇਖ ਰਹੀ ਹੈ, ਤਾਂ ਉਦੋਂ ਬਿਹਾਰ ਦੇ ਵਿੱਚ ਜਿਹੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਬਿਹਾਰ ਦੀ ਘਟਨਾ ਹੈ ਗੱਲ ਸਾਹਿਬ, 15 ਵਰ੍ਹਿਆਂ ਦੀ ਕੁੜੀ ਹੈ, ਮੰਦਬੁੱਧੀ ਕੁੜੀ ਹੈ। ਔਰ ਉਸ ਲੜਕੀ ਦੇ ਨਾਲ ਗੂੰਗੀ ਬੋਲੀ ਆ ਉਹ ਲੜਕੀ, ਗੂੰਗੀ ਬੋਲੀ ਲੜਕੀ ਦੇ ਨਾਲ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਵਿੱਚ ਪਹਿਲਾਂ ਕੁਛ ਬੰਦਿਆਂ ਨੇ ਰੇਪ ਕੀਤਾ। ਉਸ ਤੋਂ ਬਾਅਦ ਤਿੱਖੀ ਚੀਜ਼ ਦੇ ਨਾਲ ਉਹਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਤਾ, ਅੱਖਾਂ ਜਿਹੜੀਆਂ ਉਹ ਕਰਤੀਆਂ ਉਹਦੀਆਂ, ਤਾਂ ਕਿ ਉਹ ਸਿਆਣ ਨਾ ਸਕੇ, ਕਿਉਂਕਿ ਉਹ ਗੂੰਗੀ ਬੋਲੀ ਆ, ਬੋਲ ਤਾਂ ਸਕਦੀ ਨਹੀਂ ਵਿਚਾਰੀ। ਔਰ ਉਹ ਸਿਰਫ ਤੇ ਸਿਰਫ ਸਿਆਣ ਸਕਦੀ ਸੀ, ਵੀ ਸਿਆਣ ਵੀ ਨਾ ਸਕੇ, ਇਸ ਕਰਕੇ ਉਹਦੀਆਂ ਅੱਖਾਂ ਨੇ ਜਿਹੜੀਆਂ ਉਹਨਾਂ ਨੂੰ ਨੁਕਸਾਨ ਪਹੁੰਚਾਤਾ, ਅੱਖਾਂ ਕੱਢਤੀਆਂ। ਔਰ ਬਹੁਤ ਮੰਦਭਾਗੀ ਘਟਨਾ ਹੈ। ਇਹ ਲੜਕੀ ਕੁਝ ਬੱਚਿਆਂ ਨਾਲ ਆਪਦੀ ਬੱਕਰੀ ਚਾਰਨ ਗਈ ਸੀਗੀ, ਔਰ ਇੱਕ ਬੱਚੇ ਨੇ ਲੜਕੀ ਦੇ ਪਰਿਵਾਰ ਨੂੰ ਆ ਕੇ ਦੱਸਿਆ ਵੀ ਤੁਹਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋ ਗਈ। ਜਦੋਂ ਪਰਿਵਾਰ ਗਿਆ ਉਦੋਂ ਤੱਕ ਉਹਦੀਆਂ ਅੱਖਾਂ ਨੇ ਜਿਹੜੀਆਂ ਉਹ ਕੱਢ ਦਿੱਤੀਆਂ ਗਈਆਂ ਸੀ। ਸੋ ਇਹੋ ਜਿਹੀਆਂ ਘਟਨਾ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਵਾਪਰੀ ਸੀ, ਇੱਕ ਗੁੱਜਰ ਪਰਿਵਾਰ ਦੀ ਲੜਕੀ ਦੇ ਨਾਲ। ਉਹ ਵੀ ਬੱਚੀ ਹੈ ਜਿਹੜੀ ਉਹ ਬੱਕਰੀਆਂ ਚਾਰਨ ਵਾਲੇ ਪਰਿਵਾਰ ਦੀ ਬੱਚੀ ਸੀ, ਔਰ ਇਸ ਬੱਚੀ ਦੇ ਨਾਲ ਵੀ ਇਹ ਘਟਨਾ ਵਾਪਰੀ ਆ। ਉਹ ਬਹੁਤ ਸਾਡੀ ਘਟਨਾ ਕਹੀ ਜਾ ਸਕਦੀ ਆ। ਸੱਭਿਅਕ ਸਮਾਜ ਦੇ ਉੱਤੇ ਕਲੰਕ ਹੈ, ਔਰ ਇਹਦੇ ਦੋਸ਼ੀਆਂ ਨੂੰ ਫੌਰੀ ਤੌਰ ਦੇ ਉੱਤੇ ਫੜ ਕੇ ਸਜ਼ਾ ਦੇਣੀ ਚਾਹੀਦੀ ਆ। ਬਿਹਾਰ ਦੀ ਸਰਕਾਰ ਨੂੰ ਵੀ ਪੁੱਛਣਾ ਚਾਹੀਦਾ, ਕਿਉਂਕਿ ਉੱਥੇ ਵੀ ਮੋਦੀ ਦੀ ਸਰਕਾਰ ਆ ਜਿਹੜੀ ਬਿਹਾਰ ਦੇ ਵਿੱਚ ਚੱਲਦੀ ਆ, ਤੇ ਇਹਨਾਂ ਦੇ ਰਾਮ ਰਾਜ ਦੇ ਵਿੱਚ ਇਹ ਘਟਨਾਵਾਂ ਚੱਲਦੀਆਂ ਨੇ। ਕਿਤੇ ਉੱਤਰ ਪ੍ਰਦੇਸ਼ ਵਿੱਚ, ਬਿਹਾਰ ਦੇ ਵਿੱਚ ਇਹ ਘਟਨਾਵਾਂ ਰੁਕਣ ਦਾ ਨਾਂ ਕਿਉਂ ਨਹੀਂ ਲੈ ਰਹੀਆਂ? ਕੀ ਗੱਲ ਸਾਹਿਬ? ਅੱਛਾ, ਇੱਕ ਹੋਰ ਦੱਸੋ ਕਿ ਦੁਸ਼ਯੰਤ ਚੌਟਾਲਾ ਬਹੁਤ ਬੁਰਾ ਫਸਿਆ। ਬਾਪੂ ਅੰਦਰ ਬੈਠਾ, ਦਾਦਾ ਅੰਦਰ ਬੈਠਾ। ਦੁਸ਼ਯੰਤ ਚੌਟਾਲਾ ਜਾ ਕੇ ਮੋਦੀ ਨੂੰ ਮਿਲਿਆ, ਕੀ ਗੱਲ ਹੋ ਗਈ? ਕੀ ਗੱਲ ਸਾਹਿਬ, ਇਹਨਾਂ ਦੇ ਜਿਹੜੇ ਨੇ ਉਹ ਤਖਤ ਹਿਲਦੇ ਦਿਖਾਈ ਦਿੰਦੇ ਨੇ, ਸੂਲਾਂ ਹਿਲਦੀਆਂ ਦਿਖਾਈ ਦਿੰਦੀਆਂ ਨੇ ਇਹਨਾਂ ਦੇ ਤਖਤ ਦੀਆਂ। ਹਕੀਕਤ ਇਹ ਹੈ ਕਿ ਹਰਿਆਣਾ ਦੀ ਇਹਨਾਂ ਦੀ ਸਰਕਾਰ ਮੈਨੂੰ ਬਚਦੀ ਨਹੀਂ ਦਿੰਦੀ। ਔਰ ਇਹ ਦੁਸ਼ਯੰਤ ਚੌਟਾਲੇ ਨੂੰ ਬਹੁਤ ਸਮਝਾਇਆ ਜਾ ਭਾਈਚਾਰੇ ਨੇ ਵੀ ਉਹ ਚੌਧਰੀ ਦੇਵੀ ਲਾਲ ਸਾਡੇ ਨਾਲ ਹੁੰਦਾ ਸੀ, ਔਰ ਅਸੀਂ ਤੁਹਾਡੇ ਨਾਲ ਆ, ਤੂੰ ਭਾਰਤੀ ਜਨਤਾ ਪਾਰਟੀ ਤੋਂ ਉਹਦੇ ਕੰਨ 'ਚ ਇਹ ਫੂਕ ਵੀ ਮਾਰ ਕੇ ਆਉਂਦੀ ਜਾਟ ਭਾਈਚਾਰੇ ਨੇ, ਸਿਖਾ ਪੰਚਾਇਤ ਦੱਸਦੇ ਨੇ ਜਿਹੜੇ ਮੁਖੀ ਨੇ, ਉਹ ਕਹਿੰਦੇ ਅਸੀਂ ਜਾ ਕੇ ਵੀ ਕਹਿ ਹੁਣ ਤੈਨੂੰ ਸੌਖਾ ਤੇ ਬਾਦਲ ਪਰਿਵਾਰ ਦੇ ਨਾਲੋਂ ਤਾਂ ਤੇਰੀ ਵੱਧ ਸਾਂਢ ਗਾਂਢ ਹੈ ਨਹੀਂ ਬੀਜੇਪੀ ਨਾਲ, ਤੇ ਉਹ ਸਿਆਸਤ ਦੇ ਵਿੱਚ ਆ ਕੇ ਧੋਬੀ ਪਟਕਾ ਮਾਰਿਆ, ਤੂੰ ਵੀ ਮਾਰ ਜਾ। ਉਹ ਕਹਿੰਦੇ ਉਹ ਫਿਰ ਵੀ ਨਹੀਂ ਮੰਨਿਆ। ਹੁਣ ਗੱਲ ਸਾਹਿਬ ਉਹਦੇ MLA ਟੁੱਟ ਰਹੇ ਨੇ, ਕਿਉਂਕਿ MLA ਦੇ ਉੱਤੇ ਪ੍ਰੈਸ਼ਰ ਪੈ ਗਿਆ। ਉਹ ਪਹਿਲਾਂ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਪਿਛਲੇ ਦਿਨਾਂ ਦੇ ਵਿੱਚ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਲੈ ਕੇ ਅਮਿਤ ਸ਼ਾਹ ਨੂੰ ਕਹਿ ਕੇ ਆਇਆ ਵੀ ਕਿਰਪਾ ਕਰਕੇ ਜਾਂ ਤਾਂ ਕਾਨੂੰਨ ਵਾਪਸ ਲੈ ਲਓ, ਨਹੀਂ ਸਰਕਾਰ ਡਿੱਗੂਗੀ, ਔਰ ਮੇਰਾ ਵੀ ਜਿਹੜਾ ਤੁਸੀਂ ਕੈਰੀਅਰ ਆ ਉਹ ਦੂਜੇ ਪਾਸੇ ਲਿਜਾਓਗੇ। ਹੁਣ ਗੱਲ ਸਾਹਿਬ ਇਹਦੇ ਚ ਘਟਨਾ ਹੋਰ ਵਾਪਰੀ ਆ, ਉਹ ਇਹ ਵਾਪਰੀ ਆ
ਵੀ ਇਹਦਾ ਚਾਚਾ ਗਾ ਜਿਹੜਾ ਉਹ ਦੂਜੇ ਪਾਸੇ ਜਾ ਵੜਿਆ। ਉਹਨੇ ਮਤਲਬ ਸਿੱਧੇ ਤੌਰ ਦੇ ਉੱਤੇ ਕਾਨੂੰਨਾਂ ਦੀਆਂ ਵਿਰੋਧ ਦੇ ਵਿੱਚ ਨਿਸਰਿਆ ਆ ਔਰ ਉਹ ਕਿਸਾਨਾਂ ਦੇ ਪੱਖ ਦੇ ਵਿੱਚ ਖੜਾ ਹੋ ਗਿਆ ਆ ਕੇ। ਔਰ ਉਹਨੇ ਕਿਹਾ ਗਾ ਵੀ ਇਹ ਮਤਲਬ ਜਿਹੜਾ ਬੰਦਾ ਹੈਗਾ ਇਹ ਸਿਰਫ ਤੇ ਸਿਰਫ ਆਪਦਾ ਪਰਿਵਾਰ ਬਚਾਉਣ ਲੱਗਿਆ ਹੋਇਆ ਔਰ ਮੈਂ ਤੁਹਾਡੇ ਨਾਲ ਖੜਾ। ਤਾਂ ਜਦੋਂ ਸ਼ਰੀਕਾਂ ਦੇ ਵਿੱਚ ਸਿਆਸਤ ਸ਼ੁਰੂ ਹੋ ਜੇ ਔਰ ਜਦੋਂ ਇਸ ਰੂਪ ਦੇ ਵਿੱਚ ਲੋਕ ਚੇਤਨ ਹੋ ਜਾਣ, ਕਿਉਂਕਿ ਜਿੱਦਾਂ ਇਹਦਾ ਹੈਲੀਪੈਡ ਦੇ ਮੂਹਰੇ ਟੋਏ ਪੱਟੇ ਨੇ ਉਹਦੇ ਭਾਜਪਾ ਨੂੰ ਲੱਗਦਾ ਸੀ ਜਾਂ ਇਹਨੂੰ ਵੀ ਲੱਗਦਾ ਸੀ ਕੋਈ ਗੱਲ ਨਹੀਂ ਕਹਾਣੀ ਸੈੱਟ ਹੋ ਜੂ, ਪਰ ਅਗਲਿਆਂ ਨੇ ਮਨੋਹਰ ਲਾਲ ਖੱਟਰ ਦਾ ਹੈਲੀਕਾਪਟਰ ਨੇ ਉਤਰਨ ਦਿੱਤਾ। ਉਹਨੇ ਨੂੰ ਲੱਗਿਆ ਵੀ ਜਦੋਂ ਮੁੱਖ ਮੰਤਰੀ ਦਾ ਹੈਲੀਕਾਪਟਰ ਨੇ ਉਤਰਨ ਦਿੱਤਾ ਮੈਂ ਕਿਹਦਾ ਵਿਚਾਰਾਂ। ਇਹ ਅੱਜ ਨਰਿੰਦਰ ਮੋਦੀ ਨੂੰ ਮਿਲਿਆ ਘੰਟਾ ਮੀਟਿੰਗ ਕੀਤੀ ਸਾਹਿਬ ਔਰ ਇਹਨੇ ਮੀਡੀਆ ਦੇ ਸਾਹਮਣੇ ਤਾਂ ਕੁਛ ਨਹੀਂ ਕਿਹਾ, ਪਰ ਪਤਾ ਇਹਦੇ ਤੋਂ ਇਹ ਲੱਗ ਰਿਹਾ ਹੈਗਾ ਵੀ ਰੋਣਾ ਰੋ ਕੇ ਆਇਆ ਮੋਦੀ ਜੀ ਬਚਾ ਲਓ, ਸਰਕਾਰ ਵੀ ਬਚਾ ਲਓ, ਮੈਨੂੰ ਵੀ ਬਚਾ ਲਓ। ਤੇ ਨਹੀਂ ਤਾਂ ਇਹ ਜਿਹੜਾ ਹਰਿਆਣੇ 'ਚ ਅੰਦੋਲਨ ਹੈ ਇਹ ਅੰਦੋਲਨ ਬਹੁਤ ਵੱਡਾ ਹੈਗਾ। ਔਰ ਗੱਲ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਇਹ ਹਰਿਆਣੇ ਦੀ ਜਿਹੜੀ ਸਥਿਤੀ ਹੈ, ਹਰਿਆਣੇ ਦੀ ਸਰਕਾਰ ਤਾਂ ਇਹਨਾਂ ਦੀ ਡਿੱਗੂ ਹੀ ਡਿੱਗੂ ਜੇ ਖੇਤੀ ਕਾਨੂੰਨ ਵਾਪਸ ਨਾ ਲਏ ਤੇ ਜੇ ਹੋਰ ਵੀ ਨਾ ਅੰਦੋਲਨ ਚੱਲ ਗਿਆ ਤੇ ਇਹਨਾਂ ਦੀ ਕੇਂਦਰ ਦੀ ਸਰਕਾਰ ਨਾਲ ਡਿੱਗੂ ਨਾਲ ਸਾਡੀ ਬੀਜੇਪੀ ਦੇ ਵਿੱਚ ਵੀ ਬਗਾਵਤ ਖੜੀ ਹੋਣ ਦੇ ਸੰਕੇਤ ਨੇ ਜਿਹੜੇ ਮਿਲ ਰਹੇ ਨੇ। ਪਤਾ ਇਹ ਲੱਗ ਰਿਹਾ ਹੈਗਾ ਕਿ ਰਾਜਨਾਥ ਸਿੰਘ ਜਿਹੜਾ ਹੈਗਾ ਕਾਨੂੰਨਾਂ ਦੇ ਮਸਲੇ ਦੇ ਉੱਤੇ ਨਰਿੰਦਰ ਮੋਦੀ ਹੋਰਾਂ ਦੇ ਨਾਲ ਨਹੀਂ ਖੜਾ ਔਰ ਉਹ ਕਿਤੇ ਨਾ ਕਿਤੇ ਬੀਜੇਪੀ ਦੇ ਅੰਦਰ ਜਿਹੜੀ ਹੈ ਕੁਝ ਜੀ। ਅਖੀਰ ਦੇ ਵਿੱਚ ਲੋਹੜੀ ਦੀ ਝਾਤ ਹੋਰ ਪਵਾ ਦਿਓ ਫਿਰ। ਲੋਹੜੀ ਪਿੰਡਾਂ ਵਾਂਗੂ ਮਨਾਈ, ਕੀ ਲੰਗਰਾਂ ਦੇ ਵਿੱਚ ਅੱਜ ਰਿੱਝਿਆ ਤੇ ਕਿਸ ਤਰ੍ਹਾਂ ਮਨਾਈ ਤੇ ਹਲੇ ਮਨਾਈ ਜਾ ਰਹੀ ਹੈ, ਹਲੇ ਕਿਹੜਾ ਟਿਕਣਾ ਹੈ। ਹਲੇ ਤਾਂ ਇੱਥੇ ਤੁਸੀਂ ਦੱਸ ਦਿਓ ਕਿ ਸੌਂਦਾ ਦਾ ਕੋਈ ਦੇਖਦੇ ਨਹੀਂ, ਤੁਰੇ ਫਿਰਦੇ ਆ। 11:30 ਵਜੇ ਨੇ ਤੇ ਲੋਹੜੀ ਬਾਰੇ ਅਖੀਰ 'ਚ ਫੇਰ ਦੱਸ ਕੇ ਜਾਓ ਜੀ। ਗੱਲ ਸਾਹਿਬ ਮੈਂ ਤਾਂ ਗੱਲ ਕਰਦਾ ਆਪਣੀ ਥੋੜਾ ਜਿਹਾ ਬਾਹਰ ਨੂੰ ਆਇਆ ਸੀ, ਉੱਥੇ ਤਾਂ ਅਜੇ ਤੱਕ ਸੌਣ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈਗਾ। ਲੋਹੜੀ ਦਾ ਅੱਜ ਸਵੇਰ ਤੋਂ ਮਾਹੌਲ ਜਿਹੜਾ ਹੈਗਾ, ਅੱਜ ਸਵੇਰੇ ਹੀ ਟਰੱਕਾਂ ਦੇ ਟਰੱਕ ਮੂੰਗਫਲੀ, ਟਰੱਕਾਂ ਦੇ ਟਰੱਕ ਜਿਹੜੇ ਨੇ ਉਹ ਰਿਓੜੀਆਂ ਦੇ ਗੱਤਕ ਦੇ ਉਹ ਬਣਨੇ ਸ਼ੁਰੂ ਹੋ ਗਏ ਸੀ। ਉਸ ਤੋਂ ਬਾਅਦ ਗਿੱਲ ਸਾਹਿਬ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਮੈਮੋਰੀਅਲ ਹੈ ਉੱਥੇ ਵੀ ਕਾਫੀ ਇਕੱਠਾ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ। ਦਿੱਲੀ ਦੇ ਵਿੱਚੋਂ ਆਪ ਮੁਹਾਰੇ ਲੋਕ ਕਾਰਾਂ ਲੈ ਕੇ ਪਹੁੰਚ ਗਏ ਸੀਗੇ। ਉਸ ਤੋਂ ਬਾਅਦ ਸ਼ਾਮ ਦਾ ਪ੍ਰੋਗਰਾਮ ਵੀ ਉੱਥੇ ਸੀਗਾ ਦਿੱਲੀ ਦੀ ਸਰਕਾਰ ਦੇ ਵੱਲੋਂ। ਔਰ ਇੱਧਰ ਵੀ ਸਟੇਜ ਦੇ ਉੱਤੇ ਵੀ ਅੱਜ ਗਾਇਕ ਕਾਫੀ ਆਏ, ਜਿਵੇਂ ਪਹਿਲਾਂ ਮਾਨ ਹੋਰੀ ਆਏ, ਬੱਬੂ ਮਾਨ ਹੋਰੀ ਆਏ, ਹੋਰ ਵੀ ਕਾਫੀ ਗਾਇਕ ਨੇ ਜਿਹੜੇ ਪੰਜਾਬ ਦੇ ਉਹ ਇੱਥੇ ਆਏ। ਔਰ ਸ਼ਾਮ ਨੂੰ ਸਟੇਜ ਖਤਮ ਹੋਣ ਤੋਂ ਬਾਅਦ ਯੂਨੀਵਰਸਿਟੀ ਦੀਆਂ ਕੁੜੀਆਂ ਨੇ, ਇਸ ਤੋਂ ਇਲਾਵਾ ਇੱਥੇ ਜਿਹੜੇ ਹੋਰ ਵੱਖ-ਵੱਖ ਵਿਦਿਆਰਥੀ ਨੌਜਵਾਨ ਮੁੰਡੇ ਕੁੜੀਆਂ ਆਏ ਹੋਏ ਨੇ, ਉਹਨਾਂ ਨੇ ਥਾਂ ਦੇ ਉੱਤੇ ਜਿਹੜਾ ਉਹ ਬੋਲੀਆਂ ਪਾਈਆਂ ਔਰ ਕਾਫੀ ਜ਼ਿਆਦਾ ਗਿੱਲ ਸਾਹਿਬ ਜਿਹੜਾ ਇਸ ਰੂਪ ਦੀਆਂ ਬੋਲੀਆਂ ਪਾਈਆਂ ਵੀ ਜਿਹੜੀਆਂ ਬੋਲੀਆਂ ਨਰਿੰਦਰ ਮੋਦੀ ਦੇ ਖਿਲਾਫ ਸੀਗੀਆਂ। ਔਰ ਨਵੀਆਂ ਦੇਖੋ ਕ੍ਰੀਏਟੀਵਿਟੀ, ਹੁਣ ਨਵੀਆਂ ਬੋਲੀਆਂ ਬਣ ਗਈਆਂ, ਨਵੇਂ ਗੀਤ ਬਣ ਗਏ, ਨਵਾਂ ਸੱਭਿਆਚਾਰ ਮਤਲਬ ਸਾਡਾ ਜਿਹੜਾ ਉਹ ਸਿਰਜਿਆ ਜਾ ਰਿਹਾ ਹੈਗਾ। ਉਹ ਹੁਣ ਇੱਥੇ ਗਿੱਲ ਸਾਹਿਬ ਸਾਰਿਆਂ ਨੂੰ ਜਦੋਂ ਰਿਓੜੀਆਂ ਵੰਡ ਰਹੇ ਨੇ, ਮੂੰਗਫਲੀ ਵੰਡ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਟਰੈਕਟਰਾਂ ਦੇ ਉੱਤੇ ਡੈਕ ਵੱਜਣੇ ਸ਼ੁਰੂ ਹੋ ਗਏ। ਹਾਲਾਂਕਿ ਸਟੇਜ ਤੋਂ ਕਿਹਾ ਸੀਗਾ ਕਿ ਡੈਕ ਨਹੀਂ ਵਜਾਉਣੇ, ਪਰ ਆਪਾਂ ਨੂੰ ਪਤਾ ਗਾ ਕਿ ਜਦੋਂ ਪੰਜਾਬੀ ਦੀ ਕੋਈ ਖੁਸ਼ੀ ਹੁੰਦੀ ਹੈ ਤਾਂ ਖੁਸ਼ੀ ਤਾਂ ਫਿਰ ਖੁਸ਼ੀ ਦੇ ਤੌਰ ਦੇ ਉੱਤੇ ਸਾਂਝੀ ਕਰਦੇ ਹੀ ਨੇ ਪੰਜਾਬੀ ਮੁੰਡੇ। ਔਰ ਇਸ ਤਰ੍ਹਾਂ ਪੰਜਾਬ ਦੀ ਜਵਾਨੀ ਆਈ ਹੋਈ ਹੈ ਤੇ ਡੈਕ ਲਾਏ ਹੋਏ ਨੇ ਗਿੱਲ ਸਾਹਿਬ ਥਾਂ ਦੇ ਉੱਤੇ, ਜਿਹੜਾ ਉਹ ਬੋਲੀਆਂ ਵੀ ਪੈ ਰਹੀਆਂ, ਗਿੱਧਾ ਵੀ ਪੈ ਰਿਹਾ, ਨੱਚ ਵੀ ਰਹੇ ਨੇ ਨੌਜਵਾਨ ਮੁੰਡੇ। ਔਰ ਪੂਰਾ ਲੋਹੜੀ ਦਾ ਜਿਹੜਾ ਇੱਥੇ ਤਿਉਹਾਰ ਆ ਉਹ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੇ ਜਿਹੜੀਆਂ ਉਹਨਾਂ ਨੂੰ ਅੱਗ ਲਾ ਕੇ ਸਾੜਿਆ ਗਿਆ ਗਾ ਔਰ ਆ ਕੇ ਉੱਤੇ ਇਹ ਕਿਹਾ ਗਿਆ ਕਿ ਖੇਤੀ ਕਾਨੂੰਨ ਨੇ ਜਿਹੜੇ ਉਹ ਅਸੀਂ ਇਸ ਅੱਗ ਦੇ ਵਿੱਚ ਜਿਹੜਾ ਉਹ ਕਰ ਰਹੇ ਹੈ। ਤੇ ਬਾਕੀ ਸਾਰਿਆਂ ਨੂੰ ਵੀ ਸੱਦਾ ਦਿੱਤਾ ਗਿਆ ਹੈਗਾ, ਤੁਹਾਡੇ ਵੀ ਲੋਹੜੀ ਹੈ ਗਿੱਲ ਸਾਹਿਬ। ਔਰ ਹਰ ਕਿਤੇ ਜਿੱਥੇ ਕਿਤੇ ਅਸੀਂ ਸੱਦਾ ਦੇਵਾਂਗੇ ਪੰਜਾਬੀ ਭਾਈਚਾਰੇ ਨੂੰ ਵੀ, ਜਿੱਥੇ ਕਿਤੇ ਵੀ ਤੁਸੀਂ ਇਕੱਠੇ ਹੁੰਦੇ ਹੋ ਲੋਹੜੀ ਬਾਲਦੇ ਹੋ, ਖੇਤੀ ਕਾਨੂੰਨਾਂ ਨੂੰ ਪ੍ਰਿੰਟ ਆਊਟ ਕੱਢੋ, ਫੋਟੋ ਸਟੇਟ ਕਰਾਓ ਕਰਕੇ ਜਾਂ ਉਵੇਂ ਜਿਵੇਂ ਪ੍ਰਿੰਟ ਆਊਟ ਜਾਂ ਫੋਟੋ ਸਟੇਟ ਉਹਨੂੰ ਜ਼ਰੂਰ ਧੂਈ ਦੇ ਉੱਤੇ ਜਿਹੜਾ ਉਹ ਫੂਕੋ ਔਰ ਉਹਦੀ ਵੀਡੀਓ 1 ਮਿੰਟ ਦੀ ਬਣਾ ਕੇ ਜ਼ਰੂਰ ਵਾਇਰਲ ਕਰੋ। ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਤਸਵੀਰਾਂ ਖਿੱਚ ਸਕਦੇ ਹੋ, ਤਸਵੀਰਾਂ ਪਾਓ ਤਾਂ ਕਿ ਪੂਰੀ ਦੁਨੀਆ ਦੇ ਵਿੱਚੋਂ ਇਹ ਪਤਾ ਲੱਗੇ ਕਿ ਲੋਹੜੀ ਦੇ ਤਿਉਹਾਰ ਦੇ ਮੌਕੇ ਦੇ ਉੱਤੇ ਵੀ ਜਿਹੜੇ ਉਹ ਖੇਤੀ ਕਾਨੂੰਨਾਂ ਦੀ ਗੱਲ ਹੋਈ, ਲੋਹੜੀ ਦੇ ਤਿਉਹਾਰ ਦੇ ਮੌਕੇ ਦੇ ਉੱਤੇ ਵੀ ਪੰਜਾਬੀ ਤਿਉਹਾਰ ਮਨਾਉਂਦੇ ਹੋਏ ਵੀ ਜਿਹੜਾ ਉਹ ਖੇਤੀ ਕਾਨੂੰਨਾਂ ਨੂੰ ਨਹੀਂ ਭੁੱਲੇ। ਕਿਉਂਕਿ ਜਿਵੇਂ ਗਿੱਲ ਸਾਹਿਬ ਹੁਣ ਜਿਹੜੇ ਤਿਉਹਾਰ ਆ ਰਹੇ, ਜੇ ਦੁਸਹਿਰਾ ਆਇਆ ਤਾਂ ਉੱਥੇ ਵੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ, ਉਸ ਤੋਂ ਬਾਅਦ ਦੀਵਾਲੀ ਆਈ ਉੱਥੇ ਵੀ ਨਰਿੰਦਰ ਮੋਦੀ ਦੀ ਗੱਲ ਹੋਈ, ਉਸ ਤੋਂ ਬਾਅਦ ਵੀ ਜੇ ਵਿਆਹ ਰਹੇ ਨੇ ਉੱਥੇ ਵੀ ਗੱਲ ਹੋ ਰਹੀ ਹੈ, ਜੇ ਭੋਗ ਆ ਰਹੇ ਨੇ ਉੱਥੇ ਵੀ ਗੱਲ ਹੋ ਰਹੀ ਹੈ, ਜੇ ਹੁਣ ਲੋਹੜੀ ਆਈ ਹੈ ਇੱਥੇ ਵੀ ਗੱਲ ਹੋਈ ਹੈ। ਔਰ ਕਿਸਾਨ ਤਾਂ ਕਹਿੰਦੇ ਵੀ ਕੋਈ ਚੱਕਰ ਨਹੀਂ, ਉਹਦੇ ਤੋਂ ਬਾਅਦ ਸ਼ੁਰੂ ਕਰ ਦਿਆਂਗੇ। ਕੀ ਗੱਲ ਸਾਹਿਬ, ਧੰਨਵਾਦ ਬਹੁਤ ਬਹੁਤ ਤੇ ਆਪਣਾ ਖਿਆਲ ਰੱਖਣਾ
ਤੇ ਤੁਸੀਂ ਉੱਥੋਂ ਲਾਈਵ ਕੀਤਾ ਹੈ, ਦੱਸਿਆ ਸਾਰਾ ਕੁਛ, ਹਾਲਾਤ ਦੱਸੇ ਨੇ। ਮੈਂ ਚਾਹੁੰਦਾ ਕਿ ਇਹ ਲੀਡਰਾਂ ਦੇ ਜਿਹੜੀ ਬਦਲ ਰਹੀ ਜਿਹੜੀ ਤਰਜ਼ ਹੈ, ਇਹਦਾ ਪਲੀਜ਼ ਇਹਦੇ 'ਤੇ ਖਿਆਲ ਰੱਖਿਓ ਜ਼ਰੂਰ। ਇਹ ਮੈਂ ਚਾਹੁੰਦਾ ਵੀ ਇਹ ਕਿਤੇ ਇਹਦੇ 'ਤੇ ਪਹਿਰਾ ਹੀ ਦੇਣ ਦੀ ਗੱਲ ਹੈ ਨਵਕਿਰਨ। ਹੁਣ ਬਸ ਗੱਲ ਇਹ ਹੈ, ਇਹਨਾਂ ਦਾ ਕੁਛ ਨਹੀਂ ਪਤਾ, ਇਹ ਹੁੰਦਾ ਆਇਆ। ਅਗਲਾ ਕਹਿੰਦਾ ਸਾਰੀ ਜ਼ਿੰਦਗੀ ਲਾਤੀ, ਚੱਲ ਹੁਣ ਕੁਛ ਨੇੜੇ ਲੱਗ ਜੇ ਕਿਸੇ ਚੀਜ਼ ਦੇ। ਇਹ ਇਹਨਾਂ ਦੀ ਤਰਜ਼ ਦੇਖੋ। ਇੱਕ ਮੈਂ ਗੱਲ ਜ਼ਰੂਰ ਕਹਿਣਾ ਕਿ ਲੀਡਰਾਂ ਦੇ ਤੌਰ 'ਤੇ ਕੱਲ੍ਹ ਨੂੰ ਉੱਥੇ ਕੋਈ ਗੜਬੜ ਹੁੰਦੀ ਆ, ਸੱਟ ਪੇਟ ਲੱਗਦੀ ਆ, ਤਾਂ ਵੀ ਲੀਡਰਾਂ ਦੇ ਮੋਢਿਆਂ 'ਤੇ ਆਉਣਾ। ਆਪਣੀ ਜਗ੍ਹਾ ਜੀ ਸਾਫ਼ ਕਰਨ ਲਈ ਤਾਂ ਉਹ ਗੱਲ ਜਿਹੜੀ ਕਹਿ ਰਹੇ ਨੇ ਉਹ ਠੀਕ ਆ, ਉਹ ਤਾਂ ਮੈਂ ਮੰਨਦਾ। ਪਰ ਜੇ ਤਰਜ਼ ਇਹ ਵਿਗੜੀ ਹੈ ਕਿ ਤਿਆਰੀ ਕੀਤੇ ਹੋਏ ਲੋਕਾਂ ਨੂੰ ਡਿਸਕਰੇਜ ਕਰਕੇ ਉਹਨਾਂ ਨੂੰ ਘਰੇ ਬਿਠਾਉਣਾ, ਫਿਰ ਮਾੜੀ ਹੈ। ਧੰਨਵਾਦ, ਤੇ ਆਪਾਂ ਗੱਲਬਾਤ ਕਰਦੇ ਰਹਾਂਗੇ। ਸ਼ੁਕਰੀਆ ਗਿੱਲ ਸਾਹਿਬ। ਇਸ ਵਿਸ਼ੇ ਦੇ ਉੱਤੇ ਆਪਾਂ ਬਾਅਦ ਦੇ ਵਿੱਚ ਵੀ ਗੱਲਬਾਤ ਆ ਜਿਹੜੀ ਲਗਾਤਾਰ ਕਰਦੇ ਰਹਾਂਗੇ। ਲਗਾਤਾਰ ਅਪਡੇਟ ਆ ਜਿਹੜੀ ਉਹ ਆਪਣੇ ਕੋਲੇ ਆ ਰਹੀ ਹੈ, ਕਿਉਂਕਿ ਇਹ ਵੀ ਪਤਾ ਲੱਗ ਗਿਆ ਕਿ ਇਸ ਵਿਸ਼ੇ ਦੇ ਵਿੱਚ ਸਾਰੇ ਕਿਸਾਨ ਆਗੂ ਨਹੀਂ। ਔਰ ਜੇ ਅੱਜ ਮੀਟਿੰਗ ਹੋਈ ਸੀ 40 ਜਥੇਬੰਦੀਆਂ ਦੀ, ਮੈਂ ਬਕਾਇਦਾ ਉਹ ਮੀਟਿੰਗ ਦੇਖੀ ਹੋਗੀ, ਔਰ ਮੀਟਿੰਗ ਦੇ ਵਿੱਚ ਕੋਈ ਡਿਸੀਜਨ ਨਹੀਂ ਹੋਇਆ। ਇਹ ਵੀ ਇੱਕ ਵੱਡੀ ਪ੍ਰਾਪਤੀ ਮੈਂ ਕਹੂੰਗਾ। ਇਹ ਨਹੀਂ ਹੈ ਕਿ ਬਹੁਤ ਸਾਰੇ ਸਵਾਲ ਉੱਠ ਸਕਦੇ ਨੇ ਵੀ ਇਹਨਾਂ ਦੀ ਇਕਜੁੱਟਤਾ ਨਹੀਂ, ਇੱਕ ਮੁੱਠਤਾ ਹੈ, ਪਰ ਕੋਈ ਡਿਸੀਜਨ ਨਹੀਂ ਹੋਇਆ। ਇਹ ਵੀ ਵੱਡੀ ਗੱਲ ਹੈ, ਵੱਡੀ ਪ੍ਰਾਪਤੀ ਕਹਿ ਸਕਦੇ ਹਾਂ ਕਿ ਉੱਥੇ ਵਿਚਾਰ ਨੇ ਅਲੱਗ-ਅਲੱਗ 100 ਵਿਚਾਰ ਭਿੜ ਰਹੇ ਨੇ ਉੱਥੇ, ਔਰ ਵਿਚਾਰਾਂ ਤੋਂ ਬਾਅਦ ਡਿਸਕਸ ਹੋ ਕੇ ਮਸਲਾ ਜਿਹੜਾ ਉਹ ਅੱਗੇ ਵਧੂਗਾ। ਧੰਨਵਾਦ। ਸ਼ੁਭ ਸ਼ਾਮਾਂ, ਧੂਣੀ ਸੇਕੋ, ਮੂੰਗਫਲੀ ਛਕੋ, ਤੇ ਹੁਣ ਤੁਸੀਂ ਡਿਊਟੀ ਤੋਂ ਆਫ ਹੋ, ਆਨੰਦ ਕਰੋ। ਥੈਂਕ ਯੂ। ਸ਼ੁਕਰੀਆ ਗਿੱਲ ਸਾਹਿਬ। ਧੰਨਵਾਦ। ਨਵਕਿਰਨ ਸਿੰਘ ਪੱਤੀ ਸਿੰਘੂ ਬਾਰਡਰ ਤੋਂ ਗੱਲਬਾਤ ਕਰ ਰਹੇ ਸੀ। ਵਪਾਰਕ ਸੰਦੇਸ਼ ਉਸ ਤੋਂ ਬਾਅਦ ਆ ਕੇ ਤੁਸੀਂ ਵੀ ਆਪਣੇ ਕੋਲ 5-4 ਮਿੰਟ ਹੋਣਗੇ। ਖਬਰਾਂ ਤੋਂ ਪਹਿਲਾਂ 1-2 ਕਾਲਰਸ ਮੈਂ ਲਵਾਂਗਾ। ਮਿੰਟ ਨੇ 6 ਤੇ ਕਾਲਰ ਨੇ 5। ਖਬਰਾਂ ਤੋਂ ਪਹਿਲਾਂ ਸਾਰੇ ਸ਼ਾਮਲ ਕਰਨੇ ਨੇ ਮੈਂ। ਸੰਖੇਪ ਰੱਖਿਓ ਪਲੀਜ਼। ਸਰ ਕਸ਼ਮੀਰ ਸਿੰਘ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਮਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਸੌਰੀ ਭਾਈ ਜੀ, ਮਿਹਣੇ ਦੇਈ ਜਾਂਦੇ ਹੋ ਸਵੇਰੇ ਹੀ। ਨਹੀਂ ਸੌਰੀ ਜੀ, ਮੈਂ ਤੁਹਾਡੇ ਕਹਿੰਦੇ ਗਿਰਦਾ ਗੱਲ ਏਦਾਂ ਗਿਰਦਾ ਏਦਾਂ ਹੀ ਜਿਹੜੀ ਆਪਾਂ ਗੱਲ ਕਰਦੇ ਆ। ਇੱਕ ਹੋਰ ਦੇਖੋ, ਮਿਲਟਰੀ ਵਾਲੇ ਕੱਲ ਮੈਂ ਤੁਹਾਨੂੰ ਮੂਵੀ ਪਾਊਂਗਾ। 45 ਬੰਦੇ ਜਿਹੜੇ ਆ ਉੱਥੋਂ ਛੁੱਟੀ ਲੈ ਕੇ ਦੱਸਣ ਆਏ ਹੋ ਵੀ ਅਸੀਂ ਨਹੀਂ ਤੁਹਾਡੇ, ਜੇ ਤੁਹਾਨੂੰ ਕਿਤੇ ਲੋੜ ਪਈ ਤਾਂ ਅਸੀਂ ਤੁਹਾਡੇ ਤੇ ਅਟੈਕ ਨਹੀਂ ਕਰਨਾ। ਤਾਂ 45 ਬੰਦੇ ਆ ਸ਼ਰੇ, ਇੱਕ ਬੰਦਾ ਸਾਰਾ ਸਰਦਾਰ ਆ, ਸਾਰਾ ਕੁਝ ਦੱਸਦਾ ਮੋਹਰੇ ਹੋ ਕੇ। ਗਿਰਦਾ ਵੀ ਜਿਹੜੀ ਇੱਕ ਹੋਰ ਗੱਲ ਕਰਦੇ ਬੀਜੇਪੀ ਦੀ, ਮੈਨੂੰ ਤਾਂ ਅੱਜ 10 ਦਿਨ ਹੋ ਗਏ 15 ਦੇ, ਜਿਹੜੀ ਓਮਾ ਭਾਰਤੀ ਆ ਉਹ ਖੁੱਲ ਕੇ ਬੋਲੀ ਜਾਂਦੀ ਆ ਮੋਦੀ ਦੇ ਖਿਲਾਫ। ਤਾਂ ਇਹਦੇ ਕਰਕੇ ਬਾਕੀ ਗਿਰਦਾ ਤੁਸੀਂ ਇਹਦਾ ਟਾਕ ਸ਼ੋ ਕਰਦੇ। ਗੱਲ ਤਾਂ ਉਹ ਤੁਸੀਂ ਕਹਿੰਦੇ ਟਾਈਮ ਥੋੜਾ ਆ, ਗੱਲ ਤੁਹਾਡੀ ਤੁਸੀਂ ਟਾਕ ਸ਼ੋ ਕਰਦੇ ਬਹੁਤ ਵਧੀਆ ਕਿ ਘੰਟੇ ਦਾ ਕਰੋ ਟਾਕ ਸ਼ੋ, ਤੇ ਕਰਕੇ ਤਾਂ ਥੋੜੀ ਗੱਲ ਹੁਣ ਆਪਾਂ ਗੱਲ ਵੀ ਕਰਨੀ ਹੁੰਦੀ ਜ਼ਰੂਰ ਕਰੋ। ਕੋਈ ਨਾ, ਅਗਲੇ ਘੰਟੇ 'ਚ ਕਰ ਲਿਓ ਬਾਈ ਜੀ ਗੱਲ, ਅਗਲੇ ਘੰਟੇ 'ਚ ਕਰ ਲਿਓ। ਸਰ ਜਸਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਗਿੱਲ ਸਾਹਿਬ, ਮੈਂ ਇੱਕ ਜਿੱਥੋਂ ਤੱਕ ਮੇਰੀ ਸੋਚ ਆ ਕਿ ਰਾਜੇਵਾਲ ਸਾਹਿਬ ਦੀ ਇੰਟੈਗ੍ਰਿਟੀ ਤੇ ਆਪਾਂ ਨੂੰ ਡਾਊਟ ਨਹੀਂ ਹੋਣਾ ਚਾਹੀਦਾ। ਇਜ਼ ਅ ਵੈਰੀ ਗੁੱਡ ਡਿਗਨਿਟੀ, ਲੀਡਰ ਆਫ ਡਿਗਨਿਟੀ। ਤੇ ਅਮਰਧਾਰੀ ਸਿੰਘ ਨੇ ਵਿਚਾਰ ਚੰਗੇ ਰੱਖਦੇ ਨੇ, ਉਹ ਬੋਲਣ ਵਾਲੇ ਨਹੀਂ ਹੈਗੇ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਜੇ ਅਸੀਂ ਹਿੰਸਕ ਹੋ ਗਏ ਤੇ ਫਿਰ ਤੇ ਸਰਕਾਰ ਨੂੰ ਮੌਕਾ ਮਿਲੇਗਾ ਸੁਪਰੀਮ ਕੋਰਟ ਨੂੰ। ਬਿਲਕੁਲ ਜੀ, ਮੈਂ ਉਹ ਵੀ ਕਲੀਅਰ ਕੀਤੀ ਹੈ। ਕਾਗਜ਼ੀਅਤ ਲੈ ਕੇ ਕਹੇਗੀ ਕਿ ਹਿੰਸਕ ਹੋ ਗਏ ਨੇ, ਫਿਰ ਸਾਡਾ ਅੰਦੋਲਨ ਸਾਨੂੰ ਫੋਰਸ ਕਰ ਸਕਦੇ ਇੱਥੋਂ ਉਠਾਉਣ ਲਈ ਜਾਂ ਸਾਨੂੰ ਵਾਪਸ ਭੇਜਣ ਲਈ। ਆਹ ਗੱਲ ਆ, ਅਦਰਵਾਈਜ਼ ਉਹਨਾਂ ਦੀ ਇੰਟੈਗ੍ਰਿਟੀ ਤੇ ਡਾਊਟ ਨਹੀਂ ਆਪਾਂ ਕਰ ਸਕਦੇ। ਠੀਕ ਆ ਬਾਈ ਜੀ, ਦੋਨੇ ਖਬਰਾਂ ਮੈਂ ਦਿੱਤੀਆਂ ਵੀ ਹੋ ਸਕਦਾ ਲੀਡਰ ਦੇ ਤੌਰ ਤੇ ਉਹਨਾਂ ਨੇ ਸੇਫਟੀ ਲਈ ਹੋਵੇ। ਸਰ ਮੁਕੰਦ ਸਿੰਘ ਗਿੱਲ ਜੀ, ਲਾਈਨ ਨੰਬਰ 3। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਗਿੱਲ ਸਾਹਿਬ, ਮੈਂ ਇੱਕ ਤਾਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਰਾਜੇਵਾਲ ਦੀ ਸਾਰੀ ਸਪੀਚ ਸੁਣੀ ਹੈ ਮੈਂ। ਅੱਛਾ, ਬਹੁਤ ਹੀ ਵਧੀਆ ਸਪੀਚ ਸੀ। ਠੀਕ ਹੈ। ਇਹ ਦੇਖੋ, ਉਹਨਾਂ ਨੇ ਇਹੀ ਕਿਹਾ ਕੋਈ ਤਾਂ ਨਵੀਆਂ ਜਿਹੜੀਆਂ ਸਰਕਾਰ ਚਾਹੁੰਦੀ ਹੈ, ਕੋਈ ਕਹਿੰਦਾ ਜੀ 45 ਮਿਲਟਰੀ ਅਫਸਰ ਆ ਗਏ, ਬਿਲਕੁਲ ਝੂਠੀ ਖਬਰ ਆ ਉਹ। ਠੀਕ ਹੈ ਜੀ। ਕੋਈ ਇਹ ਕਹਿੰਦਾ ਕਿ ਅਸੀਂ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰਾਂਗੇ ਜਾ ਕੇ। ਹਾਂ, ਉਹ ਵੀ ਗਲਤ ਹੈ। ਅੱਛਾ, ਮੈਂ ਉਹ ਕਹਿੰਦਾ ਵੀ ਇਹ ਸਾਰੀਆਂ ਜਿਹੜੀਆਂ ਗੱਲਾਂ ਇਹ ਜਿਵੇਂ ਅੱਗੇ ਸੁਪਰੀਮ ਕੋਰਟ 'ਚ ਪਾਇਆ ਹੋਇਆ ਕਿ ਇਹ ਤੇ ਪਾਬੰਦੀ ਲਈ ਜਾਵੇ, ਇਹ ਸਾਰੀਆਂ ਗੱਲਾਂ ਜਦੋਂ ਉੱਥੇ ਸੁਪਰੀਮ ਕੋਰਟ 'ਚ ਇਕੱਠੀਆਂ ਕੀਤੀਆਂ ਤੇ ਉਹਨਾਂ ਨੇ ਇਹ ਕਹਿਣਾ ਕਿ ਇਹ ਦਿੱਲੀ ਦੇ ਲਾਲ ਕਿਲੇ ਦੇ ਕਬਜ਼ਾ ਕਰਨ ਨੂੰ ਫਿਰਦੇ ਆ। ਬਿਲਕੁਲ ਠੀਕ ਹੈ, ਇਹ ਗੱਲ ਤੁਹਾਡੀ ਠੀਕ ਹੈ। ਜੋ ਮੈਂ ਇਹ ਕਹਿੰਦਾ, ਜੋ ਨੇ ਕਿਹਾ ਠੀਕ ਹੈ। ਗਿੱਲ ਸਾਹਿਬ, ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਕਿ ਜਿਵੇਂ ਹੁਣ ਤੱਕ ਸ਼ਾਂਤੀ ਰੱਖੀ ਆ, ਜੇ ਕੋਈ ਘਬਰਾਹਟ ਲਿਆਉਂਦਾ ਨੌਜਵਾਨ ਮੁੰਡਿਆਂ ਨੂੰ ਕਾਬੂ ਕਰਨਾ ਚਾਹੀਦਾ, ਲੀਡਰ 'ਚ ਕੋਈ ਨੁਕਸ ਨਹੀਂ। ਸਾਨੂੰ ਮੋਰਚੇ ਨੂੰ ਜਿੰਨਾ ਸ਼ਾਂਤਮਈ ਰੱਖਾਂਗੇ, ਜੇ ਕਿਤੇ ਵੀ ਗੜਬੜ ਕਰਨ ਦੀ ਕੋਸ਼ਿਸ਼ ਆ ਗਈ, ਸਰਕਾਰ ਚਾਹੁੰਦੀ ਆ, ਉਸ ਤੋਂ ਬਾਅਦ ਉਹਨਾਂ ਨੂੰ ਸਖਤੀ ਕਰਨ ਦਾ ਮੌਕਾ ਮਿਲੂਗਾ।
ਤੇ ਸਖਤੀ ਦੇ ਵਿੱਚ ਨੁਕਸਾਨ ਸਾਡੇ ਕਿਸਾਨ ਭਰਾਵਾਂ ਦਾ ਹੋਣਾ ਹੈ, ਸਰਕਾਰਾਂ ਦਾ ਨੁਕਸਾਨ ਬਿਲਕੁਲ ਨਹੀਂ ਹੋਣਾ। ਸੋ ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਆਪਾਂ ਸਾਰੇ ਇਹ ਵੀ ਕਹੀਏ ਕਿ ਕਿਸੇ ਵੀ ਜੇ ਫਰਜ਼ ਕੀਤਾ ਸਰਕਾਰ ਪਾਬੰਦੀ ਵੀ ਲਾ ਦਿੰਦੀ ਹੈ ਤੇ ਸਾਨੂੰ ਧੱਕੇ ਨਾਲ 26 ਜਨਵਰੀ ਦਾ ਨਹੀਂ ਕਰਨਾ ਚਾਹੀਦਾ। ਮੋਰਚਾ ਜਾਰੀ ਰੱਖੋ, ਇਹਨੂੰ ਹੋਰ ਕਿਸੇ ਢੰਗ ਨਾਲ ਬਦਲਿਆ ਜਾ ਸਕਦਾ ਹੈ। ਲੀਡਰਾਂ ਤੇ ਯਕੀਨ ਰੱਖੋ ਤੇ ਸ਼ਾਂਤਮਈ ਰੱਖੋ। ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਗਿੱਲ ਸਾਹਿਬ। ਸਰ ਭੁਲਿੰਦਰਪਾਲ ਸਿੰਘ, ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਗੱਲ ਸ੍ਰੀ ਇਹ ਆ ਅਕਾਲ ਵੀ ਜਦੋਂ ਹਮਲਾ ਹੋਇਆ ਹਰਿਆਣੇ 'ਚ ਚੜੂਨੀ ਸਾਹਿਬ ਦੇ ਬੰਦੇ ਸੀ, ਉਹਨਾਂ ਨੇ ਆਪਦੇ ਉਸ ਚੀਜ਼ ਨੂੰ ਟੈਕਲ ਕਰਨਾ ਸੀ, ਉਹਨਾਂ ਨੇ ਕੀਤਾ। ਉਹਨਾਂ ਦਾ ਬਿਆਨ ਨੂੰ ਦੇਖਦੇ ਹੋਏ ਮੀਡੀਆ ਵਿੱਚ ਉਹ ਬਹੁਤ ਜ਼ਿਆਦਾ ਹਾਈਲਾਈਟ ਹੋ ਗਏ, ਵਾਹ ਹੋ ਗਈ। ਸਾਡਾ ਨੌਜਵਾਨ ਭਾਲਦਾ ਇਹੋ ਜਿਹਾ ਲੀਡਰ ਉੱਤੇ। ਉਹ ਆਪਸ ਵਿੱਚ ਹੋ ਸਕਦਾ ਕਿਸਾਨਾਂ ਦੀ ਆਪਸ ਵਿੱਚ ਹੋਵੇ ਵੀ ਇਹ ਤਾਂ ਕੱਦ ਉੱਪਰ ਹੋ ਗਿਆ, ਨੀਵਾਂ ਹੋ ਗਿਆ। ਰਾਜੇਵਾਲ ਸਾਹਿਬ ਨਾਲ ਅਸੀਂ ਪਹਿਲਾਂ ਵੀ ਸੀ, ਹੁਣ ਵੀ ਆ, ਪਰ ਉਹਨਾਂ ਨੂੰ ਚੌਰਾ ਉਹ ਬਲਕੌਰਾ ਕਿਉਂ ਨਹੀਂ ਦਿਖਦਾ ਜਿਹੜਾ ਸਾਡੇ ਧਰਮ ਉੱਤੇ ਕਰਦਾ। ਉਹ ਜਿਹੜਾ ਉਹ ਅਗਰਾਹਾਂ ਵਾਲਿਆਂ ਦਾ ਕਹਿੰਦਾ ਵੀ ਅਸੀਂ ਤਾਂ ਦਾਰੂ ਪੀਣ ਭਾਈ ਸਾਹਿਬ, ਉੱਥੇ ਕਿਉਂ ਨਹੀਂ ਰਾਜੇਵਾਲ ਸਾਹਿਬ ਬੋਲਦੇ? ਸਾਨੂੰ ਕੋਈ ਤਕਲੀਫ ਨਹੀਂ ਹੈਗੀ ਕਿਸੇ ਤੋਂ, ਠੀਕ ਆ ਨਾ। ਰਾਜੇਵਾਲ ਸਾਹਿਬ ਜੇ ਇਮਾਨਦਾਰ ਆ ਤਾਂ ਠੀਕ ਆ, ਪਰ ਇਮਾਨਦਾਰੀ ਉੱਧਰ ਵੀ ਦਿਖਾਉਣ। ਸਾਨੂੰ ਇਹ ਪ੍ਰੋਬਲਮ ਆ ਰਹੂਗੀ, ਅਸੀਂ ਇੱਥੇ ਆਵਾਜ਼ ਬੁਲੰਦ ਕਰਾਂਗੇ, ਵਿਰੋਧ ਵੀ ਕਰਾਂਗੇ। ਧੰਨਵਾਦ। ਬਿਲਕੁਲ। ਉਹ ਸ਼ਰਾਬ ਪੀਣ ਵਾਲਿਆਂ ਨੂੰ ਝੰਡਾ ਸਿੰਘ ਜੇਠੂਗੇ ਕਹਿੰਦਾ ਅਸੀਂ ਭਾਈ ਸਾਹਿਬ ਕਹਿੰਦੇ ਆ, ਉਦਣ ਵੀ ਰਾਜੇਵਾਲ ਦੇਖੇ ਨਾ। ਫਿਰ ਸਰ ਪਵਿੱਤਰ ਸਿੰਘ ਦੁਸਾਂਝ, ਲਾਈਨ ਨੰਬਰ 1। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਹਾਂਜੀ ਬਾਈ ਜੀ, ਗੱਲ ਪਹਿਲਾਂ ਇਹ ਆ ਵੀ ਇਹ ਤਾਂ ਜਿਹੜਾ ਹੁਣ ਕਿਸਾਨੀ ਦਾ ਮਸਲਾ ਆ ਜੀ ਦੁਸਾਂਝ ਸਾਹਿਬ, ਕਿਉਂਕਿ ਇਹ ਸਾਰੇ ਹਿੰਦੁਸਤਾਨ ਦਾ ਮਸਲਾ। ਜਿਹੜੀਆਂ ਤਾਂ ਜਥੇਬੰਦੀਆਂ ਆ ਬਹੁਤ ਵਧੀਆ ਕੰਮ ਕਰ ਰਹੀਆਂ। ਇਹ ਜਿਹੜਾ ਅੰਦੋਲਨ ਆ ਤਾਂ ਕਾਮਯਾਬ ਰਹਿਣਾ। ਜਥੇਬੰਦੀਆਂ ਤੇ ਜਿਹੜਾ ਵੀ ਬੰਦਾ ਉਂਗਲੀ ਚੱਕਦਾ ਆ ਉਹ ਗਲਤ ਆ। ਜਥੇਬੰਦੀਆਂ ਦਾ ਸਾਥ ਦੇਣਗੇ, ਇਹ ਜਿੱਤੇ ਹੀ ਪਏ ਆ। ਗੌਰਮੈਂਟ ਹਿੱਲੀ ਆ। ਜੇ ਜਥੇਬੰਦੀਆਂ ਦੇ ਵਿੱਚ ਕੈਂਤੂ ਪ੍ਰੈਂਤੂ ਕੋਈ ਕਰਦਾ ਆ, ਉਹਦਾ ਮੀਨਸ ਉਹ ਬੰਦਾ ਜਥੇਬੰਦੀਆਂ ਦੇ ਅਗੇਂਸਟ ਕੋਈ ਨਾ ਕੋਈ ਉਹਦਾ ਅੰਦਰ ਕੋਈ ਚੀਜ਼ ਆ ਜਿੱਦਾਂ। ਕਿਉਂਕਿ ਜਥੇਬੰਦੀਆਂ ਜਿਹੜੀਆਂ ਦੇਖੋ ਅੱਜ ਦਾ ਨਹੀਂ ਇਹ ਅੰਦੋਲਨ ਚੱਲਿਆ, ਇਹ ਅਪ੍ਰੈਲ ਮਈ ਦਾ ਪਿਛਲੇ ਸਾਲ ਦਾ ਉਹਨਾਂ ਨੇ ਸ਼ੁਰੂ ਕੀਤਾ ਤੇ ਇੱਥੇ ਤੱਕ ਲੈ ਕੇ ਆਂਦਾ। ਹੁਣ ਜਿਹੜੇ ਬਾਕੀ ਮਸਲੇ ਆ ਜੇ ਉਹ ਵੀ ਵਿੱਚ ਘਸੋੜੀ ਜਾਓਗੇ, ਇਹ ਕੁਛ ਰਲ ਗੱਡ ਜਿਹਾ ਬਣ ਜਾਣਾ। ਜਿਹੜਾ ਹੁਣ ਕਿਸਾਨੀ ਦਾ ਮਸਲਾ ਉੱਥੇ ਫੋਕਸ ਕਰਨ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਹਾਂ, ਇਹ ਗੱਲ ਹੁਣ ਆਂਡਾ ਤੇ ਮੁਰਗੀ ਦੀ ਗੱਲ ਹੈ ਜੀ। ਜੇ ਜਿਹੜੇ ਲੀਡਰ ਨੇ ਲੋਕਾਂ ਨੇ ਬਣਾਏ ਨੇ ਵੀ ਲੈ ਤੈਨੂੰ ਮਾਣ ਦਿੰਨਾ ਅੱਗੇ ਚੱਲ, ਬਿਲਕੁਲ ਕੋਈ ਸ਼ੱਕ ਨਹੀਂ ਕਰਦਾ। ਪਰ ਸ਼ੱਕ ਦੀ ਗੱਲ ਇਹ ਹੈ ਵੀ ਜਦ ਕੁਛ ਜੇ ਆਪਾਂ ਕਹਿੰਦੇ ਆ ਵੀ ਇਹ ਚੀਜ਼ਾਂ ਬਾਹਰ ਦੀਆਂ ਨੇ, ਇਹਦੇ 'ਚ ਧਰਮ ਨਹੀਂ ਆਪਾਂ ਲੈ ਕੇ ਆਉਣਾ, ਪਰ ਫਿਰ ਜੇ ਧਰਮ ਦੇ ਖਿਲਾਫ ਕੋਈ ਬੋਲਦਾ ਹੈ ਉਹਨੂੰ ਵੀ ਰੋਕਣਾ ਚਾਹੀਦਾ ਨਾ। ਜੇ ਹੁਣ ਝੰਡਾ ਸਿੰਘ ਜੇਠੂਗੇ ਕਹਿੰਦਾ ਸ਼ਰਾਬ ਪੀਣ ਵਾਲਿਆਂ ਨੂੰ ਅਸੀਂ ਭਾਈ ਸਾਹਿਬ ਕਹਿੰਦੇ ਆ, ਬਲਕੌਰਾ ਬੋਲਦਾ ਉੱਥੇ ਜਾ ਕੇ ਉਹਦੀ ਪੜ੍ਹਾਈ ਸਿਰ ਤੇ ਚੜ੍ਹਦੀ ਹੈ, ਤੇ ਉਹ ਕਾਹਦੇ ਲਈ? ਜੇ ਤੁਹਾਡਾ ਧਰਮ ਨਾਲ ਕੋਈ ਇਲਾਕਾ ਦੇਖਾ ਨਹੀਂ, ਫਿਰ ਧਰਮ ਨੂੰ ਲਿਆਉਣੇ ਕਿਉਂ ਵਿੱਚ? ਮੈਂ ਨਹੀਂ ਇਹਨੂੰ ਕਹਿੰਦਾ ਵੀ ਇਹ ਇਕੱਲੀ ਸਿੱਖਾਂ ਦੀ ਮੂਵਮੈਂਟ ਹੈ, ਪਰ ਇਹ ਸ਼ਾਹਰਾਗੇ ਦੀ ਪੰਜਾਬ ਹੀ ਹੈ। ਪੈਸਾ ਧੇਲਾ ਜਿਹੜਾ ਉਹ ਪੰਜਾਬ ਹੀ ਹੈ। ਇਹ ਕਦੇ ਫੰਡ ਸਾਰੀ ਜ਼ਿੰਦਗੀ 50-50 ਸਾਲ ਹੋ ਗਏ ਇਹਨਾਂ ਨੂੰ ਲੀਡਰਾਂ ਨੂੰ ਤੁਰਿਆਂ ਨੂੰ, ਇੰਨੇ 50 ਸਾਲਾਂ 'ਚ ਨਹੀਂ ਇਹਨਾਂ ਕੋਲ ਫੰਡ ਹੈ ਜਿੰਨੇ ਆਹ 3 ਮਹੀਨਿਆਂ 4 'ਚ ਗਏ ਆ। ਉਹ ਇਹਦੇ 'ਚੋਂ ਬਸ ਜਿੱਤ ਹੋ ਜਵੇ, ਖੂਨ ਖਰਾਬਾ ਨਾ ਹੋਵੇ। ਇਹ ਮੈਂ ਬਿਲਕੁਲ ਇਹ ਗੱਲ ਕਹਿਣਾ। ਮੈਂ ਪਹਿਲਾਂ ਵੀ ਸ਼ੁਰੂ 'ਚ ਕਿਹਾ ਸੀ, ਜੇ ਉਹਨੇ ਲੀਡਰ ਦੇ ਤੌਰ ਤੇ ਸੇਫਟੀ ਦੇ ਪੱਖੋਂ ਇਹ ਗੱਲ ਕੀਤੀ ਹੈ, ਉਹਨੇ ਆਪਣਾ ਵਾਅਦਾ ਨਿਭਾਇਆ ਬਈ ਮੈਂ ਇਹ ਗੱਲ ਕਹਾਂ, ਮੇਰੇ ਤੇ ਕੱਲ ਉਂਗਲ ਨਾ ਹੋਵੇ। ਬਹੁਤ ਔਖਾ ਇੰਨੇ ਲੋਕਾਂ ਨੂੰ ਸਾਂਭਣਾ, ਲੀਡਰਸ਼ਿਪ ਇਹ ਸੌਖੀ ਨਹੀਂ ਹੈ, ਇਹ ਮੈਂ ਮੰਨਦਾ। ਪਰ ਇਹਨੂੰ ਜੇ ਬੈਲੈਂਸ ਰੱਖਣਾ ਵੀ ਇੱਕ ਧਿਰ ਨੂੰ ਤੁਸੀਂ ਕਹਿਣਾ ਵੀ ਤੁਸੀਂ ਇਹਦੇ ਤੇ ਆਇਓ ਨਾ ਇੱਥੇ ਬੋਲਿਓ ਨਾ, ਫਿਰ ਜੇ ਉਹ ਧਿਰ ਦੇ ਖਿਲਾਫ ਕੋਈ ਬੋਲਦਾ ਉੱਥੇ ਵੀ ਰਾਜੇਵਾਲ ਨੂੰ ਬੋਲਣਾ ਚਾਹੀਦਾ, ਜੇ ਇਹਨੂੰ ਬੈਲੈਂਸ ਰੱਖਣਾ ਤਾਂ। ਦਾ ਧੰਨਵਾਦ। ਕੁਝ ਕਾਲਰ ਨਵਕਿਰਨ ਸਿੰਘ ਪੱਤੀ ਦੀ ਗੱਲਬਾਤ ਤੇ ਕਮੈਂਟ ਕਰਨਾ ਚਾਹੁੰਦੇ ਹੁੰਦੇ ਆ, ਸੋ ਫਿਰ ਤੁਸੀਂ ਹੁਣ ਗੱਲ ਕਰ ਸਕਦੇ ਹੋ। ਆਪਣੇ ਕੋਲ 10 ਕਮੈਂਟ ਹੋਰ ਹੈ, ਫਿਰ ਅਗਲੀਆਂ 2 ਸੈਗਮੈਂਟਸ ਛੋਟੀਆਂ ਆਪਾਂ ਕਰਾਂਗੇ। 604 204 0600। ਸੰਧੂ ਸਾਹਿਬ ਤੁਸੀਂ ਏਅਰ ਤੇ ਹੋ ਜੀ। ਸਰਦਾਰ ਹਰਜੀਤ ਸਿੰਘ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਭਾਈ ਸਾਹਿਬ ਹੋਣਾ ਦੇ, ਕਿਉਂਕਿ ਇਹ ਗੱਲ ਸਿਰਫ ਤੁਹਾਡੇ ਪਰਿਵਾਰ ਦੀ ਤੇ ਤੁਹਾਡੇ ਸਾਰਿਆਂ ਦੀ ਨਹੀਂ ਜੀ ਹੈ ਕਿ ਇਹਦੇ ਨਾਲ ਜੇ ਕੋਈ ਚੰਗਾ ਕੰਮ ਜਾਂ ਚੰਗਾ ਕੋਈ ਵੀ ਵਿਅਕਤੀ ਉੱਪਰ ਜਾਂਦਾ ਤੇ ਉਹਦੇ ਨਾਲ ਸਾਰੀ ਕਮਿਊਨਿਟੀ ਦਾ ਸਿਰ ਵੀ ਉੱਚਾ ਆਉਂਦਾ। ਮੈਂ ਤੁਹਾਨੂੰ ਵਧਾਈ ਦਿੰਦਾ। ਧੰਨਵਾਦ। ਅੱਛਾ, ਦੂਜੀ ਗੱਲ ਦਾ ਜੀ, ਦੇਖੋ ਮੈਂ ਗੱਲ ਕਰਾਂਗਾ ਆਪਣੇ ਗਾਂਧੀ ਹੁਣ ਜਦੋਂ ਬੋਲੇ ਨੇ, ਦੇਖੋ ਗੱਲ ਇਹ ਹੈਗੀ ਆ ਵੀ ਜਿਸ ਤਰੀਕੇ ਦੇ ਨਾਲ ਇਲਜ਼ਾਮ ਲੱਗਦੇ ਨੇ ਸਾਡੇ ਉੱਪਰ
ਮੈਂ ਕਹਾਂਗਾ ਵੀ ਹਰ ਵਿਅਕਤੀ ਨੂੰ, ਹਰ ਸਿੱਖ ਨੂੰ ਇਹ ਗੱਲ ਕਹਿਣੀ ਚਾਹੀਦੀ, ਪਰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਜਸ ਮੈਂ ਖਾਲਿਸਤਾਨੀ ਹਾਂ, ਪੀਸਫੁਲ, ਮੈਂ ਖਾਲਿਸਤਾਨੀ ਹਾਂ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਅੱਜ ਜਿਹੜਾ ਕਿਸਾਨ ਅੰਦੋਲਨ ਚੱਲਦਾ ਵਾ ਤੇ ਅਸੀਂ ਉਸ ਦੀ ਹਮਾਇਤ ਕਰਦੇ ਹਾਂ। ਹਾਂਜੀ, ਸੋ ਗੱਲ ਇਹ ਆ ਵੀ ਇਸ ਨੂੰ ਹਊਆ ਬਣਾਉਣਾ ਬਹੁਤ ਵੱਡਾ ਬਣਾ ਕੇ ਹੋਊਗਾ। ਮੈਨੂੰ ਨਹੀਂ ਸਮਝ ਆਉਂਦੀ ਵੀ ਇਸ ਗੱਲ ਦੀ ਹਊਆ ਕਿਉਂ ਬਣਾਇਆ ਜਾ ਰਿਹਾ ਹੈਗਾ। ਜਦੋਂ ਸੁਪਰੀਮ ਕੋਰਟ ਨੇ ਵੀ ਇੱਥੋਂ ਤੱਕ ਕਹਿ ਦਿੱਤਾ, ਫਿਰ ਸਾਨੂੰ ਇਹਦੇ ਵਿੱਚ ਡਰਨ ਦੀ ਤੇ ਇਹੋ ਜਿਹੀ ਗੱਲ ਦੀ ਕੀ ਗੱਲ ਹੈਗੀ ਹੈ ਵੀ ਜੇ ਕੋਈ ਦੇਖੋ ਕੋਈ ਵੀ ਵਿਅਕਤੀ ਕੋਈ ਇਹੋ ਜਿਹੀ ਗੱਲ ਦੇ ਨਾਲ ਜੇ ਦੋ ਉੱਥੇ ਲੈ ਵੀ ਗਿਆ ਵਾ ਵੀ ਹਾਂ ਵੀ ਉੱਥੇ ਖਾਲਿਸਤਾਨ ਲਿਖ ਵੀ ਦੋ। ਇੱਕ ਗੱਲ ਕਰਦਾ ਮੈਂ, ਵੈਸੇ ਜੋ ਪੀਸਫੁਲ ਹੈ ਤੇ ਮੇਰਾ ਖਿਆਲ ਉਹਦੇ ਨਾਲ ਕੀ ਨੁਕਸਾਨ ਹੋ ਗਿਆ। ਸੋ ਗੱਲ ਇਹ ਹੈਗੀ ਆ। ਦੂਜੀ ਗੱਲ ਮੈਂ ਇਹ ਕਹਾਂਗਾ ਵੀ ਜਿਸ ਤਰੀਕੇ ਦਾ ਨਾਲ ਕਿਸਾਨ ਭਾਈਚਾਰਾ ਸਾਰੇ ਦੇਸ਼ ਦਾ ਇਕੱਠਾ ਹੋਇਆ, ਇਹਦੇ ਨਾਲ ਪੰਜਾਬ ਨੂੰ, ਪੰਜਾਬੀਅਤ ਨੂੰ ਬਹੁਤ ਵੱਡਾ ਖੁਸ਼ੀ ਵੀ ਮਿਲੀ ਆ ਤੇ ਭਾਈਚਾਰਾ ਵਧਿਆ। ਦੇਖੋ ਜਿਹੜੇ ਲੋਕ ਇਹਨਾਂ ਵਿੱਚ ਆਉਂਦੇ ਨਹੀਂ ਸਨ, ਜਿਹੜੇ ਲੋਕਾਂ ਨੂੰ ਪਤਾ ਨਹੀਂ ਸੀ ਸਾਡੇ ਕਲਚਰ ਬਾਰੇ ਦੂਰ ਤੋਂ, ਉਹ ਅੱਜ ਆ ਕੇ ਲੋਕਾਂ ਨੇ ਇੱਕ ਦੂਜਿਆਂ ਦੇ ਫੋਨ ਲੈ ਰਹੇ ਨੇ, ਇੱਕ ਦੂਜੇ ਨਾਲ ਭਾਈਚਾਰਾ ਵੱਧ ਰਿਹਾ ਵਾ, ਇੱਕ ਦੂਜੇ ਨਾਲ ਸਾਂਝਾਂ ਪੈ ਰਹੀਆਂ ਤੇ ਭੁਲੇਖੇ ਦੂਰ ਹੋ ਰਹੇ ਨੇ। ਸੋ ਗੱਲ ਇਹ ਹੈਗੀ ਆ ਵੀ ਇਹਦੇ ਨਾਲ ਕੋਈ ਬਹੁਤ ਚੰਗੀ ਗੱਲ ਹੈਗੀ ਆ। ਸੋ ਜਿਹੜਾ ਦੂਜੀ ਗੱਲ ਕਿਸਾਨ ਅੰਦੋਲਨ ਹੈਗਾ, ਸਾਰੇ ਹੀ ਬੜੇ ਸ਼ਾਂਤਪੂਰਨ ਤਰੀਕੇ ਦੇ ਨਾਲ ਚੱਲ ਰਹੇ ਨੇ। ਸੋ ਸਾਰਿਆਂ ਦਾ ਹੀ ਦੇਖੋ ਸਾਡਾ ਵੀ ਫਰਜ਼ ਬਣਦਾ ਇੱਥੇ ਉਸੇ ਤਰੀਕੇ ਦੇ ਨਾਲ ਇਹਨਾਂ ਦਾ ਸਾਥ। ਜੇ ਕੋਈ ਇਸ ਟਾਈਮ ਤੇ ਇਹੋ ਜਿਹੀ ਗੱਲ ਕਰਨ ਦਾ ਤੇ ਕੋਈ ਟਾਈਮ ਨਹੀਂ ਹੈਗਾ ਵੀ, ਕਿਉਂਕਿ ਉਹਨਾਂ ਨੇ ਪੀਸਫੁਲ ਕਿਹਾ ਤਾਂ ਸਾਨੂੰ ਪੀਸਫੁਲ ਹੀ ਰੱਖਣਾ ਚਾਹੀਦਾ। ਪੀਸਫੁਲ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਤੇ ਵੱਧਦੇ ਜਾਣਾ ਚਾਹੀਦਾ ਹੈਗਾ। ਸੋ ਇਹੋ ਜਿਹੀ ਕੋਈ ਹੁਲੜਬਾਜ਼ੀ ਨਹੀਂ ਹੋਣੀ ਚਾਹੀਦੀ। ਸੋ ਮੈਂ ਫਿਰ ਤੁਹਾਡਾ ਥੈਂਕ ਯੂ ਤੇ ਤੁਹਾਡਾ ਟਾਈਮ ਦੇਣਾ, ਮਿਹਰਬਾਨੀ ਜੀ, ਥੈਂਕ ਯੂ। ਧੰਨਵਾਦ ਜੀ ਸੰਧੂ ਸਾਹਿਬ, ਥੈਂਕ ਯੂ। ਤੂਰ ਸਾਹਿਬ, ਲਾਈਨ ਨੰਬਰ 2। ਅੰਕਲ ਸਾਹਿਬ, ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ, ਤੁਸੀਂ ਵੀ ਪੰਜਾਬ ਦਾ ਮਾਣ ਵਧਾਇਆ। ਧੰਨਵਾਦ ਜੀ। ਸਾਹਿਬ ਨੇ ਜਿਹੜਾ ਬਹੁਤ ਵੱਡਾ ਪਰਮਾਤਮਾ ਨੇ ਕਿਰਪਾ ਕੀਤੀ ਆ ਜੀ। ਤੇ ਦੂਸਰੀ ਗੱਲ ਇਹ ਵੀ ਜਿਹੜੀ ਗੱਲ ਨਾ ਵੀ ਸ਼ਾਂਤਮਈ ਵਾਲੀ ਗੱਲ ਆ, ਜ਼ੋਰ ਸਹਿਜੇ ਲਾਇਆ ਜਾਵੇ, ਮੈਂ ਕਹਿੰਦਾ ਬਹੁਤ ਵਧੀਆ ਗੱਲ। ਜੇ ਤਾਂ ਸ਼ੋਰ ਹੋਊਗੀ, ਕਿਉਂਕਿ ਸਾਰੇ ਹੀ ਹਿੱਲੇ ਪਏ ਆ। ਦੇਖੋ ਹੁਣ ਜਿਹੜੇ ਜੋ ਆਪਣੇ ਹਰਸ਼ਾਨਾ ਦੀ ਮੈਂ ਸੁਣੀ ਆ, ਪਰ ਜਗ੍ਹਾ ਸਾਧ ਵੀ ਆ, ਯੋਗੀ ਵੇਖੇ ਮੈਂ ਬੈਠੇ, ਉਹ ਸਾਰੇ ਹੀ ਮਤਲਬ ਇਸ ਗੱਲ ਦੇ ਹੱਕ ਵਿੱਚ ਆ ਵੀ ਇਹ ਬਹੁਤ ਗਲਤ ਆ। ਬਾਕੀ ਦੀ ਕਿਹੜੀ ਜਿਹੜੀ ਗੱਲ ਆਪਣੀ ਧਰਮ ਦੀ ਜਾਂ ਖਾਲਿਸਤਾਨੀਆਂ ਦੀ, ਉਹ ਥੋੜਾ ਜਿਹਾ ਫੋਕਸ ਪਹਿਲਾਂ ਇਸ ਗੱਲ ਤੇ ਹੋਣਾ ਚਾਹੀਦਾ। ਇਹਦਾ ਬਹੁਤ ਸਮੇਂ ਪਏ, ਉਹ ਜਿਹੜਾ ਕੁਝ ਮਰਜ਼ੀ ਕਰੀ ਜਾਣ ਬਾਅਦ ਦੇ ਵਿੱਚ। ਜੇ ਦੇਖੋ ਹੁਣ ਜੇ ਹੁਣ ਆਪਾਂ ਧਰਮ ਨਾਲੋਂ ਇਹਨੂੰ ਵੱਖ ਨਹੀਂ ਕਰ ਸਕਦੇ, ਧਰਮ ਦਾ ਹੁਣ ਲੰਗਰ ਆ, ਇਹ ਧਰਮ ਦੀ ਮਰਜ਼ਾਦਾ ਨਹੀਂ। ਤੇ ਜਿਹਨੇ ਲੰਗਰ ਲਾਉਣਾ ਉਹਨੇ ਝੰਡਾ ਵੀ ਚੱਕਣਾ, ਜਿਹਨੇ ਭਾਂਡੇ ਮਾਂਜਣੇ ਉਹਨੇ ਭਾਈ ਜਕਾਰੇ ਵੀ ਛੱਡਣੇ, ਜਿਹੜਾ ਖਾ ਲਈਦਾ ਉਹ ਜਕਾਰੇ ਛੱਡਦਾ। ਬਿਲਕੁਲ ਠੀਕ ਹੈ ਜੀ ਗੱਲ ਤੁਹਾਡੀ। ਹਾਂ, ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਨਾਅਰੇ ਦੇ ਜਕਾਰੇ ਜਿਹੜੇ ਜੋਸ਼ ਦਾ ਪ੍ਰਤੀਕ ਆ। ਠੀਕ ਆ ਤੂਰ ਸਾਹਿਬ, ਧੰਨਵਾਦ। ਬਹੁਤ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਦਾ। ਧੰਨਵਾਦ ਜੀ ਤੂਰ ਸਾਹਿਬ। ਰਾਜਸਥਾਨੀ ਸਾਹਿਬ, ਲਾਈਨ ਨੰਬਰ 3। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤੁਹਾਨੂੰ ਵਧਾਈਆਂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ। ਗੁਰੂ ਗੋਬਿੰਦ ਸਿੰਘ ਦੀ ਰਾਤ ਤੇ ਪੰਥ ਦੇ ਦੇਖੋ ਬਹੁਤ ਹੀ ਵੱਡੀ, ਜਿੱਦਾਂ ਬਹੁਤ ਹੀ ਮਨ ਖੁਸ਼ ਹੋਇਆ ਜੀ। ਧੰਨਵਾਦ। ਤੇ ਪਤਾ ਲੱਗਾ ਸਾਰੀ ਗੱਲਬਾਤ ਦਾ। ਬਹੁਤ ਜਿੱਦਾਂ ਵੀ ਇਹ ਬੜੀ ਉਪਲਬਧੀ ਹੈਗੀ ਸਾਡੀ ਜੀ। ਲੋਕਾਂ ਨੂੰ ਪਤਾ ਲੱਗੂਗਾ, ਜਾਗਰਤੀ ਆਊਗੀ, ਹੋਰ ਵੀ ਬੱਚੇ ਸਾਡੇ ਮੂਹਰੇ ਆਉਣਗੇ। ਬਿਲਕੁਲ ਜੀ, ਬਿਲਕੁਲ। ਤੇ ਬਾਕੀ ਹੈਗਾ ਵੀ ਇਹਦੇ ਵਿੱਚ ਉਪਲਬਧੀਆਂ ਕੀ ਆ ਤੇ ਅਵਨਤੀਆਂ ਕੀ ਹੈ। ਮੈਂ ਹਿੰਦੀ ਪੜ੍ਹਿਆ ਥੋੜਾ। ਹਾਂਜੀ, ਕੋਈ ਨਾ ਸੁਣਾਇਆ ਕਰੋ ਹਿੰਦੀ ਤੁਸੀਂ, ਮੈਂ ਵੀ ਸਿੱਖੂ ਨਾਲੇ। ਹਾਂਜੀ। ਵੀ ਉਪਲਬਧੀਆਂ ਦਾ ਮਤਲਬ ਇਹ ਹੈਗਾ ਵੀ ਇੰਦਰਾ ਗਾਂਧੀ ਨੇ ਕਿਸਾਨਾਂ ਨੂੰ ਸੀਲਿੰਗ ਲਾਈ ਸੀਗੀ ਤੇ ਕਿਸਾਨਾਂ ਦਾ ਲੱਕ ਤੋੜਤਾ ਸੀ ਉਹਨੇ ਲਗਭਗ। ਤੇ ਕਿਸਾਨ 80% ਸੀ ਪਿੰਡਾਂ ਚੋਂ ਤੇ 40% ਤੇ ਆ ਗਏ ਸੀਗੇ, ਵੀ ਚੱਲ ਗਏ ਸੀ ਲੋਕ ਵੀ ਖੇਤੀ ਧੰਦਾ ਇਹ ਖਤਮ ਆ। ਕਿਉਂਕਿ ਸੀਲਿੰਗ ਜਿਹੜੀ ਸੀਗੀ ਉਹਨੇ ਬਹੁਤ ਕਿਸਾਨਾਂ ਦੇ ਨਾਲ ਰੈਲੀਆਂ ਵੀ ਹੋਈਆਂ, ਪਰ ਕੋਈ ਕਾਮਯਾਬੀ ਨਾ ਮਿਲੀ। ਸੋ ਵੱਡੀ ਉਪਲਬਧੀ ਇਹ ਇਸ ਵੇਲੇ ਵੀ ਜਿਹੜੀ ਇਹ ਕਿਸਾਨਾਂ ਦੀਆਂ ਮੰਗਾਂ ਜਾਂ ਕਿਸਾਨ ਖੇਤੀਬਾੜੀ ਧੰਦਾ, ਇਹਦੀ ਜਿਹੜੀ ਪ੍ਰਚਾਰ ਹੋਇਆ ਟਰਾਲੀ ਟੈਕਸ ਤੋਂ, ਜਾਂ ਇਹ ਯੂਨੀਅਨ ਬਣੀ ਭਾਰਤੀ ਕਿਸਾਨ ਯੂਨੀਅਨ ਲੈਵਲ ਤੇ, ਇੱਕ ਤਰ੍ਹਾਂ ਦੀ ਯੂਨਾਈਟਿਡ ਵੀ ਸਟੈਂਡ, ਡਿਵਾਈਡਡ ਵੀ ਫਾਲ। ਕਿਸਾਨਾਂ ਨੂੰ ਪੜ੍ਹ ਲਿਖ ਕੇ ਕਿਸਾਨ PhD ਸਾਰਾ ਇਹ ਜਿਹੜੀ ਚੀਜ਼ ਹੈ ਨਾ, ਬਹੁਤ ਹੀ ਤਕੜੀ ਚੀਜ਼। ਇਹ ਇੱਕ ਤਰ੍ਹਾਂ ਦੀ ਸਾਡੀ ਜਿੱਤ ਹੈਗੀ ਆ। ਸਾਨੂੰ ਸਾਡਾ ਪਤਾ ਲੱਗ ਗਿਆ ਕਿਸਾਨਾਂ ਨੂੰ, ਭਾਰਤੀਆਂ ਨੂੰ, ਵੀ ਸਾਡੀਆਂ ਮੰਗਾਂ ਆ ਤੇ ਸਰਕਾਰ ਸਾਡੇ ਨਾਲ ਆਹ ਕਰ ਰਹੀ ਹੈ ਤੇ ਇੰਨੇ ਚਿਰ ਦੇ ਅਸੀਂ ਧੱਕੇ ਖਾਂਦੇ ਆ ਰਹੇ ਹੈਗੇ ਆ। ਤੇ ਸਾਡੀਆਂ ਜਿਹੜੀਆਂ ਕੋਈ ਜੋ ਵੀ ਹੈ ਸਾਡਾ ਧੰਦਾ ਹੈਗਾ, ਇਹਨੂੰ ਢਾਹ ਲੱਗ ਰਹੀ। ਹੁਣ ਲਾਸਟ ਜਿਹੜਾ ਸੀਗਾ ਇਹ ਤੇ ਸਟੈਂਡ ਮਾਰਿਆ, ਮਤਲਬ BJP ਨੇ
ਬਿਲਕੁਲ ਹੀ ਮਤਲਬ ਜਗਾ ਦਿੱਤਾ ਕਿਸਾਨਾਂ ਨੂੰ। ਮੈਂ ਕਹਿੰਦਾ ਵੀ ਸ਼ਾਬਾਸ਼ ਜੀ, ਸਮਾਂ ਜਗਾ ਦਿੱਤਾ, ਉਹਨੂੰ ਸੁੱਤਿਆਂ ਨੂੰ ਜਗਾ ਦਿੱਤਾ ਬੀਜੇਪੀ ਨੇ, ਤੇ ਉਹਦਾ ਮੋਦੀ ਸਾਹਿਬ ਦਾ ਵੀ ਧੰਨਵਾਦ। ਉਹ ਅਡਾਨੀ ਵਾਨੀ ਨੂੰ ਮੂਹਰੇ ਲਿਆ ਕੇ ਸਾਨੂੰ ਜਾਗਰਤੀ ਦਿੱਤੀ ਉਹਨੇ, ਤੇ ਮੂਹਰੇ ਖੜੇ ਹੋਇਆ ਕਿਸਾਨ ਅੰਦੋਲਨ, ਤੇ ਭਾਰਤ ਸਾਰਾ ਜਾਗ ਉੱਠਿਆ। ਮਹਾਰਾਸ਼ਟਰ, ਬੰਗਾਲ, ਰਾਜਸਥਾਨ, ਯੂਪੀ, ਬਿਹਾਰ, ਸਾਰਾ ਜੇ ਟੋਟਲੀ ਭਾਰਤ ਦੇ ਵਿੱਚ ਇਸ ਚੀਜ਼ ਦੀ ਜਾਗਰਤੀ ਆਈ ਹੈ ਕਿਸਾਨਾਂ ਨੂੰ। ਇਹ ਸਾਡੀ ਵੱਡੀ ਜਿੱਤ ਹੈਗੀ, ਉਪਲਬਧੀ ਹੈ, ਦਿੱਤੀ ਜੇ ਉਪਲਬਧੀ। ਤੇ ਅਵਨਤੀ ਵਿੱਚ ਇਹ ਹੈਗਾ ਕਿ ਜਿਹੜੀ ਸਰਕਾਰ ਹੈ ਇਸ ਵੇਲੇ ਅਫੈਂਸ ਦੇ ਵਿੱਚ ਖੜੀ ਹੈ, ਹਿੱਲ ਗਈ ਹੈ ਸਰਕਾਰ। ਉਹ ਛੋਟੇ ਮੋਟੇ ਏਦਾਂ ਦੇ ਇਲਜ਼ਾਮ ਲਾ ਕੇ, ਕਿਉਂਕਿ ਅੱਗੇ ਪ੍ਰੋਕਸੀ ਵਾਰ ਲਾ ਕੇ ਪੰਜਾਬ ਨੂੰ ਇਹ ਅਗਮਾਇਸ਼ ਕਰ ਚੁੱਕੀ ਸੀ। ਇਹ ਉਦੋਂ ਵੀ ਬੀਜੇਪੀ ਨਾਲ ਹੀ ਸੀਗੀ ਇਹਦੇ, ਇੰਦਰਾ ਗਾਂਧੀ ਦੇ, ਵੀ ਉਹਦੇ ਚ ਸਫਲ ਹੋ ਗਈ ਸੀਗੀ। ਹੁਣ ਉਹ ਧੰਦਾ ਮਤਲਬ ਦੁਬਾਰਾ ਫੇਰ ਖਾਲਿਸਤਾਨ ਵਗੈਰਾ ਇਲਜ਼ਾਮ ਲਾ ਕੇ ਵੀ ਪਹਿਲਾਂ ਪੰਜਾਬ ਨੂੰ ਅਸੀਂ ਅਸਫਲ ਕਰ ਦਈਏ। ਜਿਹੜੀਆਂ 40 ਜਥੇਬੰਦੀਆਂ ਉਹਨਾਂ ਨੂੰ ਟਾਰਗੇਟ ਕਰ ਰਹੀ ਹੈਗੀ ਆ ਮੋਦੀ ਸਰਕਾਰ, ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਮਤਲਬ ਤੋੜਿਆ ਜਾਵੇ, ਜਾਂ ਇਹੋ ਜਿਹਾ ਕੁਛ ਜਿਹੜਾ ਅਸੀਂ ਜਿਹੜੀ ਭਾਰਤ ਦੇ ਕਿਸਾਨ, ਜਿਹੜੇ ਕਿਸਾਨ ਲੋਕ ਆ ਜਾਂ ਭਾਰਤ ਦੀ ਜਨਤਾ ਨਾ, ਉਹਨਾਂ ਦਾ ਦਿਮਾਗ ਵਿੱਚ ਇਹ ਆ ਜਾਏ ਵੀ ਇਹ ਤਾਂ ਖਾਲਿਸਤਾਨ ਹੈਗਾ। ਦੇਖੋ ਇਹ ਵੱਡਾ ਹਮਲਾ ਇਸ ਵੇਲੇ ਵੱਜਿਆ। ਅਗਰ ਇਸ ਹਮਲੇ ਚੋਂ ਅਸੀਂ ਨਿਕਲ ਜਾਂਦੇ ਹੈਗੇ ਆ ਤੇ ਫਿਰ ਕਿਸਾਨ ਯੂਨੀਅਨ ਜਿਹੜੀ ਹੈਗੀ ਆ ਬਹੁਤ ਸਫਲ ਹੋਊਗੀ। ਤੇ ਇਹਦੇ ਵਿੱਚ ਇਹ ਹੈਗਾ ਵੀ ਟਾਈਮ ਲੱਗਣਾ ਹੈਗਾ ਥੋੜਾ ਜਿਹਾ ਤੇ ਜਿੱਤ ਦੇ, ਕਿਉਂਕਿ ਆ ਦੁਸ਼ਯੰਤ ਚੌਟਾਲਾ ਦੀ ਜਿਹੜੀ ਖਬਰ ਆਈ ਹੈ ਇਹਦਾ ਮਤਲਬ ਇੱਥੋਂ ਵੀ ਸੰਕੇਤ ਮਿਲਦਾ ਵੀ ਸਰਕਾਰ ਹਿਲਦੀ ਹੈਗੀ ਆ। ਉਹਨੂੰ ਤਾਂ ਕਹਿ ਦੇਣਗੇ ਤੇਰੇ ਪਿਓ ਨੂੰ ਛਡਾ ਦਾਂਗੇ, ਉਹ ਤਾਂ ਆਪਣੇ ਪਰਿਵਾਰ ਦਾ ਉਹਦਾ ਵੀ ਜਿੱਦਾਂ ਵੀ ਮਾਣ ਵੱਟਿਆ ਜਾਊਗਾ ਦੁਸ਼ਯੰਤ ਚੌਟਾਲਾ ਦਾ ਵੀ। ਬਿਲਕੁਲ ਜੀ, ਧੰਨਵਾਦ ਜੀ ਬਹੁਤ ਬਹੁਤ। ਤੇ ਸਰ ਅਵਤਾਰ ਸਿੰਘ ਲਾਈਨ ਨੰਬਰ 4। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ। ਗਿੱਲ ਸਾਹਿਬ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਬਾਈ ਜੀ ਤੁਹਾਨੂੰ ਵਧਾਈਆਂ, ਤੁਹਾਡੇ ਨਾਲ ਬੈਂਚ ਤੇ ਬੈਠ ਕੇ ਪੜ੍ਹੇ ਨੇ, ਤੁਹਾਨੂੰ ਵਧਾਈਆਂ। ਨਹੀਂ ਸਾਨੂੰ ਤਾਂ ਵਧਾਈਆਂ ਹੈਗੀਆਂ, ਤੁਹਾਨੂੰ ਵੀ ਦੇਣੀਆਂ ਨਾ ਛੋਟੇ ਭਰਾਵਾਂ ਨੂੰ। ਜੀ ਧੰਨਵਾਦ ਧੰਨਵਾਦ। ਤਾਂ ਮਤਲਬ ਕਿੱਥੋਂ ਆਪਾਂ ਛੋਟੇ ਸਕੂਲਾਂ ਚ ਬਿਲਕੁਲ ਕਿੱਥੇ ਪਹੁੰਚ ਗਏ। ਬਾਕੀ ਗਿੱਲ ਸਾਹਿਬ ਜਿੱਥੋਂ ਤਾਈਂ ਕਿਸਾਨ ਅੰਦੋਲਨ ਦਾ ਹੈਗਾ ਨਾ, ਆਪਾਂ ਜਿੰਨੇ ਵੀ ਖਾਲਿਸਤਾਨੀ ਆ ਆਪਾਂ ਨੂੰ ਚਾਹੀਦਾ ਵੀ ਸ਼ੁੱਡ ਬੈਕ ਆਫ। ਠੀਕ ਹੈ, ਇੱਕ ਉਹ ਕਿਸਾਨਾਂ ਦੀ ਹੈਗੀ ਆ ਲੈਟ ਦੈਮ ਫਾਈਟ ਐਂਡ ਲੈਟ ਦੈਮ ਵਿਨ। ਠੀਕ ਜੀ। ਫਿਰ ਜੇ ਕਿਤੇ ਆਪਣੇ ਚ ਐਨਫ ਦਮ ਹੋਊਗਾ ਫਿਰ ਆਪਾਂ ਇਕੱਠੇ ਹੋ ਕੇ ਚਲੋ, ਫਿਰ ਆਪਾਂ ਖਾਲਿਸਤਾਨ ਦੀ ਮੂਵਮੈਂਟ ਚਲਾ ਕੇ ਉਹਨੂੰ ਲੜਾਂਗੇ, ਨਾ ਕਿ ਆਪਾਂ ਕਿਸੇ ਵਿੱਚ ਬਾਈ ਪ੍ਰੋਕਸੀ ਐਂਟਰ ਕਰੀਏ, ਉਹ ਚੰਗਾ ਨਹੀਂ ਲੱਗਦਾ। ਜੇ ਆਪਣੇ ਚ ਕਦੀ ਦਮ ਹੋਊਗਾ ਫਿਰ ਆਪਾਂ ਚਲਾਂਗੇ, ਆਪਾਂ ਵੀ ਮੂਵਮੈਂਟ ਖੜੀ ਕਰ ਸਕਦੇ। ਉਹਦੇ ਲਈ ਇਹ ਆ ਵੀ ਆਪਾਂ ਲੋਕਾਂ ਨੂੰ ਨਾਲ ਲਾਉਣਾ ਪੈਣਾ। ਜਿਹੜੇ ਆਪਾਂ ਕਹਿੰਦੇ ਵੀ ਧਰਮ ਆ, ਧਰਮ ਤਾਂ ਖਾਲਿਸਤਾਨ ਦੋ ਡਿਫਰੈਂਟ ਚੀਜ਼ਾਂ ਆ। ਮੈਂ ਉੱਥੋਂ ਹੀ ਆਇਆ, ਉੱਥੇ ਹੀ ਰਹਿਣਾ, ਮਤਲਬ ਮੇਰੇ ਘਰ ਦੇ ਵੀ ਹਾਲੇ ਉੱਥੇ ਹੀ ਰਹਿੰਦੇ। ਉੱਥੇ ਇਹ ਨਹੀਂ ਤੁਹਾਡੇ ਨਾਲ 2% ਲੋਕੀ ਵੀ ਨਹੀਂ ਅੱਜ ਦੇ ਅਸੀਂ ਆਪਾਂ ਖਾਲਿਸਤਾਨ ਨਾਲ ਅਟੈਚ ਕਰ ਸਕੇ। ਆਪਾਂ ਗੱਲਾਂ ਆਪਾਂ ਨੂੰ ਪਹਿਲੋਂ ਆਪਣੇ ਜਿਹੜੇ ਮੰਜੇ ਆ ਨਾ ਉਹਦੇ ਥੱਲੇ ਇੱਕ ਵਾਰੀ ਝਾੜੂ ਫੇਰਨਾ ਪੈਣਾ ਵੀ ਆਪਣੇ ਮੰਜਿਆਂ ਥੱਲੇ ਕੀ ਵਾ, ਪਹਿਲੋਂ ਉਹ ਕੱਢਣਾ ਪੈਣਾ, ਫੇਰ ਆਪਾਂ ਕਿਸੇ ਸਟੇਜ ਤੇ ਉਹਨਾਂ ਚੱਲਾਂਗੇ। ਆਪਾਂ ਨੂੰ ਚਾਹੀਦਾ ਵੀ ਆਪਾਂ ਬੈਕ ਆਫ ਹੋ ਜਾਈਏ। ਖਾਲਿਸਤਾਨ ਕਹੋ ਨਾ, ਖਾਲਿਸਤਾਨ ਕਹੇਦਾ ਕੀ ਫਾਇਦਾ ਤੁਹਾਨੂੰ, ਜਾਂ ਤੁਹਾਨੂੰ ਪਤਾ ਵੀ ਤੁਹਾਡੀ ਉਹ ਮੂਵਮੈਂਟ ਹੀ ਨਹੀਂ, ਆਪਾਂ ਉਹ ਚ ਬਾਈ ਪ੍ਰੋਕਸੀ ਐਂਟਰੀ ਕਾਹਤੇ ਕਰੀਏ। ਠੀਕ ਹੈ, ਜੇ ਮੈਂ ਤੁਹਾਨੂੰ ਗਰੰਟੀ ਕਰਦਾ ਅੱਜ ਉੱਥੋਂ ਖਾਲਿਸਤਾਨੀ ਤੁਸੀਂ ਕਹੋ ਵੀ ਆਪਾਂ ਖਾਲਿਸਤਾਨੀ ਕੱਢ ਲਿਆ, 1000 ਬੰਦੇ ਤੋਂ ਵੱਧ ਨਹੀਂ ਤੁਸੀਂ ਉੱਥੋਂ ਕੱਢ ਸਕਦੇ। ਠੀਕ ਹੈ, ਉਹ ਰਿਐਲਿਟੀ ਆ। ਬੀ ਰੀਅਲਿਸਟਿਕ, ਜਿੰਨੇ ਜਾਣਾ ਆਪਾਂ ਉਹਨਾਂ ਨੂੰ ਬਿਨ ਕਰ ਲੈਂਦੇ, ਆਪਾਂ ਇਕੱਠੇ ਹੋ ਕੇ ਚਲੋ। ਪਹਿਲੋਂ ਆਪਣਾ ਇੱਕ ਅਕਸ ਬਣਾਓ ਵੀ ਅਸੀਂ ਖਾਲਿਸਤਾਨੀ ਆ, ਅਸੀਂ ਆਹ ਕਰਾਂਗੇ, ਆਹ ਸਾਡਾ ਆਹ ਹੈਗਾ। ਏਦਾਂ ਨਹੀਂ ਖਾਲਿਸਤਾਨ ਬਣਦਾ ਜਦੋਂ ਦਾ ਤੁਹਾਡੇ ਨਾਲ ਲੋਕ ਨਹੀਂ। ਤੁਸੀਂ ਉੱਥੋਂ ਅੱਜ ਦੇ 1% ਵੋਟ ਨਹੀਂ ਜਿੱਤ ਸਕੇ, ਆਪਾਂ ਖਾਲਿਸਤਾਨੀ ਉਵੇਂ ਬਣੇ ਫਿਰਦੇ ਕਿਉਂਕਿ ਆਪਾਂ ਕੰਮ ਹੀ ਕੋਈ ਨਹੀਂ ਕੀਤਾ। ਆਪਾਂ ਪਹਿਲੋਂ ਕੰਮ ਕਰੀਏ ਕਿਸੇ ਸਟੇਜ ਤੇ ਜਾ ਕੇ, ਆਪਾਂ ਪਹਿਲੋਂ ਆਪਣੀ ਐਗਜ਼ਿਸਟੈਂਸ ਸ਼ੋ ਕਰੀਏ ਵੀ ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਦਿਆਂਗੇ, ਫਿਰ ਆਪਾਂ ਕਰਾਂਗੇ। ਆਪਾਂ ਤਾਂ ਆਪਸ ਵਿੱਚ ਹੀ ਜੁੱਤੀ ਪਤਾਣ ਨਹੀਂ ਹੁਣ ਹਟਦੇ। ਆਪਣੇ ਦੋ ਪਾਰਟੀਆਂ ਬਣਦੀਆਂ, ਤੀਜੀ ਉਹਦੇ ਵਿਰੁੱਧ ਬਣ ਜਾਂਦੀ ਆ, ਚੌਥੀ ਉਹਦੇ ਵਿਰੁੱਧ ਬਣ ਜਾਂਦੀ ਆ। ਏਦਾਂ ਨਹੀਂ ਗੱਲ ਬਣਦੀ। ਏਦਾਂ ਜਿਹੜਾ ਖਾਲਿਸਤਾਨ ਦੇ ਸ਼ਰੇਆਮ ਹੱਕ ਜੇ ਆ, ਪਰ ਮੈਂ ਇਹ ਵੀ ਨਹੀਂ ਚਾਹੁੰਦਾ ਵੀ ਆਪਾਂ ਇੱਕ ਬਹੁਤ ਵੱਡੀ ਚੱਲਦੀ ਮੂਵਮੈਂਟ ਨੂੰ ਜਿਹ 'ਚ ਆਪਣੇ ਭਰਾ ਬੈਠੇ ਆ ਉਹਦੇ 'ਚ ਖਾਲਿਸਤਾਨ ਵੀ ਹੋਣਗੇ 1000 2000 4000 5000 ਜਿੰਨੇ ਵੀ ਹੋਣਗੇ। ਮੈਂ ਇਹ ਨਹੀਂ ਚਾਹੁੰਦਾ ਵੀ ਆਪਾਂ ਇੱਥੋਂ ਉਹੀ ਮਤਲਬ ਆਪਣੀ 4 ਨੰਬਰ ਬਣਾਉਣ ਲਈ ਆਪਾਂ ਉਹਨੂੰ ਮਿਸਗਾਈਡ ਕਰੀਏ ਵੀ ਆਪਾਂ ਖਾਲਿਸਤਾਨੀ ਆਪਾਂ ਕਹਿ ਸਕਦੇ। ਮੈਂ ਮੰਨਦਾ ਸੁਪਰੀਮ ਕੋਰਟ ਨੇ ਤੁਹਾਨੂੰ ਕਹਿ ਸਕਦੇ ਆ, ਪਰ ਗਵਰਨਮੈਂਟ ਇਹੀ ਦਾ ਨੈਰੇਟਿਵ ਸੈੱਟ ਕਰਨਾ ਚਾਹੁੰਦੀ ਹੈ ਤੁਹਾਡੇ ਜਨਰਲ ਲੋਕਾਂ ਨੂੰ ਪਿੱਛੇ ਲਾਉਣ ਲਈ। ਤੁਸੀਂ ਕਾਹਦੇ ਗਵਰਨਮੈਂਟ ਦਾ ਨੈਰੇਟਿਵ ਸੈੱਟ ਹੋਣ ਦਓਗੇ ਵੀ ਮੈਂ ਖਾਲਿਸਤਾਨੀ ਉੱਥੇ ਜਾ ਕੇ ਕਹੂੰ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ। ਪਹਿਲੋਂ ਆਪਾਂ ਆਪਣਾ ਕਿਰਦਾਰ ਚੇਂਜ ਕਰੀਏ ਤਾਂ ਕਿ ਆਪਾਂ ਖਾਲਿਸਤਾਨ ਬਣਾਉਣ ਵਾਲੇ ਹੋਈਏ। ਖਾਲਿਸਤਾਨ ਤਾਂ ਬਣੂ। ਥੈਂਕ ਯੂ ਡਾਕਟਰ ਸਾਹਿਬ। ਸਰ ਕਸ਼ਮੀਰ ਸਿੰਘ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਤਾਂ ਤੁਹਾਨੂੰ ਵਧਾਈਆਂ ਨੇ ਦੇਵੀਆਂ। ਕੋਈ ਨਾ ਬਾਈ ਜੀ, ਧੰਨਵਾਦ ਬਹੁਤ ਬਹੁਤ, ਜਿਉਂਦੇ ਬਸਦੇ। ਇਹਦੇ ਕਰਕੇ ਅੱਜ ਵਧਾਈਆਂ ਸਾਨੂੰ, ਇਹ ਵੀ ਬਹੁਤ ਖੁਸ਼ੀ ਆ। ਤਾਂ ਵਧਾਈਆਂ ਤੁਹਾਨੂੰ
ਗਿੱਲ ਸਾਹਿਬ ਚਲੋ ਮਹੀਨੇ ਨੂੰ 20 ਦਿਨਾਂ ਨੂੰ ਇੱਕ ਹੋਰ ਵੀ ਦੇਣੀ ਆ ਜਿਹੜੀ ਜਿਹੜੇ ਮੁੱਦਾ ਜਿੱਤਣ ਆਇਆ ਉਹ ਵੀ ਜਿੰਨਾ ਤੁਸੀਂ ਕੰਮ ਕਰ ਰਹੇ ਆ ਬਹੁਤ ਵਧੀਆ। ਜਿੱਦਾਂ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਵੀ ਬੀਜੇਪੀ ਦੇ ਵਿੱਚ ਪਾਰਟਕ ਬੀਜੇਪੀ ਚ ਪਾਰਟਕ ਅੱਜ ਤੋਂ 10-15-20 ਦਿਨ ਹੋ ਗਏ। ਜਿਹੜੀ ਓਮਾ ਭਾਰਤੀ ਸਿਰਕੜ ਲੀਡਰ ਵਾ ਮੁੱਖ ਮੰਤਰੀ 2 ਵਾਰੀ ਬਣੀ ਹੋਆ ਮੱਧ ਪ੍ਰਦੇਸ਼ ਦੀ ਜੀ ਉਹਦੇ ਨਾਲ ਇੱਕ ਸਾਧਨੀ ਹੋਰ ਰਲ ਗਈ ਆ। ਹੁਣ ਪਹਿਲਾਂ ਬਿਆਨ ਸਾਡੇ ਉਲਟ ਦਿੰਦੇ ਸੀ, ਹੁਣ ਨਾਲ ਰਲ ਗਏ ਉਹ ਵੀ। ਇਹਦੇ ਕਰਕੇ ਬੀਜੇਪੀ ਦੇ ਵਿੱਚ ਤੁਸੀਂ ਕਹੋ ਆਉਣ ਵਾਲੇ ਟਾਈਮ ਦੇ ਵਿੱਚ ਜੇ ਜਿੱਦਾਂ ਰਾਜੇਵਾਲ ਨੇ ਕਿਹਾ ਨਾ ਜੀ, ਉਹ ਰਾਜੇਵਾਲ ਦੀ ਗੱਲ ਵੀ ਸਹੀ ਆ ਵੀ ਸ਼ਾਂਤਮਈ ਬੈਠੇ ਰਹੋ। ਥੋੜਾ ਜਿਹਾ ਜੇ ਆਪਾਂ ਧੱਕਾ ਕਰਾਂਗੇ ਇਹਨਾਂ ਕੋਲ ਸਾਨੂੰ ਨਾ ਕਹਿਣ ਲਈ ਮਿਲ ਜਾਣੀਆਂ ਗੱਲਾਂ ਵੀ ਇਹ ਸਾਡੇ ਏਰੀਆ ਦੇ ਵਿੱਚ ਟਰੈਕਟਰਾਂ ਨੂੰ ਆਪਣੇ ਗਿੱਲ ਸਾਹਿਬ ਦੂਏ ਲਾਤੇ ਆ ਉੱਤੇ ਸਾਰਾ ਕੁਝ ਕਵਰ ਕਰਤਾ। ਸਾਡੇ ਤੇ ਆਦਮਪੁਰ ਏਰੀਏ 'ਚ ਟਰੈਕਟਰ ਪਰ ਠੀਕ ਆ ਜੇ ਜਾਣਾ ਪਿਆ ਵੀ ਸ਼ਾਂਤੀ ਨਾਲ ਜਾਓ, ਪਰ ਇਹ ਆ ਵੀ ਧੱਕਾ ਕਰਕੇ ਨਾ ਹੋਰ ਨਾ ਸਾਡੇ ਮੁੜ ਕੇ ਸਾਡੀ ਸਾਰੀ ਕੀਤੀ ਕਰਾਈ ਖੂਹ ਦੇ ਵਿੱਚ ਪਾ ਬਿਲਕੁਲ ਠੀਕ ਹੈ। ਇਹਦੇ ਕਰਕੇ ਝਗੜਾ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਜੋ ਵੀ ਜਿਹੜੀ ਗੱਲ ਚਟਾਲਿਆਂ ਦੀ ਗੱਲ ਕਰਦੇ ਆ, ਚਟਾਲਿਆਂ ਨੇ ਤਾਂ ਆਪਣੇ ਮੁੰਡਿਆਂ ਦਾ ਸਿਰ ਕੱਢ ਮੁੰਡਾ ਸੀਗਾ, ਇਹਨੇ ਆਉਣ ਵਾਲੇ ਟਾਈਮ 'ਚ ਮੁੱਖ ਮੰਤਰੀ ਬਣਨਾ ਜੇ ਉਦੋਂ ਹੀ ਛੱਡ ਦਿੰਦਾ ਇਹ। ਪਰ ਇਸ ਬੰਦੇ ਨੇ ਉਹ ਚਿਪਕ ਕੇ ਨਾ ਰਿਹਾ ਕੁਰਸੀ ਦੇ, ਪਰ ਨਹੀਂ ਇਹਨੇ ਆਪਣਾ ਜਿਹੜਾ ਵਜੂਦ ਖਤਮ ਕਰ ਲਿਆ। ਚਟਾਲੇ ਆ ਗਿਆ ਮੁੜ ਕੇ ਫੇਰ ਉਹਦਾ ਜਿਹੜਾ ਮੁੰਡਾ ਦੂਜਾ ਚਾਚਾ ਦੇ ਲੋ ਕਿੰਨੀਆਂ ਗੱਲਾਂ ਵਧੀਆ ਕਰ ਰਿਹਾ ਵੀ ਜੋ ਉਹ ਪੁੱਛਦੇ ਵੀ ਇਹਦੀ ਗੱਲ ਕਰਦੇ ਆ, ਉਹ ਕਹਿੰਦੇ ਨਹੀਂ ਇਹਦੀ ਗੱਲ ਨਾ ਤੁਸੀਂ ਕਰੋ, ਤੁਸੀਂ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਆ। ਇਹ ਬੰਦੇ ਨੂੰ ਉਦੋਂ ਹੀ ਛੱਡ ਦੇਣਾ ਚਾਹੀਦਾ। ਦੇਖੋ ਸਾਰਾ ਰਿਹਾ ਗਿੱਲ ਸਾਹਿਬ ਇੱਕ ਹਰਿਆਣਾ ਦੇਖੋ ਕਿੱਦਾਂ। ਇੱਕ ਹੋਰ ਤੁਸੀਂ ਸਾਰੇ ਆਪਾਂ ਵਧਾਈ ਦੇ ਪਾਤਰ ਵੀ ਸਾਡਾ ਸਿੱਖ ਧਰਮ ਜਿਹੜਾ ਆ ਅੱਜ ਹਿੰਦੁਸਤਾਨ ਦੇ ਵਿੱਚ ਜਿੱਥੇ ਜਿਹੜੇ ਸਾਡੇ ਲੋਕਾਂ ਨੂੰ ਪਤਾ ਨਹੀਂ ਸੀ ਵੀ ਸਿੱਖ ਕੌਣ ਹੁੰਦੇ ਆ, ਅੱਜ ਹਿੰਦੁਸਤਾਨ ਦੇ ਵਿੱਚ ਸਿੱਖ ਲੀਡ ਕਰਨ ਡਿਆ ਸਾਰਿਆਂ ਨਾਲ ਜ਼ਿਆਦਾ। ਜੀ ਧੰਨਵਾਦ ਬਾਈ ਜੀ। ਇੱਕ ਗਿੱਲ ਸਾਹਿਬ ਹੋਰ ਤੁਹਾਡਾ ਪ੍ਰੋਗਰਾਮ ਜਿੱਦਾਂ ਤੁਸੀਂ ਜ਼ਰੂਰ ਆਈ, ਤੁਹਾਡੇ ਹੈਗੇ ਕਹਿੰਦੇ ਹੁੰਦੇ ਵੀ ਭਗਤੀ ਲਾ ਲਓ ਵੀ ਨਾ ਭਰਾ ਤੁਸੀਂ 1 ਘੰਟੇ ਦਾ ਜ਼ਰੂਰ ਲਿਆਵੋ। ਤੇ ਬਾਕੀ ਇੱਕ ਮੈਂ ਤੁਹਾਨੂੰ ਇਹ ਨਾ ਜੇ ਤੁਹਾਡੇ ਟਾਕ ਸ਼ੋ ਦੇ ਤੁਹਾਡੇ ਮੀਡੀਆ ਦੇ ਵਿੱਚ ਹੀ ਰੇਡੀਓ ਦੇ ਕੁਝ ਬੰਦੇ ਆ, ਕੱਲ ਵੀ ਮੈਂ ਹੋਲਡ ਕਰਕੇ ਬੈਠਾ ਰਿਹਾ, ਪਰਸੋਂ ਵੀ ਬੈਠਾ, ਐਂਡ ਤੇ ਜਾਈ ਜਿਹੜੇ ਟਾਈਮ ਆਉਂਦਾ ਉਹ ਹੈਗਾ ਜੀ ਜਸਵੀਰ ਰਮਾਣਾ। ਇਹਦੇ ਕਰਕੇ ਜਿਹੜੇ ਅਸੀਂ ਕਾਲਾਂ ਕਰਦੇ ਆ ਕੁਰਸੀ ਤੇ ਲੱਤਾਂ ਚੱਕ ਕੇ ਨਾ ਬਹਿ ਜਾ ਕਰਨ, ਪਤਾ ਨਹੀਂ ਕੀ ਕਹਿ ਦੇਣਾ ਆ। ਇਹਦੇ ਕਰਕੇ ਉਹਦਾ ਸਾਹਮਣਾ ਕਰੋ, ਸਾਹਮਣਾ ਕਰਕੇ ਗੱਲ ਕਰੋ। ਇਹ ਨਾ ਲਿਆਵੋ ਕੋਈ ਮਿਲਟਰੀ ਆ ਲੈਣ ਦਾ ਟਾਈਮ ਖਰਾਬ ਹੁੰਦਾ ਉਦਾਂ ਦੇ ਬੰਦੇ ਲਿਆ ਕੇ। ਥੈਂਕ ਯੂ ਬਾਈ ਜੀ। ਨਹੀਂ ਲਟਾਇਰ ਹੋਏ MP ਨਾਲ ਲੈ ਆਵੋ। ਥੈਂਕ ਯੂ ਬਾਈ ਜੀ। ਕੋਈ ਨਾ ਟਾਈਮ ਖਰਾਬ ਕਰਨ ਵਾਲੀ ਗੱਲ ਆ। ਥੈਂਕ ਯੂ ਬਾਈ ਜੀ। ਕਸ਼ਮੀਰ ਸਿੰਘ ਜੀ ਥੈਂਕ ਯੂ। ਸਟਾਫ ਪ੍ਰਭਜੋਤਪਾਲ ਸਿੰਘ ਜੀ ਲਾਈਨ ਨੰਬਰ 1। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ ਸਿੰਘ ਸਾਹਿਬ, ਪਹਿਲਾਂ ਤਾਂ ਸਭ ਤੋਂ ਪਹਿਲਾਂ ਵਧਾਈਆਂ ਤੁਹਾਨੂੰ ਇਹ ਤੇ ਜਿੱਦਾਂ ਬਹੁਤ ਵਧੀਆ। ਥੈਂਕ ਯੂ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਦੇਖੋ ਮੈਂ ਖਾਲਿਸਤਾਨੀ ਆ ਤੇ ਮੈਂ ਜਿਹੜਾ ਆ ਕਿਸਾਨ ਮੋਰਚੇ ਦਾ ਜਿਹੜਾ ਸਪੋਰਟ ਕਰਦਾ ਆ ਜੀ। ਤੇ ਇਸੇ ਤਰ੍ਹਾਂ ਜਿਹੜੇ ਆ ਸਾਡੀ ਪਾਰਟੀ ਤੇ ਜਿਹੜਾ ਹੋਰ ਵੀ ਜਿੰਨੇ ਵੀ ਖਾਲਿਸਤਾਨੀ ਆ ਉਹ ਕਿਸਾਨ ਮੋਰਚੇ ਦੀ ਜਿਹੜੀ ਸਪੋਰਟ ਕਰਦੇ ਆ। ਦੇਖੋ ਖਾਲਿਸਤਾਨੀ ਕੋਈ ਇਹੋ ਬਾਈ ਪ੍ਰੋਕਸੀ ਕੋਈ ਨਵਾਂ ਨਹੀਂ ਆਇਆ। ਖਾਲਿਸਤਾਨ ਦੀ ਜਿਹੜੀ ਮੂਵਮੈਂਟ 84 ਤੋਂ ਚੱਲਦੀ ਹੈ। ਤੇ ਮੈਂ ਮੜ ਜਾ ਜਿੱਦਾਂ ਥੋੜੀ ਗੱਲ ਕਰਨੀ ਚਾਹੁੰਦਾ ਆ। ਦੇਖੋ ਸਾਨੂੰ ਇਹੋ ਗੱਲ ਕਹੀ ਜਾ ਰਹੀ ਆ ਵੀ ਤੁਸੀਂ ਆਪਣਾ ਵਜੂਦ ਛੱਡ ਦਿਓ ਤੇ ਹੁਣ ਉਹ ਗੱਲ ਕਰੋ ਜਿਹੜੀ ਹੋ ਰਹੀ ਹੈਗੀ ਆ ਕਿਸਾਨਾਂ ਦੇ ਮੋਰਚੇ ਦੀ ਕਰੋ। ਉੱਥੇ ਕਹਿੰਦੇ ਆ ਤੁਸੀਂ ਕਸ਼ਮੀਰ ਦੀ ਗੱਲ ਨਹੀਂ ਕਰਦੇ, NRC ਦੀ ਗੱਲ ਨਹੀਂ ਕਰ ਸਕਦੇ, ਹੋਰ ਕਿਸੇ ਦੀ ਵੀ ਗੱਲ ਕਰ ਸਕਦੇ। ਦੂਸਰੇ ਪਾਸੇ ਕਹਿੰਦੇ ਆਓ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਗੱਲ ਕਰੀਏ। ਹੁਣ ਜੇ ਤੁਸੀਂ ਕਹੋ ਵੀ ਮੈਂ ਪ੍ਰਭਜੋਤਪਾਲ ਸਿੰਘ ਆਪਣਾ ਨਾਂ ਛੱਡ ਕੇ ਤੇ ਉੱਥੇ ਬੇਨਾਮ ਹੋ ਕੇ ਖੜਾ ਹੋਵਾਂ ਤੇ ਉਹ ਗੱਲ ਬਣਦੀ ਨਹੀਂ ਹੈਗੀ। ਕਿਉਂ ਮੇਰਾ ਜਿਹੜਾ ਨਾਂ ਆ ਜਦੋਂ ਮੈਂ ਆਪਣਾ ਵਜੂਦ ਹੀ ਛੱਡ ਦਿੱਤਾ ਤਾਂ ਫੇਰ ਜਿਹੜਾ ਜਿਹੜੀ ਵੀ ਮੈਂ ਗੱਲ ਕਰੂੰਗਾ ਉਹ ਸਿਰਫ ਤੇ ਸਿਰਫ ਮਤਲਬੀ ਵਕਤੀ ਹੋਊਗੀ, ਉਹਦਾ ਕੋਈ ਜਿੱਦਾਂ ਧਰਾਤਲ ਨਹੀਂ ਹੋਊਗਾ। ਹਾਂ ਇਹ ਗੱਲ ਸਹੀ ਆ ਵੀ ਸਾਡੇ ਨਾਲ ਬਹੁਤ ਨਹੀਂ ਜੁੜੇ, ਪਰ ਜੇ ਦੂਸਰੇ ਪਾਸੇ ਜਿਹੜੀ ਅਸੀਂ ਗੱਲ ਕਹਿੰਦੇ ਆ ਵੀ ਆਪਣਾ ਕੁਝ ਕਰਕੇ ਤਾਂ ਦਿਖਾ ਲਓ, ਜਿਹੜਾ ਕੋਈ ਆਪਣਾ ਇਹੋ ਜਿਹਾ ਦੱਸੋ ਤਾਂ ਸਹੀ ਵੀ ਤੁਸੀਂ ਕਰ ਕੀ ਸਕਦੇ ਆ। ਜਿੰਨੀ ਦੇਰ ਤੁਹਾਡੇ ਕੋਲ ਤਾਕਤ ਨਹੀਂ ਹੁੰਦੀ ਉਨੀ ਦੇਰ ਉਹ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਆ। ਪਿਛੋਕੜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਹੋਏ ਹੈਗੇ ਆ, ਜਿਹਨਾਂ ਤੋਂ ਅਸੀਂ ਦੇਖ ਕੇ ਅਸੀਂ ਸੋਚ ਸਕਦੇ ਹਾਂ ਵੀ ਬਾਕੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਗਵਾਈ ਆ ਅੱਜ UNO ਦੇ ਵਿੱਚ ਗੱਲ ਹੋ ਰਹੀ ਆ, ਅੱਜ ਦੂਜਾ ਅਮਰੀਕਾ ਦੇ ਜਿਹੜੇ ਦੂਜਾ ਕਾਂਗਰਸ ਦੇ ਵਿੱਚ ਉੱਥੇ ਖੜ ਕੇ ਉਹਦੇ ਬਾਰੇ ਗੱਲ ਕੀਤੀ ਜਾਂਦੀ ਆ ਵੀ ਜਿਹੜਾ ਇਹੋ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਿਧਾਂਤ ਆ ਉਹ ਬਹੁਤ ਵਧੀਆ ਹੈਗੇ ਆ। ਤੇ ਉਹ ਦੂਸਰੇ ਪਾਸੇ ਜੇ ਲੰਗਰ ਚੱਲਦੇ ਆ, ਸ਼ੈਲਟਰ ਬਣਦੇ ਆ, ਹੋਰ ਸਾਰਾ ਕੰਮ ਹੁੰਦਾ ਆ ਉਸੇ ਗੁਰੂ ਦੇ ਸਿਧਾਂਤਾਂ ਦੇ ਅਧੀਨ, ਤਾਂ ਉੱਥੇ ਕੋਈ ਇਤਰਾਜ਼ ਨਹੀਂ ਹੁੰਦਾ। ਤੇ ਜਿਹੜੇ ਸਾਡੇ ਇਹੋ ਲੀਡਰ ਹੈਗੇ ਆ ਜਦੋਂ ਇਹੋ ਗੱਲ ਕਹਿੰਦੇ ਆ ਵੀ ਤੁਸੀਂ ਖਾਲਿਸਤਾਨ ਦੀ ਗੱਲ ਛੱਡ ਦਿਓ ਜੀ, ਨਹੀਂ ਤਾਂ ਸਾਨੂੰ ਅੱਤਵਾਦੀ ਕਹਿ ਦੇਣਗੇ, ਉਹ ਲੀਡਰਾਂ ਨੂੰ ਮੈਨੂੰ ਦੂਜਾ ਕਿੰਨਾ
ਸ਼ਰਮ ਆਉਂਦੀ ਆ ਵੀ ਉਹ ਆਪਣੇ ਆਪ ਨੂੰ ਇੰਟੈਲੀਜੈਂਟ ਕਹਾਉਂਦੇ ਆ, ਤੇ ਉਹ ਹੀ ਜਿਹੜੇ ਇੱਕ ਸ਼ਾਂਤਮਈ ਜਿਹੜਾ ਖਾਲਿਸਤਾਨ ਦੀ ਗੱਲ ਕਰ ਰਹੇ ਆ, ਉਹਨਾਂ ਨੂੰ ਉਹ ਸਰਕਾਰ ਦੀ ਕਹੀ ਹੋਈ ਗੱਲ ਉਹਦੀ ਪ੍ਰੋੜਤਾ ਕਰਦੇ ਆ ਵੀ ਹਾਂ ਜੇ ਖਾਲਿਸਤਾਨੀ ਆ ਤੇ ਉਹ ਅੱਤਵਾਦੀ ਹੈਗੇ ਆ। ਸੋ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਦੋਂ ਮੈਂ ਆਪਣੀਆਂ ਜੇ ਮੰਗਾਂ ਲੈ ਕੇ ਤੁਰਿਆ ਤੇ ਉੱਥੇ ਜੇ ਕਿਸੇ ਦੇ ਵੀ ਹੱਕ ਹੈਗੇ ਆ ਉਹਦੇ ਲਈ ਵੀ ਸਾਨੂੰ ਖੜਨਾ ਚਾਹੀਦਾ ਆ। ਇੱਥੇ ਪਿਛੋਕੜ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦੀ ਸੀ, ਜਦੋਂ ਮੋਦੀ ਸਾਹਿਬ ਵੀ ਆਏ ਆ ਉਦੋਂ ਜਿਹੜਾ ਹੈਗਾ ਗੁਜਰਾਤ ਦੇ ਜਾਂ ਜਿਹੜੇ ਆ ਈਵਨ ਇੱਥੇ ਆਪਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੈਂ ਜਿਹੜਾ ਪੋਸਟਰ ਫੜਿਆ ਸੀ, ਉਹਦੇ ਵਿੱਚ ਕ੍ਰਿਸਚੀਅਨਸ ਦੀ ਗੱਲ ਸੀਗੀ ਜਿਹੜੇ ਉੱਥੇ ਮਾਰੇ ਗਏ ਹੈਗੇ ਆ। ਸੋ ਅਸੀਂ ਜਿਹੜੀ ਸਾਰਿਆਂ ਦੀ ਗੱਲ ਕਰਦੇ ਆ, ਤੇ ਅੱਜ ਜੇ ਕਿਸਾਨ ਸੰਘਰਸ਼ ਆ ਉਹਦੇ ਵਿੱਚ ਐਜ਼ ਅ ਖਾਲਿਸਤਾਨੀ ਅਸੀਂ ਹੈਗੇ ਆ। ਇਸ ਗੱਲ ਨੂੰ ਕਹੀ ਜਾਓ ਵੀ ਖਾਲਿਸਤਾਨੀ ਨਹੀਂ ਹੈਗੇ, ਕੀ ਗੱਲ ਸਾਡੇ ਖੇਤ ਨਹੀਂ, ਕੀ ਗੱਲ ਸਾਡੇ ਭਰਾ ਨਹੀਂ, ਕੀ ਅਸੀਂ ਰੋਟੀ ਨਹੀਂ ਖਾਂਦੇ? ਜੇ ਕਿਉਂ ਸਾਨੂੰ ਵਿੱਚੋਂ ਬਾਹਰ ਕੱਢਿਆ ਜਾ ਰਿਹਾ? ਕਿਉਂ ਸਰਕਾਰ ਦੇ ਨੈਰੇਟਿਵ ਨੂੰ ਜ਼ੋਰ ਦਿੱਤਾ ਜਾ ਰਿਹਾ ਵੀ ਜੇ ਖਾਲਿਸਤਾਨੀ ਆ ਤਾਂ ਉਹ ਅੱਤਵਾਦੀ ਆ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਖੈਰ ਇਹ ਤਾਂ ਹੋਰ ਤਾਂ ਕਿਸੇ ਨੇ ਨਹੀਂ ਕਿਹਾ, ਇਹ ਤਾਂ MP ਜਿਹੜਾ ਧਰਮਵੀਰ ਗਾਂਧੀ ਨੇ ਗੱਲ ਕੀਤੀ, ਜਿਹੜੀ ਆਪਾਂ ਗੱਲ ਕੀਤੀ। ਧਰਮਵੀਰ ਗਾਂਧੀ ਇੱਕ ਉਸ ਦਾ MP ਹੈ, ਉਸ ਅੰਦਰ ਬੈਠਾ ਪਾਰਲੀਮੈਂਟ ਦੇ ਵਿੱਚ, ਉਹਨੇ ਗੱਲ ਕੀਤੀ, ਕਹਿੰਦਾ ਮੈਂ ਰਾਜਸਥਾਨ ਦੇ ਕਿਸਾਨ ਨੇ ਕਿਹਾ ਸੀ ਆ ਕੇ। ਬਾਕੀ ਜਿਹੜੇ ਸੰਘਰਸ਼ ਨੇ ਉਹ ਕਈ ਵਾਰ ਜਦ ਆਪਾਂ ਹਾਰ ਜਾਂਦੇ ਹਾਂ ਫਿਰ ਅਸੀਂ ਖੁਦ ਜਿਹੜਾ ਹੀਣਤਾ 'ਚ ਚਲੇ ਜਾਂਦੇ ਹਾਂ। ਉਹੀ ਸਮਾਂ ਸੀ ਜਦ ਸੰਘਰਸ਼ ਜ਼ੋਰਾਂ 'ਤੇ ਸੀ, ਹਰੇਕ ਨੌਜਵਾਨ ਮੁੰਡਾ ਖੱਟੀ ਦਸਤਾਰ ਬੰਨ੍ਹ ਕੇ ਕਹਿੰਦਾ ਸੀ ਮੈਂ ਇਹਨਾਂ ਦੇ ਨਾਲ ਦਾ। ਵਕਤ ਦੀਆਂ ਗੱਲਾਂ। ਸਰਾਬ ਮਨਜੀਤ ਸਿੰਘ ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਜੀ ਗਿਲ ਸਾਹਿਬ। ਸਤਿ ਸ੍ਰੀ ਅਕਾਲ ਬਾਈ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਡੇ ਵੱਡੇ ਵੀਰ ਜੀ ਦਾ ਜਿਹੜੀ ਪੋਸਟਿੰਗ ਹੋਈ ਆ ਉਹਦੇ ਲਈ। ਧੰਨਵਾਦ। ਮੈਂ ਉਸ ਦੀ ਵਧਾਈ ਤੁਹਾਨੂੰ ਇਸ ਤਰ੍ਹਾਂ ਦੇਣਾ ਚਾਹੁੰਦਾ ਵੀ ਕੋਈ ਵੀ ਗੁਰਸਿੱਖ, ਕੋਈ ਵੀ ਗੁਰੂ ਨਾਨਕ ਨਾਮ ਲੇਵਾ ਸਿੰਘ ਜਿਹੜਾ ਦੁਨੀਆ ਦੇ ਵਿੱਚ ਕਿਤੇ ਵੀ ਉਹਦਾ ਨਾਂ ਆਉਂਦਾ ਆ ਤਾਂ ਸਾਡੀ ਸਾਰੀ ਕੌਮ ਦਾ ਸਿਰ ਉੱਚਾ ਹੁੰਦਾ। ਧੰਨਵਾਦ ਬਾਈ ਜੀ। ਇਸ ਕਰਕੇ ਮੈਂ ਆਪਣੇ ਤੌਰ ਤੇ ਪਰਸਨਲੀ ਇਹਨੂੰ ਬਹੁਤ ਵੱਡੀ ਵਧਾਈ ਸਾਰੀ ਸਿੱਖ ਕੌਮ ਲਈ ਮੰਨਦਾ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਮਿਹਨਤਾਂ ਕੀਤੀਆਂ ਦੇ ਫਲ ਮਿਲਦੇ ਆ। ਦੂਸਰੀ ਗੱਲ ਦੇਖੋ, ਇਹ ਜਿਹੜਾ ਸੰਘਰਸ਼ ਦੀ ਗੱਲ ਹੋ ਰਹੀ ਆ, ਖਾਲਿਸਤਾਨ ਦੀ ਗੱਲ ਹੋ ਰਹੀ ਆ, ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਵਸਦਾ ਹੀ ਗੁਰਾਂ ਦੇ ਨਾਂ ਤੇ ਆ। ਉਹਦੇ ਵਿੱਚੋਂ ਤੁਸੀਂ ਸਿੱਖੀ ਸਿਧਾਂਤਾਂ ਨੂੰ, ਗੁਰਾਂ ਨੂੰ ਕੱਢ ਨਹੀਂ ਸਕਦੇ। ਜੋ ਮਰਜ਼ੀ ਆ ਬਾਕੀ ਹੁੰਦਾ ਰਵੇ, ਪੋਲੀਟਿਕਸ ਦੇ ਵਿੱਚ ਜੋ ਮਰਜ਼ੀ ਹੁੰਦਾ ਰਵੇ, ਸਿੱਖੀ ਸਿਧਾਂਤਾਂ ਦੀ ਗੱਲ ਨਿਕਲ ਨਹੀਂ ਸਕਦੀ। ਔਰ ਸਿੱਖੀ ਸਿਧਾਂਤਾਂ ਦੀ ਗੱਲ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਆ। ਉਹਦੇ ਵਿੱਚ ਜਿਹੜਾ ਪਿਛੋਕੜ ਆ 78 ਤੋਂ ਚੱਲਦਾ ਆਉਂਦਾ, ਉਹ ਨਾਲ ਤੁਰਦਾ ਆ। ਉਹਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਆ ਜ਼ੋਰ ਲਾ ਲੈਣ, ਜਿੰਨਾ ਮਰਜ਼ੀ ਕਹਿ ਲੈਣ। ਦੂਸਰੀ ਗੱਲ ਹੁੰਦੀ ਆ ਦੇਸ਼ ਬਣਨੇ, ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਇਹ ਸਾਲਾਂ ਦੀ ਗੱਲ ਨਹੀਂ ਹੁੰਦੀ, ਨਾ ਇਹ ਡੈਕੇਡਸ ਦੀ ਗੱਲ ਹੁੰਦੀ ਹੈ। ਇਹ ਬਜਵੇਲੇ ਸੰਘਰਸ਼ ਸੈਂਚੁਰੀਆਂ ਲੰਮੇ ਚੱਲ ਜਾਂਦੇ ਆ। ਇੱਕ ਗੱਲ ਸੋਚਣ ਵਾਲੀ ਇਹ ਆ, ਇੱਕ ਉਹ ਵੀ ਟਾਈਮ ਸੀਗਾ ਜਦੋਂ ਖਾਲਿਸਤਾਨ ਦਾ ਨਾਂ ਲੈਣਾ ਇੱਕ ਤਰ੍ਹਾਂ ਦਾ ਗੁਨਾਹ ਬਣਾ ਦਿੱਤਾ ਗਿਆ ਸੀ। ਔਰ ਹੁਣ ਉਹ ਖਾਲਿਸਤਾਨ ਦਾ ਨਾਂ ਪਾਰਲੀਮੈਂਟ ਵਿੱਚ ਵੀ ਲਿਆ ਜਾਂਦਾ, ਸੁਪਰੀਮ ਕੋਰਟ ਵਿੱਚ ਵੀ ਲਿਆ ਜਾਂਦਾ, ਸਾਰੀ ਦੁਨੀਆ ਦੇ ਉੱਤੇ ਲਿਆ ਜਾਂਦਾ। ਔਰ ਕਹਿੰਦੇ ਹੁੰਦੇ ਜਿਹੜੀ ਚੀਜ਼ ਆ ਨਾ ਨਾਂ ਐਸਟੈਬਲਿਸ਼ ਹੋ ਜਾਵੇ ਉਹ ਇੱਕ ਦਿਨ ਹੋ ਕੇ ਰਹਿੰਦੀ ਆ। ਠੀਕ ਆ, ਹੁਣ ਦੇ ਟਾਈਮ ਦੇ ਵਿੱਚ ਇਹ ਸੰਘਰਸ਼ ਜਿਹੜਾ ਚੱਲ ਰਿਹਾ ਆ ਇਹਦੀ ਕਾਮਯਾਬੀ ਹੋਣੀ ਚਾਹੀਦੀ ਆ। ਉਹ ਤੋਂ ਬਾਅਦ ਦੇ ਵਿੱਚ ਇਹ ਵੀ ਚੱਲੂਗਾ, ਕਿਉਂਕਿ ਇਹ ਚਾਲਾਂ ਜਿਹੜੀਆਂ ਇਹਨਾਂ ਨੇ ਚੱਲਣੋਂ ਹਟਣਾ ਨਹੀਂ। ਮੈਨੂੰ ਇਹ ਆ ਵੀ ਜਿਹੜੇ ਇਹ ਹੁਣ 3 ਖੇਤੀ ਬਿੱਲ ਉਹਨਾਂ ਨੇ ਪਾਸ ਕਰਤੇ, ਹੁਣ ਉਹਨਾਂ ਨੂੰ ਵਾਪਸ ਕਰਨ ਲਈ ਐਡਾ ਵੱਡਾ ਸੰਘਰਸ਼ ਹੋ ਰਿਹਾ। ਦੇਖੋ ਜੇ ਉਹਦਾ ਕਿਤੇ ਆਪਾਂ ਖੇਚਲ ਖਰਚਾ ਉਹਦਾ ਕਾਊਂਟ ਕਰਕੇ ਦੇਖੀਏ, ਕਿੰਨੀ ਵੱਡੀ ਖੇਚਲ, ਕਿੰਨਾ ਵੱਡਾ ਖਰਚਾ, ਕਿੰਨਾ ਲੋਕਾਂ ਨੇ ਤਸ਼ੱਦਦ ਸਹਿਆ, ਕਿੰਨਾ ਲੋਕਾਂ ਨੇ ਜਾਨਾਂ ਕੁਰਬਾਨ ਕੀਤੀਆਂ, ਉਹਦੀ ਜੇ ਕਿਤੇ ਆਪਾਂ ਲੇਖਾ ਜੋਖਾ ਕਰੀਏ ਤਾਂ ਉਹਦੀ ਕੋਈ ਮਤਲਬ ਮੁੱਲ ਪਾਇਆ ਨਹੀਂ ਜਾ ਸਕਦਾ, ਬਹੁਤ ਜ਼ਿਆਦਾ ਵੱਡਾ। ਉਹਦੇ ਵਿੱਚੋਂ ਨਿਕਲਣਾ ਕੀ ਹੈ, ਜੇ ਉਹ 3 ਖੇਤੀ ਕਾਨੂੰਨ ਉਹਨਾਂ ਨੇ ਬਣਾਤੇ ਉਹ ਵਾਪਸ ਲੈ ਲੈਣ, ਅਸੀਂ ਇਹਦੀ ਖੁਸ਼ੀ ਮਨਾਵਾਂਗੇ, ਠੀਕ ਆ। ਪਰ ਹੋਊਗਾ ਕੀ, ਫਿਰ ਉਹ ਦੁਬਾਰਾ ਉੱਦਾਂ ਦੇ ਹੋਰ ਬਣਾ ਦੇਣਗੇ, ਫਿਰ ਇਹ ਚੱਕਾਂਗੇ। ਕਿਉਂ ਨਹੀਂ ਉਹਨੂੰ ਮਤਲਬ ਇਸ ਗੱਲ ਨੂੰ ਏਦਾਂ ਲਿਆ ਜਾਂਦਾ? ਪਹਿਲੀ ਗੱਲ ਤਾਂ ਉਹਦੇ 3 ਖੇਤੀ ਕਾਨੂੰਨ ਵਾਪਸ ਕਰਾਉਣ ਦੀ ਜਿਹੜੀ ਗੱਲ ਹੈਗੀ, ਠੀਕ ਆ, ਉਹ ਇੱਕ ਹਿੰਡ ਆ, ਭਗਾ ਲਓ। ਪਰ ਉਹ ਸਵਾਮੀਨਾਥਨ ਰਿਪੋਰਟ ਜਿਹੜੀ ਆ ਉਹਦੀ ਗੱਲ ਹੋਣੀ ਚਾਹੀਦੀ ਆ। ਪੰਜਾਬ ਦੀਆਂ ਜਿਹੜੀਆਂ ਹੋਰ ਮੰਗਾਂ ਆ ਉਹਨਾਂ ਦੀ ਵੀ ਗੱਲ ਹੋਣੀ ਚਾਹੀਦੀ ਆ। ਕੱਲ੍ਹ ਨੂੰ ਇਹ ਵੀ ਗੱਲ ਹੋਣੀ ਆ, ਕਿਉਂਕਿ ਦੇਖੋ ਹੁਣ ਹਰਿਆਣਾ, ਯੂਪੀ, ਰਾਜਸਥਾਨ ਸਾਰੇ ਇਕੱਠੇ ਆ ਜੀ। ਔਰ ਜਦੋਂ ਇੱਥੋਂ ਇਹ ਜਿੱਤ ਹੋ ਗਈ, ਸ਼ਾਂਤਮਈ ਹੋ ਗਿਆ ਕੰਮ, ਹੋ ਸਕਦਾ ਫਿਰ ਉਹੀ SYL ਦਾ ਫਿਰ ਮੁੱਦਾ ਨਿਕਲੇ ਵੀ ਹੁਣ ਹਰਿਆਣੇ ਨੂੰ ਪਾਣੀ ਦੀ ਲੋੜ ਆ, ਫਿਰ ਤੁਸੀਂ ਕਿਸ ਹਿਸਾਬ ਨਾਲ ਉਹਨਾਂ ਦੇ ਨਾਲ ਨਜਿੱਠੋਗੇ, ਇਹ ਵੀ ਸੋਚਣ ਦੀ ਗੱਲ ਆ। ਤੀਜਾ ਮੈਂ ਤਾਂ ਇਹ ਸੋਚਦਾ ਵੀ ਐਂਡ ਦਾ ਲੌਂਗ ਰਨ, ਜੇ ਦੇਖੋ ਜਿਹੜੀਆਂ ਹੁਣ ਪੰਜਾਬੀ ਦੇ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਆਪਣੀਆਂ ਜੋਤਾਂ ਛੋਟੀਆਂ ਹੋਈ ਜਾ ਰਹੀਆਂ, ਜ਼ਮੀਨ ਵੰਡੀ ਜਾ ਰਹੀ ਆ ਜੀ, ਉਹ ਜ਼ਮੀਨਾਂ ਦੇ ਉੱਤੇ ਜੇ ਇੱਕ ਕਾਰਪੋਰੇਸ਼ਨ ਆ ਕੇ
ਇੱਕ ਖੇਤੀ ਕਰ ਸਕਦੀ ਆ, ਉਹ ਕੀ ਕੋਆਪ ਮਾਡਲ ਆ। ਜੇ ਉਹ ਖੇਤੀ ਕਰਕੇ ਉਹ 'ਚੋਂ ਕਾਮਯਾਬ ਹੋ ਸਕਦੇ ਆ, ਸਾਡੇ ਪੰਜਾਬ ਦੇ ਕਿਸਾਨਾਂ ਨੂੰ, ਵੀਰਾਂ ਨੂੰ ਸਿਰ ਜੋੜ ਕੇ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਆ ਕਿ ਅਸੀਂ ਫਿਊਚਰ ਦੇ ਵਿੱਚ ਆਪਣੇ ਆਪ ਨੂੰ ਜੇ ਬਚਾਉਣਾ ਤਾਂ ਅਸੀਂ ਇਹਨੂੰ ਕਿੱਦਾਂ ਬਚਾਈਏ। ਔਰ ਮੈਂ ਆਪਣੇ ਤੌਰ ਤੇ ਸੋਚਦਾ ਵੀ ਜੇ ਉਹ ਕੋਆਪ ਖੇਤੀ ਦਾ ਮਾਡਲ ਉਹਦੇ 'ਚ ਤਿਆਰ ਕਰਨ, ਉਹਦੇ ਵਿੱਚ ਉਹਨਾਂ ਦੀ ਭਲਾਈ ਨਿਕਲੂਗੀ। ਦੂਸਰਾ, ਭਾਈਚਾਰਾ ਵਧੂਗਾ। ਦੇਖੋ ਹੁਣ ਅੱਗੇ ਸਰਪੰਚੀ ਦੀਆਂ ਵੋਟਾਂ ਖਾਤਰ, ਪੰਚਾਂ ਦੀ ਖਾਤਰ ਕਾਂਗਰਸੀ ਅਕਾਲੀਆਂ ਦੇ ਵਿੱਚ ਪਿੰਡ ਵੰਡ ਦਿੱਤੇ ਸੀਗੇ, ਹੁਣ ਉਹ ਇਕੱਠੇ ਹੋ ਰਹੇ ਆ। ਹੁਣ ਵੀ ਤਾਂ ਉਹੀ ਪਰਿਵਾਰ ਆ, ਉਹੀ ਜ਼ਿਮੀਂਦਾਰ ਆ ਜਿਹੜਾ ਦੂਜੇ ਨੂੰ ਜੱਟ ਦੇ ਆਪਣੇ ਖੇਤ ਦੇ ਕੋਲ ਦੀ ਲੰਘਣ ਨੂੰ ਘੰਗੂਰਾ ਮਾਰਦਾ ਸੀ, ਹੁਣ ਉਹਦੇ ਖੇਤਾਂ ਦਾ ਪਾਣੀ ਲਾਉਂਦਾ, ਹੁਣ ਉਹਦੀਆਂ ਖਾਦਾਂ ਪਾਉਂਦੇ ਆ, ਹੁਣ ਉਹ ਪਿੱਛੇ ਉਹਨਾਂ ਦੇ ਪਰਿਵਾਰਾਂ ਦੀ ਦੇਖਭਾਲ ਕਰ ਰਹੇ ਆ। ਸੋ ਇਹ ਜਿਹੜਾ ਭਾਈਚਾਰਾ ਆ ਵਧਿਆ ਆ, ਇਹ ਭਾਈਚਾਰਾ ਜੇ ਕਾਇਮ ਰੱਖਣਾ ਤਾਂ ਇਹ ਜਿਹੜੀਆਂ ਜਿਹਦੇ ਕੋਲ ਅੱਜ ਮੇਰੇ ਕੋਲ 5 ਹੈ ਤੇ ਤੁਹਾਡੇ ਕੋਲ 5 ਖੇਤ ਆ, ਆਪਾਂ ਇਕੱਠੇ ਕਰਕੇ 10 ਕਿਉਂ ਨਹੀਂ ਕਰ ਸਕਦੇ? ਜਿੱਥੇ 2 ਟਰੈਕਟਰ ਚੱਲਦੇ ਉੱਥੇ ਇੱਕ ਨਾਲ ਕਿਉਂ ਨਹੀਂ ਸਰ ਸਕਦਾ? ਬਿਲਕੁਲ ਠੀਕ ਹੈ ਜੀ। ਇੱਧਰ ਨੂੰ ਜੇ ਇਹ ਕੰਮ ਤੁਰੂਗਾ ਤਾਂ ਜਾ ਕੇ ਲੌਂਗ ਰਨ ਦੇ ਵਿੱਚ ਪੰਜਾਬ ਦਾ ਭਲਾ ਹੋ ਸਕਦਾ। ਔਰ ਉਹਦੇ ਵਿੱਚੋਂ ਕਿਉਂਕਿ ਇਹਨਾਂ ਨੇ ਹਟਣਾ ਨਹੀਂ, ਇਹ ਜਿਹੜੇ ਹੁਣ ਕਹਿ ਰਹੇ ਆ ਨਾ ਵੀ ਖਾਲਿਸਤਾਨ ਨਾ ਮੰਗੋ ਜਾਂ ਵੱਧ ਅਧਿਕਾਰ ਨਾ ਮੰਗੋ, ਤੁਸੀਂ ਦੇਖਦੇ ਰਹੋ ਜਦੋਂ ਉਹਨਾਂ ਨੇ ਚਿੰਜੜੀ ਛੇੜ ਨੂੰ ਹਟਣਾ ਨਹੀਂ, ਇੱਥੇ ਹੀ ਚੱਲ ਜਾਣਾ ਕੰਮ। ਹੁਣ ਵੀ ਜੇ ਉਹ ਨਾ ਮੰਨੇ, ਹੁਣੇ ਦੇਖ ਲਓ ਲੋਕਾਂ ਨੇ ਕਹਿਣ ਲੱਗ ਪੈਣਾ, ਫਿਰ ਇਹਦਾ ਮਤਲਬ ਤਾਂ ਇਹ ਆ ਵੀ ਜਿਹੜੇ ਉਹ ਕਹਿੰਦੇ ਸੀ ਵੀ ਜੇ ਸ਼ਾਂਤਮਈ ਰੱਖੋ, ਸ਼ਾਂਤਮਈ ਰੱਖਿਆ ਜੇ ਕੁਛ ਨਹੀਂ ਮਿਲਦਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਜਿਹੜਾ ਆ ਉਹ ਇੱਕ ਦਿਨ ਮੋਹਰੇ ਆਊਗਾ ਹੀ ਆਊਗਾ। ਥੈਂਕ ਯੂ ਬਾਈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੁੱਚਾ ਸਿੰਘ ਭੱਟੀ ਜੀ, ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਹਾਂਜੀ, ਮੈਂ ਨਾ ਤਾਂ ਖਾਲਿਸਤਾਨ ਦੇ ਪੱਖ 'ਚ ਆ ਨਾ ਹੀ ਉਹਦੇ ਅਗੇਂਸਟ ਆ ਜੀ, ਪਰ ਮੈਂ ਇੱਕ ਗੱਲ ਸਮਝ ਨਹੀਂ ਸਕਿਆ। ਵੈਸੇ ਮੈਂ 84 ਚ ਪਹਿਲਾਂ ਹੀ ਆ ਗਿਆ ਸੀਗਾ, ਜਨਵਰੀ ਚ ਤੇ ਜੂਨ ਚ ਜੋ ਵੀ ਸਾਕਾ ਹੋਇਆ, ਮੈਂ ਉਹ ਤੋਂ ਬਾਅਦ ਮੇਰਾ ਬੇਸਿਕਲੀ ਬਹੁਤਾ ਕਨੈਕਸ਼ਨ ਵੀ ਨਹੀਂ ਰਿਹਾ ਇੰਡੀਆ ਨਾਲ ਅੱਜ ਤੱਕ। ਮੈਂ ਸਿਰਫ 3 ਵਾਰੀ ਗਿਆ ਵਾਪਸ ਜਦ ਆਇਆ। ਅੱਛਾ ਜੀ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਅਸੀਂ ਬਾਹਰ ਬੈਠੇ ਸਾਰੇ ਖਾਲਿਸਤਾਨ ਦੀ ਮੂਵਮੈਂਟ ਨੂੰ ਕਰੀ ਜਾਂਦੇ ਵੀ ਸਾਨੂੰ ਖਾਲਿਸਤਾਨ ਚਾਹੀਦਾ, ਪਰ ਮੈਂ ਜਦ ਪਿੱਛੇ ਪੰਜਾਬ 'ਚ ਦੇਖਦਾ ਕਾਂਗਰਸ ਨੇ ਸਾਰਾ ਕੁਛ ਕੀਤਾ ਸੀਗਾ, ਜੋ ਵੀ ਕੀਤਾ ਸੀਗਾ 84 'ਚ, ਪਰ ਬਾਅਦ ਵਿੱਚ ਕਾਂਗਰਸ ਦੀ ਕਿੰਨੀ ਵਾਰੀ ਸਰਕਾਰ ਬਣੀ ਪੰਜਾਬ 'ਚ। ਸੋ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੇ ਜ਼ਿਆਦਾ ਉਹਨਾਂ ਨੂੰ ਮਾਫ ਕਰ ਦਿੱਤਾ ਜਿਹੜਾ ਉਹਨਾਂ ਨੂੰ ਵਾਰ-ਵਾਰ ਉਹ ਚਾਹੁੰਦੇ ਆ, ਜਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਖਾਲਿਸਤਾਨ ਦੀ ਮੂਵਮੈਂਟ ਆ ਉਹਦੇ ਨਾਲ ਸਾਡਾ ਕੀ ਰਿਲੇਸ਼ਨਸ਼ਿਪ ਆ। ਸੋ ਮੈਂ ਸਮਝਣ 'ਚ ਬਹੁਤ ਅਸਮਰਥ ਆ ਕਿ ਜਿਹੜੇ ਉੱਥੇ ਬੈਠੇ ਆ ਜ਼ਿਆਦਾ ਉਹ ਮੰਗਦੇ ਨਹੀਂ ਖਾਲਿਸਤਾਨ, ਇਸ ਕਰਕੇ ਉਹਨਾਂ ਨੇ ਕਾਂਗਰਸ ਨੂੰ ਮਾਫ ਕਰ ਦਿੱਤਾ ਤੇ ਕਾਂਗਰਸ ਦੀ ਸਰਕਾਰ ਚੁਣੀ ਜਾਂਦੇ ਆ ਜੀ। ਜੇ ਅਸੀਂ ਇਹ ਕਹਿੰਦੇ ਆ ਕਿ ਉਹ ਅਕਾਲੀਆਂ ਤੋਂ ਤੰਗ ਆਏ ਸੀਗੇ, ਉਹਨਾਂ ਕੋਲ ਹੋਰ ਬਦਲ ਨਹੀਂ ਸੀ, ਚਲੋ ਪਹਿਲਾਂ ਮੰਨ ਲੈਂਦੇ ਵੀ ਉਹਨਾਂ ਕੋਲ ਨਾ ਬਦਲੂਗਾ, ਪਰ ਪਿਛਲੀ ਇਲੈਕਸ਼ਨ 'ਚ ਤਾਂ ਉਹਨਾਂ ਕੋਲ ਬਦਲ ਹੈਗਾ ਤਾਂ ਆਪ ਦਾ, ਉਹਦੇ ਉਹਨਾਂ ਨੇ ਆਪ ਨੂੰ ਬਣਾਇਆ ਨਹੀਂ। ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜੇ ਉੱਥੇ ਬੈਠੇ ਆ ਜਾਂ ਉਹਨਾਂ ਦੀ ਸਮਝ 'ਚ ਨਹੀਂ ਆ ਰਿਹਾ ਵੀ ਖਾਲਿਸਤਾਨ ਕੀ ਚੀਜ਼ ਆ, ਜਾਂ ਜਿਹੜੇ ਇੱਥੇ ਜਿਹੜੇ ਬੈਠੇ ਆ ਮੂਵਮੈਂਟ ਚਲਾ ਰਹੇ ਆ ਉਹਨਾਂ ਦਾ ਕੋਈ ਡਿਫਰੈਂਟ ਏਜੰਡਾ ਉਹਨਾਂ ਨਾਲੋਂ ਕਿ ਉਹ ਚਾਹੇ ਨਾ ਵੀ ਚਾਹੁੰਦੇ ਹੋਣ ਪਰ ਅਸੀਂ ਲੈ ਕੇ ਰਹਿਣਾ। ਸੋ ਮੈਨੂੰ ਇਸ ਸਮਝਣ 'ਚ ਬਹੁਤ ਡਿਫਿਕਲਟੀ ਹੋ ਰਹੀ ਆ ਕਿ ਅਸਲ 'ਚ ਮਾਮਲਾ ਕੀ ਚੱਲ ਰਿਹਾ। ਥੈਂਕ ਯੂ ਬਾਈ ਜੀ। ਸਰਦਾਰ ਜਸਵੀਰ ਸਿੰਘ ਆਖਰੀ ਕਾਲਰ ਨੇ ਜੀ, ਤੁਸੀਂ ਏਅਰ ਤੇ ਹੋ। ਧੰਨਵਾਦ ਸਰਦਾਰ ਜੀ। ਮੈਂ ਰਾਜੇਵਾਲ ਉਹਨਾਂ ਦਾ ਲੈਕਚਰ 2 ਵਾਰੀ ਸੁਣਿਆ ਜੀ, ਤੁਹਾਡੇ ਪ੍ਰੋਗਰਾਮ ਚੱਲਦੇ ਵੀ। ਮੈਨੂੰ ਇਉਂ ਲੱਗਦਾ ਵੀ ਜਿਹੜਾ ਕਿਸੇ ਵੀ ਮੂਵਮੈਂਟ ਦੇ ਉੱਤੇ ਕਿਸੇ ਵੀ ਆਗੂਆਂ ਦੇ ਨਾਲ ਜੋਰ ਜਮਾਈ ਹੁੰਦੀ ਹੈ, ਉਹਨਾਂ ਦੇ ਵਿੱਚ ਵੀ ਆਪਸੀ ਖਿੱਚੋਤਾਣ ਹੁੰਦੀ ਆ। ਆਪਾਂ ਪਹਿਲਾਂ 84 ਤੋਂ ਪਹਿਲਾਂ ਜਿਹੜੀ ਅਕਾਲੀ ਮੂਵਮੈਂਟ ਚੱਲੀ ਸੀ ਉਹਦੇ ਵਿੱਚ ਬਾਬਾ ਜਰਨੈਲ ਸਿੰਘ ਉਹਨਾਂ ਦਾ ਤੇ ਅਕਾਲੀਆਂ ਦੀ ਜੋਰ ਜਮਾਈ ਚੱਲਦੀ ਰਹੀ ਹੈ ਜੀ। ਉਹਦੇ ਵਿੱਚੋਂ ਬੇਸਿਕਲੀ ਚੀਜ਼ ਤਾਂ ਉਹੀ ਨਿਖਰ ਕੇ ਸਾਹਮਣੇ ਬਾਹਰ ਆਉਂਦੀ ਆ ਜਿਹਨੂੰ ਲੋਕ ਮੰਨ ਲੈਣ ਜੀ। ਅੱਜ ਜਿਹੜੇ ਲੋਕ ਮੰਨ ਬੈਠੇ ਨੇ ਉਹਨਾਂ ਨੇ ਕਿਸਾਨੀ ਮੁੱਦਿਆਂ ਦੇ ਉੱਤੇ ਆਪਣੇ ਆਪ ਨੂੰ ਸਮਰਪਿਤ ਕਰਤਾ, ਇਹ 'ਚ ਕੋਈ ਦੋ ਰਾਵਾ ਨਹੀਂ ਹੈ। ਆਗੂ ਦੇ ਕਿਸੇ ਗੱਲਬਾਤ ਦੇ ਵਿੱਚ ਕੋਈ ਵੀ ਊਣਤਾਈ ਹੋ ਸਕਦੀ ਆ, ਉਹਨੂੰ ਨੁਕਤਾਚੀਨੀ ਕੀਤੀ ਜਾ ਸਕਦੀ ਆ ਔਰ ਨੁਕਤਾਚੀਨੀ ਤੋਂ ਬਾਅਦ ਉਹਦਾ ਸਪਸ਼ਟੀਕਰਨ ਲਿਆ ਜਾ ਸਕਦਾ ਹੈ, ਹੋ ਰਿਹਾ ਆਲਰੇਡੀ। ਹੁਣ ਵੱਡੀ ਗੱਲ ਸਮਝਣ ਦੀ ਇਹ ਹੈ ਕਿ ਜਿਹੜਾ ਮੁੱਦਾ ਆਮ ਜਨਤਾ ਦੇ ਦਿਮਾਗ ਵਿੱਚ ਘਰ ਕਰ ਜਵੇ, ਉਸ ਮੁੱਦੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਕਾਮਯਾਬ ਕਰਨ ਵਿੱਚ ਸਹਾਇਤਾ ਬਹੁਤ ਜ਼ਿਆਦਾ ਹੁੰਦੀ ਹੈ। ਅਸੀਂ ਕਈ ਵਾਰੀ ਗੱਲ ਕਰਦੇ ਹਾਂ, ਗੌਰਮੈਂਟ ਦਾ ਇਹ ਕੰਮ ਹੈ ਕਿ ਉਹਨਾਂ ਨੇ ਇਸ ਜਿਹੜੀ ਮੂਵਮੈਂਟ ਆ ਉਹਨੂੰ ਕਿਸੇ ਵੀ ਪੱਖ ਦੇ ਨਾਲ, ਚਾਹੇ ਖਾਲਿਸਤਾਨ ਦੀ ਹੋਵੇ ਜਾਂ ਮਾਓਵਾਦੀਆਂ ਦੀ ਹੋਵੇ, ਗੱਲ ਕਰਕੇ
ਉਸ ਨੂੰ ਆਪਣੇ ਮੁੱਦੇ ਤੋਂ ਭੜਕਾਉਣ ਦੀ ਖਾਤਰ ਇਦਾਂ ਦੀ ਗੱਲ ਕੀਤੀ ਜਾ ਰਹੀ ਆ। ਪਰ ਕਈ ਵਾਰੀ ਨਿੱਕੀ ਗੱਲ ਨੂੰ ਵੱਡੀ ਗੱਲ ਦੇ ਉੱਤੇ ਅਸੀਂ ਥੋਪਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਤੁਸੀਂ ਇਹ ਦੇਖੋ ਵੀ ਜੇ ਖਾਲਿਸਤਾਨ ਚਾਹੀਦਾ ਹੈ ਤਾਂ ਖਾਲਿਸਤਾਨ ਤਾਂ ਚੰਦ ਬੰਦਿਆਂ ਨੂੰ ਤਾਂ ਚਾਹੀਦਾ ਨਹੀਂ ਜਿਨ੍ਹਾਂ ਨੇ ਜਿਹੜੇ ਰੌਲਾ ਪਾਉਂਦੇ ਨੇ। ਖਾਲਿਸਤਾਨ ਤਾਂ ਉਹਨਾਂ ਲੋਕਾਂ ਨੂੰ ਚਾਹੀਦਾ ਜਿਨ੍ਹਾਂ ਨੇ ਉਹਦੇ ਵਿੱਚ ਜੀਵਨ ਸਫਰ ਕਰਨਾ। ਜੀ ਜੀ। ਤੇ ਜੇ ਲੋਕਾਂ ਨੂੰ ਹਜੇ ਤੱਕ ਸਮਝਾ ਨਹੀਂ ਸਕੇ, ਹੁਣ ਜੇ ਇੱਥੇ ਖਾਲਿਸਤਾਨ ਦਾ ਸਾਡੇ ਟੋਰਾਂਟੋ ਦੇ ਵਿੱਚ ਖਾਲਿਸਤਾਨ ਦਾ ਆਪਾਂ ਸਰਦਾਰ ਮਾਨ ਦਾ ਇੱਕ ਆਗੂ ਹੈ, ਉਹ ਅੰਗੀਆਂ ਪਾਈਆਂ ਤੇ ਚੱਡੀਆਂ ਪਾਈਆਂ ਜਨਾਨੀਆਂ ਨਾਲ ਫੋਟੋ ਖਿਚਾਉਂਦਾ। ਹੁਣ ਏਦਾਂ ਦੇ ਖਾਲਿਸਤਾਨ ਦੇ ਆਗੂ ਚਾਹੀਦੇ ਨੇ ਸਾਨੂੰ। ਇਹ ਗੱਲ ਬਿਲਕੁਲ ਗਲਤ ਹੈ ਕਿ ਕਿਸੇ ਵੀ ਚੱਲਦੇ ਹੋਏ ਮੂਵਮੈਂਟ ਦੇ ਵਿੱਚ ਦੂਸਰੀ ਮੂਵਮੈਂਟ ਦੇ ਪੱਖ ਨੂੰ ਉਭਾਰੂ ਕਰਨ ਦੇ ਵਿੱਚ ਕੋਸ਼ਿਸ਼ ਕਰਨੀ, ਇਹ 'ਚ ਕੋਈ ਦੋਰਾਵਾ ਨਹੀਂ। ਜਿਹੜੇ ਲੋਕ ਖਾਲਿਸਤਾਨ ਮੰਗਦੇ ਨੇ ਉਹਨਾਂ ਨੂੰ ਮੁਬਾਰਕ, ਪਰ ਇਹ ਮੂਵਮੈਂਟ ਖਾਲਿਸਤਾਨ ਦੀ ਨਹੀਂ ਹੈ। ਇਸ ਕਰਕੇ ਸਾਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਨਾਲੇ ਵੱਡੀ ਗੱਲ ਇਹ ਆ, ਪੰਜਾਬ ਦੇ ਵਿੱਚ 4-5 ਜਥੇਬੰਦੀਆਂ ਖਾਲਿਸਤਾਨ ਮੰਨਦੀਆਂ। ਖਾਲਿਸਤਾਨ ਤਾਂ ਇੱਕ ਚਾਹੀਦਾ ਤੇ 4-5 ਜਥੇਬੰਦੀਆਂ ਇੱਕ ਥਾਂ ਤੇ ਇਕੱਠੀਆਂ ਨਹੀਂ ਹੋ ਸਕਦੀਆਂ। ਜਿਹੜੀਆਂ ਜਥੇਬੰਦੀਆਂ ਖਾਲਿਸਤਾਨ ਮੰਗਦੀਆਂ ਨੇ, ਅਗਰ ਉਹ ਇੱਕ ਧਿਰ ਦੇ ਉੱਤੇ ਇਕੱਠੀਆਂ ਨਹੀਂ ਹੋ ਸਕਦੀਆਂ, ਲੋਕਾਂ ਨੂੰ ਕਾਹਨੂੰ ਬੇਵਕੂਫ ਬਣਾਇਆ ਜਾ ਰਿਹਾ? ਜੀ ਜੀ। ਲੋਕਾਂ ਦੇ ਵਿੱਚ ਚੇਤਨਤਾ ਪੈਦਾ ਕਰੋ, ਲੋਕਾਂ ਨੂੰ ਇਹ ਅਹਿਸਾਸ ਕਰਾਓ ਕਿ ਸਾਨੂੰ ਇਹਦੀ ਲੋੜ ਹੈ। 4 ਬੰਦਿਆਂ ਦੇ ਰੌਲਾ ਪਾਉਣ ਨਾਲ ਖਾਲਿਸਤਾਨ ਨਾ ਬਣਿਆ ਨਾ ਬਣਨਾ। ਬਾਬਾ ਜਰਨੈਲ ਸਿੰਘ, ਉਹਨਾਂ ਕੋਲ ਐਡੀ ਪਾਵਰ ਸੀ, ਇੰਨੀ ਵਧੀਆ ਮੂਵਮੈਂਟ ਚੱਲਦੀ ਰਹੀ। ਉਹਨਾਂ ਦੇ ਖਿਲਾਫ ਜਦੋਂ ਅਕਾਲੀ ਦਲ ਗੱਲ ਕਰਦੇ ਸੀ, ਉਹਨਾਂ ਨੇ ਤਾਂ ਕਦੇ ਦਾ ਮੁਖਾਲਫਤ ਨਹੀਂ ਸੀ ਕੀਤੀ ਓਪਨ ਤੌਰ ਤੇ। ਉਹ ਕਹਿੰਦੇ ਸੀ ਜਿਹੜੀ ਮੂਵਮੈਂਟ ਚੱਲ ਰਹੀ ਆ, ਜਿਹੜਾ ਧਰਮ ਯੁੱਧ ਮੋਰਚਾ ਚੱਲ ਰਿਹਾ, ਮੈਂ ਇਸ ਮੋਰਚੇ ਨੂੰ ਕਾਮਯਾਬ ਕਰਨਾ। ਅੱਜ ਕਿਸਾਨੀ ਮੋਰਚਾ ਚੱਲ ਰਿਹਾ, ਸਾਡੇ ਉੱਤੇ ਅਗਰ ਕੋਈ ਕਟਾਕਸ਼ ਕਰਦਾ ਜਾਂ ਗੌਰਮੈਂਟ ਜਾਂ ਗੱਲ ਕਰਦੀ ਹੈ, ਸਾਨੂੰ ਮੂਵਮੈਂਟ ਜਿਹੜੀ ਚੱਲ ਰਹੀ ਆ ਉਹਨੂੰ ਕਾਮਯਾਬ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ, ਨਾ ਕਿ ਆਪਣੀਆਂ ਟੱਲੀਆਂ ਖੜਕਾਉਣੀਆਂ ਚਾਹੀਦੀਆਂ। ਧੰਨਵਾਦ ਸਰਦਾਰ ਜੀ। ਧੰਨਵਾਦ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸੰਘਰਸ਼ ਹੈ ਜਿਹੜਾ ਉਹ ਕਿਸਾਨੀ ਸੰਘਰਸ਼ ਹੈ, ਉਹ ਕਾਨੂੰਨਾਂ ਦੇ ਨਾਲ ਹੈ। ਉਹਦੇ ਤੇ ਫਿਰ ਜੇ ਉਹਨੂੰ ਇਸ ਤਰ੍ਹਾਂ ਰੱਖਣਾ ਵੀ ਉਹਦੇ ਤੇ ਖਾਲਸਾ ਰਾਜ ਵਾਲੇ ਆਪਣੀ ਗੱਲ ਨਹੀਂ ਕਰ ਸਕਦੇ, ਜਦ ਫਿਰ ਖਾਲਸਾ ਰਾਜ ਜਾਂ ਖਾਲਸਾ ਪੰਥ ਦੇ ਉੱਪਰ ਕੋਈ ਕਟਾਖਸ਼ ਕਰਦਾ ਉਦਣ ਵੀ ਲੀਡਰ ਬੋਲਣ। ਗੱਲ ਇਹ ਆ ਅਸਲ। ਬਾਕੀ ਤੁਹਾਡੇ ਮੇਰੇ ਕਹਿਣ ਤੇ, ਇੱਥੇ ਬੈਠਿਆਂ ਦੇ ਕਹਿਣ ਤੇ ਕੀ ਹੋਣਾ ਕੀ ਨਹੀਂ ਹੋਣਾ ਇਹ ਤਾਂ ਵਕਤ ਦੀ ਗੱਲ ਹੈ। ਪਰ ਅਟਵਾਲ ਸਾਹਿਬ ਦੀ ਜਿਹੜੀ ਗੱਲ ਆ ਵੀ ਉਹ ਵਸਦਾ ਗੁਰਾਂ ਦੇ ਨਾਂ ਤੇ ਆ, ਉਹ ਜਗ੍ਹਾ ਜਿਹੜੀ ਹੈ ਉਹਦੇ ਤੋਂ ਖਾਲਸੇ ਦਾ ਖਾਸਾ ਭਰਾ ਨਹੀਂ ਤੁਸੀਂ ਕਰ ਸਕਦੇ। ਜੇ ਰਸ ਅੰਮ੍ਰਿਤ ਖੀਰ ਘਿਆਲੀ ਜਿਹੜੀ ਗੁਰੂਆਂ ਦੇ ਲੰਗਰਾਂ ਦੀ ਆ, ਤਾਂ ਫਿਰ ਗੁਰੂ ਦਾ ਉੱਥੇ ਨਾਂ ਵੀ ਉੱਥੇ ਬੋਲੂਗਾ। ਇਹਨੂੰ ਤੁਸੀਂ ਭਰਾ ਨਹੀਂ ਕਰ ਸਕਦੇ। ਜਦ ਅਗਰਾਹਾਂ ਵਰਗੇ, ਜੇਠੂ ਕਿਆਂ ਵਰਗੇ, ਉਹਨਾਂ ਨੂੰ ਤੰਗੀ ਹੁੰਦੀ ਹੈ, ਉਹਨਾਂ ਨੂੰ ਵੀ ਅਸੀਂ ਜੇ ਖਾਲਿਸਤਾਨ ਦੀ ਮੂਵਮੈਂਟ ਫੇਲ ਹੋਈ ਹੈ ਤੇ ਇਹ 50 ਸਾਲ ਦੇ ਹਰੀਆਂ ਪੱਗਾਂ ਬੰਨੀ ਫਿਰਦੇ ਨੇ, ਇਹਨਾਂ ਨੂੰ ਵੀ ਅਸੀਂ ਦੇਖ ਹੀ ਰਹੇ ਹਾਂ। ਉੱਥੇ 47 ਤੋਂ ਲੈ ਇਹਨਾਂ ਦੇ ਪਿੱਛੇ ਵੀ 200 ਬੰਦੇ ਹੀ ਜਾਂਦੇ ਸੀ, ਆਪਣਾ ਲੈ ਕੇ ਟਿਕਟਾਂ ਮਟਕਾ ਚੌਂਕ 'ਚ ਗਏ, ਪਾਣੀ ਨਾਲ ਭਿੱਜੇ, ਆਉਣ ਵੇਲੇ ਜਗਾਦਰੀ ਨੰਬਰ 1 ਦੀਆਂ ਲਈਆਂ 2 ਬੋਤਲਾਂ ਪੀ ਕੇ ਘਰ ਨੂੰ ਆ ਗਏ। ਇਹ ਵੀ ਅਸੀਂ ਉਹ ਵੇਖਿਆ ਪਿਛਲੇ 30 ਸਾਲਾਂ 'ਚ। ਜੇ ਅੱਜ ਪੰਜਾਬ ਉਮੜ ਕੇ ਉੱਥੇ ਬੈਠਾ ਹੈ, ਉਹ ਆਪਣੀ ਹੋਂਦ ਨੂੰ ਬਚਾਉਂਦਾ। ਹੋਂਦ ਹੈ ਜਿਹੜੀ ਉਸ ਧਰਤ ਨਾਲ ਜੁੜੀ ਹੈ ਜਿੱਥੇ 239 ਸਾਲ ਗੁਰੂ ਰਹੇ ਨੇ, ਉਹਨੂੰ ਪਰਾ ਨਹੀਂ ਕਰ ਸਕਦੇ ਤੁਸੀਂ। ਔਰ ਜੇ ਸਿੱਖ ਆਪਣੇ ਆਪ ਤੇ ਮਾਣ ਨਹੀਂ ਕਰਦਾ ਮੈਂ ਗੁਰੂ ਦਾ ਸਿੱਖ ਹਾਂ, ਫਿਰ ਸਿੰਘ ਵੀ ਨਾਲ ਲਵਾਉਣ ਦਾ ਉਹ ਹੱਕਦਾਰ ਨਹੀਂ ਹੈ। ਇਹ ਵੀ ਨਾਲ ਆ ਗੱਲ। ਹਾਂ, ਇਸ ਨੂੰ ਜਿਹੜੀ ਸੰਘਰਸ਼ ਤੋਰਨਾ ਹੈ, ਉਹ ਸੰਘਰਸ਼ ਦਾ ਨਾਂ ਲੈ ਕੇ ਤੋਰਿਆ ਜਾਵੇ, ਨਾਂ ਲੈ ਕੇ ਗੱਲ ਕੀਤੀ ਜਾਵੇ, ਉਹਦਾ ਮੈਂ ਮਦਈ ਹਾਂ। ਪਰ ਉਹਦੇ ਅੰਤਰੀਵ ਕਿਸੇ ਸੰਘਰਸ਼ ਦੀ ਰੂਹ ਆ ਜਿਹੜੀ, ਉਹ ਲੱਗੇ ਹੋਏ ਖਾਲਸੇ ਦੇ ਬੋਲ ਬਾਲੇ ਨੇ ਜਿਹੜੇ ਨਿਹੰਗ ਸਿੰਘ ਬੈਠੇ ਨੇ ਉੱਥੇ, ਉਹਨਾਂ ਨੂੰ ਵੀ ਪਰਾਂ ਨਹੀਂ ਕਰ ਸਕਦੇ ਅਸੀਂ। ਸੋ ਮੈਂ ਅਖੀਰ 'ਚ ਇਹ ਕਹਿਣਾ ਚਾਹੁੰਦਾ, ਸਾਰਿਆਂ ਦੇ ਹੀ ਕਾਲਸ ਨੇ ਜਿਹੜੀਆਂ ਸਿਰ ਮੱਥੇ ਨੇ, ਆਪਣੀ ਤੁਸੀਂ ਗੱਲ ਕੀਤੀ ਹੈ, ਪਰ ਮੈਂ ਇਸ ਗੱਲ ਨੂੰ ਕਦੇ ਵੀ ਨਹੀਂ ਮੰਨਦਾ ਕਿ ਉਸ ਇਕੱਠ ਨੂੰ, ਉਸ ਸੰਘਰਸ਼ ਨੂੰ ਤੁਸੀਂ ਗੁਰੂ ਆਸ਼ੇ ਤੋਂ ਪਰਾਂ ਕਰ ਸਕੋਗੇ। ਮਤਲਬ ਇਹ ਹੈ ਨਹੀਂ ਕਿ ਗੁਰੂ ਆਸ਼ਾ ਕੀ ਹੈ, ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਲਈ ਲੋਕ ਉੱਥੇ ਬੈਠੇ ਆ। ਪੰਜਾਬ ਨੂੰ ਤਾਂ ਹੱਕ ਮਿਲਦਾ ਹੈ, ਉਹ ਤਾਂ ਕਹਿੰਦੇ ਲੈ ਜਾਓ। ਅੰਦਰਲੇ ਬੰਦੇ ਖਾਸ ਨੇ ਦੱਸਿਆ, ਉਹ ਕਹਿੰਦੇ ਅਸੀਂ ਕਿਹਾ ਲੈ ਜਾਓ, ਤੁਸੀਂ ਮੁੜ ਜਾਓ। ਉਹ ਕਹਿੰਦੇ ਨਹੀਂ, ਅਸੀਂ ਨਹੀਂ ਮੁੜਨਾ। ਜਿਹੜਾ ਸਰਬੱਤ ਦਾ ਭਲਾ ਉਹ ਸਾਰਿਆਂ ਦਾ ਹੀ ਭਲਾ, ਇਹਦੇ ਲਈ ਅਸੀਂ ਬੈਠੇ। ਵਪਾਰਕ ਸੰਦੇਸ਼ ਤੋਂ ਬਾਅਦ ਵਾਪਸ ਆਉਣਾ ਜੀ। ਕਾਲਸ ਲੰਮੀਆਂ ਹੋ ਜਾਂਦੀਆਂ ਨੇ, ਸਾਰੇ ਕਾਲਰ ਨੂੰ ਮੈਂ ਬੇਨਤੀ ਕਰਾਂ ਸੰਖੇਪ ਰੱਖਿਆ ਕਰੋ ਤਾਂ ਹੋਰ ਵੀ ਕੁਝ ਗੱਲ ਆਪਣੇ ਇਸ ਸ਼ੋਅ 'ਚ ਹੋ ਸਕਿਆ ਕਰੇ। ਨਵਦੀਪ ਸਿੰਘ ਬੈਂਸ ਹੋਣਾ ਦੇ ਬਾਰੇ ਜਿਹੜੀ ਕੱਲ ਆਪਾਂ ਗੱਲਬਾਤ ਕਰਦੇ ਸੀ ਕਿ ਬਲੈਕ ਲੌਕ ਵਾਲਿਆਂ ਨੇ, ਬਲੈਕ ਲੌਕ ਇੱਕ ਜਰਨਲਿਸਟਾਂ ਦੀ ਵੈਬਸਾਈਟ ਆ ਜੀ, ਉਹ ਰਲ ਕੇ ਕੰਮ ਕਰਦੇ ਆ, ਤੇ
ਮਿਸਟਰ ਬਲੈਕਲੌਕ ਹੋਏ ਨੇ ਪਿਛਲੀ 20ਵੀਂ ਸਦੀ ਦੇ ਪਹਿਲੇ ਦਹਾਕਿਆਂ ਦੇ ਵਿੱਚ। ਉਹਨਾਂ ਦਾ ਬੜਾ ਨਾਂ ਸੀ, ਉਹਨਾਂ ਦੇ ਨਾਂ 'ਤੇ ਇਹ ਬਹੁਤ ਜਿਹੜੇ ਬਹਾਦਰ ਉਹ ਪੱਤਰਕਾਰ ਸੀ। ਅਤੇ ਉਹਨਾਂ ਨੇ ਫਰਵਰੀ ਦੇ ਵਿੱਚ ਪਿਛਲੇ ਸਾਲ ਇਹ ਦੱਸਤਾ ਸੀ ਕਿ 50,000 ਇਹ ਨੌਕਰੀਆਂ ਜਿਹੜੀਆਂ ਨੇ ਜਿਹੜੀਆਂ ਨਵਦੀਪ ਬੈਂਸ ਨੇ ਸੈੱਟ ਕੀਤੀਆਂ, ਉਹ 'ਚ 0 ਜਿਹੜੀਆਂ ਨੌਕਰੀਆਂ ਕ੍ਰੀਏਟ ਹੋਈਆਂ। ਇਹਦੇ ਵਿੱਚ ਕੱਲ੍ਹ ਵੀ ਮੈਂ ਤੁਹਾਨੂੰ ਦੱਸਿਆ ਵੀ 230 ਮਿਲੀਅਨ ਦਿੱਤਾ ਗਿਆ ਮੌਂਟਰੀਅਲ ਦੇ ਵਿੱਚ, 230 ਮਿਲੀਅਨ ਹੈਮਿਲਟਨ 'ਚ ਦਿੱਤਾ ਗਿਆ, 152 ਮਿਲੀਅਨ ਸੇਂਟ ਜੌਨ 'ਚ ਦਿੱਤਾ ਗਿਆ, ਅਤੇ ਰਜ਼ਾਈਨਾ ਅਤੇ ਵੈਨਕੂਵਰ 'ਚ 150 ਮਿਲੀਅਨ ਦਿੱਤਾ ਗਿਆ। ਕਿਹੜੀਆਂ ਕੰਪਨੀਆਂ ਨੂੰ ਦਿੱਤਾ ਗਿਆ, ਇਹ ਨਿਕਲ ਕੇ ਆ ਜਾਣਾ। ਸੋ ਇਹ ਇੱਕ ਵੱਡਾ ਇਸ਼ੂ ਹੋਇਆ। ਜਿਹੜੀਆਂ 50,000 ਨੌਕਰੀਆਂ ਉਹਨਾਂ ਨੇ ਕਿਹਾ ਸੀ, ਉਹਦੇ 'ਤੇ ਗੱਲਬਾਤ ਜਿਹੜੀ ਚੱਲ ਗਈ। ਅਤੇ ਮਿਸਟਰ ਰੈਂਪਲ ਗਾਰਡਨਰ ਨੇ ਜਿਹੜੇ ਕੈਲਗਰੀ ਨੋਜ਼ ਹਿੱਲ ਦੇ MP ਨੇ ਅਤੇ ਕੰਜ਼ਰਵੇਟਿਵ ਦੇ ਇੰਡਸਟਰੀ ਕ੍ਰਿਟਿਕ ਨੇ, ਉਹਨਾਂ ਨੇ ਇਹ ਗੱਲ ਤੋਰੀ ਸੀ ਕਿ ਇਹਦਾ ਪਤਾ ਕਰੋ ਇਹਦੇ ਵਿੱਚ ਕਿਹੜੀ ਇਹ ਜਿਹੜੀਆਂ ਨੌਕਰੀਆਂ 50,000 ਜਿਹੜੀਆਂ ਬਣਾਈਆਂ ਆਈਆਂ ਅਤੇ ਉਹ ਆਈਆਂ ਨਹੀਂ। ਸੋ ਇਹ ਇੱਕ ਵੱਡਾ ਇਸ਼ੂ ਆ ਜਿਹੜਾ ਉਹ ਸ਼ੁਰੂ ਹੋਇਆ, ਉੱਥੋਂ ਇਹ ਗੱਲ ਨਿਕਲੀ। ਹੁਣ ਉਹਨਾਂ ਨੇ ਇਹਦੇ 'ਚ ਨਿਕਲੇ ਆਉਣਾ, ਸਾਹਮਣੇ ਆ ਜਾਣਾ ਵੀ ਅਸਲ ਐਗਜ਼ੈਕਟਲੀ ਉਹਨਾਂ ਦਾ ਜਿਹੜੀ ਰਿਜ਼ਾਈਨ ਕੀਤਾ ਉਹਦਾ ਕਾਰਨ ਕੀ ਹੈ। ਦੂਜੇ ਬੰਨੇ ਬਹੁਤ ਵੱਡਾ ਜਿਹੜਾ ਇਸ ਸਮੇਂ ਐਕਸ਼ਨ ਚੱਲ ਰਿਹਾ, ਉਹ ਚੱਲ ਰਿਹਾ ਵਾਸ਼ਿੰਗਟਨ DC ਦੇ ਵਿੱਚ। ਇੰਪੀਚਮੈਂਟ ਦੇ 2 ਰਾਊਟ ਨੇ ਜੀ। ਇੱਕ ਤਾਂ ਇਹ ਆ ਵੀ ਹਾਊਸ ਕਮੇਟੀ ਪਹਿਲਾਂ ਇਨਕੁਆਇਰੀ ਹੁੰਦੀ ਹੈ ਕਿ ਹਾਊਸ ਸਾਰੇ ਐਵੀਡੈਂਸ ਇਕੱਠੇ ਕਰਦਾ ਵੀ ਜਿਹੜੀ ਇੰਪੀਚੇਬਲ ਅਫੈਂਸ ਹੈ, ਅਤੇ ਉਹਦੇ ਬਾਅਦ ਹਾਊਸ ਕਮੇਟੀ ਵੋਟ ਪਾਉਂਦੀ ਹੈ ਕਿ ਹਾਂ ਇਹ ਜਿਹੜੀ ਹਾਊਸ ਦੀ ਜੁਡੀਸ਼ਰੀ ਕਮੇਟੀ ਹੈ ਉਹ ਵੋਟ ਪਾਉਂਦੀ ਹੈ ਕਿ ਇੰਪੀਚ ਹੋਣਾ ਚਾਹੀਦਾ ਰਾਸ਼ਟਰਪਤੀ। ਉਹਦੇ ਬਾਅਦ ਫਿਰ ਵੋਟ ਪਾਸ ਹੁੰਦੀ ਹੈ। ਵੋਟ ਪਾਸ ਤੋਂ ਬਾਅਦ ਜੇ ਉਹ ਯੈਸ ਹੋ ਗਈ, ਫਿਰ ਹਾਊਸ ਦੇ ਵਿੱਚ ਵੋਟਾਂ ਪੈਂਦੀਆਂ। ਹਾਊਸ ਦੇ ਵਿੱਚ ਵੋਟਾਂ ਪੈਣ ਤੋਂ ਬਾਅਦ ਸੈਨੇਟ ਦੇ ਵਿੱਚ ਇਹ ਗੱਲ ਜਾਂਦੀ ਹੈ। ਸੈਨੇਟ ਦੇ ਵਿੱਚ ਪੂਰੀ ਇੱਕ ਜੱਜ ਅਤੇ ਵਕੀਲ ਬਹਿੰਦੇ ਨੇ, ਹਾਊਸ ਦੇ ਪ੍ਰੋਸੀਕਿਊਟਰ ਬਹਿੰਦੇ ਨੇ, ਸੈਨੇਟਰ ਜੂਰਰ ਬਣ ਕੇ ਬਹਿੰਦੇ ਨੇ, ਚੀਫ ਜਸਟਿਸ ਉੱਥੇ ਸੁਪਰੀਮ ਕੋਰਟ ਦਾ ਉਹਨੂੰ ਪ੍ਰਜ਼ਾਈਡ ਕਰਦਾ। ਜੇ ਉਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਹਾਂ ਇਹ ਇੰਪੀਚੇਬਲ ਹੈ ਅਤੇ ਇਹਨੇ ਗਲਤੀ ਕੀਤੀ ਹੈ, ਫਿਰ ਸੈਨੇਟ ਵੋਟਾਂ ਪਾਉਂਦੀ ਹੈ। ਸੈਨੇਟ ਦੇ ਵਿੱਚ 2/3 ਮੈਜੋਰਿਟੀ ਚਾਹੀਦੀ ਹੈ। ਫਿਰ ਜੇ ਉਹਦੇ 'ਚ ਸੈਨੇਟ ਜਿਹੜੀ ਕਨਵਿਕਟ ਕਰ ਦੇਵੇ ਤਾਂ ਫਿਰ ਇੰਪੀਚ ਹੁੰਦਾ ਪ੍ਰੈਜ਼ੀਡੈਂਟ। ਇੰਪੀਚ ਹੋਣ ਤੋਂ ਬਾਅਦ ਉਹਦੇ ਪੱਤੇ, ਉਹਦੀ ਪੈਨਸ਼ਨ, ਉਹਦਾ ਸਭ ਕੁਛ ਬੰਦ ਹੋ ਜਾਂਦਾ। ਇੱਕ ਇਹ ਰੂਟ ਆ। ਰੂਟ ਦੂਜਾ ਜਿਹੜਾ ਹੁਣ ਅਡੈਪਟ ਹੋ ਰਿਹਾ ਉਹ ਇਹ ਹੈ ਕਿ ਹਾਊਸ ਨੇ ਆਲਰੇਡੀ ਵੋਟ ਇਹਦੇ 'ਤੇ ਸ਼ੁਰੂ ਕਰ ਦਿੱਤੀ। ਵੋਟ ਹੋਣ ਤੋਂ ਬਾਅਦ ਇਹ ਸੈਨੇਟ 'ਚ ਜਾਣੀ ਹੈ। ਸੈਨੇਟ ਦੇ ਵਿੱਚ, ਕਿਉਂਕਿ ਸੈਨੇਟ ਦੇ ਵਿੱਚ ਵੀ ਹੁਣ ਕਮੈਲਾ ਹੈਰਿਸ ਦੇ ਨਾਲ ਮੈਜੋਰਿਟੀ ਜਿਹੜੀ ਆ ਵੀਟੋ ਟਾਈਪ ਆਈਸ ਬ੍ਰੇਕਰ ਹੀ ਲਾ ਲਓ, ਉਹਨਾਂ ਦੀ ਇੱਕ ਵੋਟ ਹੈ, ਪਰ 2/3 ਮੈਜੋਰਿਟੀ ਚਾਹੀਦੀ ਹੈ। ਸੈਨੇਟਰ ਜਿਹੜੇ ਨੇ ਰਿਪਬਲਿਕਨ ਉਹ ਨਾਲ ਨੇ। ਇਸ ਸਮੇਂ ਗੱਲ ਚੱਲ ਰਹੀ ਹੈ। ਮਿਚ ਮਕਾਨੋ ਨੇ ਕਿਹਾ ਵੀ ਮੈਂ ਖੁਸ਼ ਹਾਂ ਅਤੇ ਇਹ ਇੰਪੀਚੇਬਲ ਹੋ ਰਹੀ ਹੈ। ਉਹਦੇ ਬਾਅਦ ਡਿਕ ਚੈਨੀ ਦੀ ਬੇਟੀ ਹੈ ਜਿਹੜੀ, ਉਹ ਇਸ 'ਤੇ 3 ਨੰਬਰ ਦੀ ਹਾਊਸ ਦੇ ਵਿੱਚ ਆ ਲੀਡਰ, ਉਹ ਗੱਲ ਤੋਰ ਰਹੀ ਹੈ। ਮਤਲਬ ਸਾਰਿਆਂ ਨੇ ਹੁਣ ਚਾਕੂ ਕੱਢੇ ਹੋਏ ਨੇ। ਹੁਣ ਜਿਹੜਾ ਇਹ ਉਹਨੂੰ ਸਾਰੇ ਤੋਏ ਲੱਗੇ ਨੇ ਕਰਨ। 4 ਸਾਲ ਪਹਿਲਾਂ ਇਹ ਸਾਰੇ ਵਧਾਈਆਂ ਉਹਨੂੰ ਦਿੰਦੇ ਸੀ ਜਦੋਂ ਕਿਤੇ ਵੀ ਬੋਲਦਾ ਸੀ। ਮਿਚ ਮਕਾਨੋ ਹਰ ਵਕਤ ਨਾਲ ਖੜ੍ਹਦਾ ਸੀ। ਮਿਚ ਮਕਾਨੋ ਦੀ ਘਰਵਾਲੀ ਨੇ ਰਿਜ਼ਾਈਨ ਕਰ ਦਿੱਤਾ, ਸੈਕਟਰੀ ਆਫ ਐਜੂਕੇਸ਼ਨ ਸੀ ਪਿਛਲੇ ਦਿਨੀ, ਜਿਹੜੀ ਮਿਸਿਸ ਚੋ, ਜਿਹੜੀ ਇਲੇਨ ਚੋ ਜਿਸ ਦਾ ਨਾਮ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਹੁਣ ਸਾਰਾ ਕੁਛ ਉਹਦੇ ਪਿੱਛੇ ਪਏ ਹੋਏ ਨੇ। ਇਹ ਜਿਹੜਾ ਇੰਨਾ ਛੇਤੀ ਟਰੰਪ ਸਾਰਾ ਕੁਝ ਨਹੀਂ ਕੁਛ ਉਹਦਾ ਹੋਇਆ। ਅਤੇ ਨੈਸ਼ਨਲ ਗਾਰਡ ਨੇ ਜਿਹੜੇ ਵੱਡੀ ਗੱਲ ਜਿਹੜੀ ਇਹਦੇ ਵਿੱਚ ਹੋਈ ਹੈ ਉਹ ਇਹ ਹੋਈ ਹੈ ਕਿ ਚੀਫ ਜਿਹੜਾ ਮਿਲਟਰੀ ਦਾ ਜੁਆਇੰਟ ਚੀਫ ਆਫ ਸਟਾਫ ਹੈ, ਮਿਲਟਰੀ ਦਾ ਜੁਆਇੰਟ ਚੀਫ ਦੀ ਜਿਹੜੀ ਸਟੇਟਮੈਂਟ ਆ ਮਾਰਕ ਮਿਲੇ ਨੇ ਜਿਹੜੀ ਜਨਰਲ ਨੇ ਦਿੱਤੀ ਆ, ਉਹਨੇ ਕਿਹਾ, ਕਹਿੰਦਾ ਅਸੀਂ ਇਹ ਲੋਕਤੰਤਰ ਕਾਇਮ ਰੱਖਣਾ ਅਤੇ ਸਾਡਾ ਖੁੱਲ੍ਹਾ ਸੁਨੇਹਾ ਅਮਰੀਕਨ ਲੋਕਾਂ ਦੇ ਲਈ ਸਾਡੇ 'ਤੇ ਟਰਸਟ ਕੀਤਾ ਅਤੇ ਕੰਸਟੀਟਿਊਸ਼ਨ ਪਿਛਲੇ 2.5 ਸਾਲਾਂ ਤੋਂ ਪ੍ਰਵੇਲ ਹੋ ਰਿਹਾ ਹੈ। ਅਸੀਂ ਇਹ ਆਜ਼ਾਦੀ ਨੂੰ ਕਾਇਮ ਰੱਖਣਾ ਅਤੇ ਉਹਦੇ 'ਤੇ ਸਾਰੇ ਜਨਰਲਾਂ ਦੇ ਸਾਈਨ ਨੇ। ਮਾਰਕ ਮਿਲੀ ਦੇ ਜਿਹੜਾ ਜਨਰਲ ਹੈ US ਆਰਮੀ ਦਾ ਚੇਅਰਮੈਨ ਆਫ ਦਾ ਜੁਆਇੰਟ ਚੀਫ ਆਫ ਸਟਾਫ ਹੈ। ਉਸ ਤੋਂ ਬਾਅਦ ਜੌਨ E. ਹਾਈਟਨ ਹੈ, ਜਨਰਲ ਹੈ ਜਿਹੜਾ US 에ਅਰ ਫੋਰਸ ਦਾ ਵਾਈਸ ਚੇਅਰਮੈਨ ਹੈ, ਉਹ ਜੁਆਇੰਟ ਚੀਫ ਆਫ ਸਟਾਫ ਹੈ। ਉਹਦੇ ਬਾਅਦ ਮਾਈਕਲ M.
ਗਿਲਡੇ ਹੈ ਜਿਹੜਾ ਐਡਮਿਰਲ ਹੈ US ਨੇਵੀ ਦਾ, ਉਹ ਤੋਂ ਬਾਅਦ ਚਾਰਲਸ ਬਰਾਊਨ ਹੈ ਜੂਨੀਅਰ ਜਿਹੜਾ ਜਨਰਲ US 에ਅਰ ਫੋਰਸ ਦਾ। ਚਾਰਾਂ ਦੇ ਦਸਤਖਤ ਨੇ। ਉਹਦਾ ਲੁਕਮਾ ਚਿੱਠੀ ਦਾ ਇਹ ਸੁਨੇਹਾ ਵੀ ਟਰੰਪ ਨੂੰ ਤੇ ਉਹਦੇ ਚੇਲਿਆਂ ਬਾਲਕਿਆਂ ਨੂੰ ਵੀ ਵੇਖਿਓ ਕਿਤੇ ਰਫਲਾਂ ਰੁਫਲਾਂ ਦੀਆਂ ਕੱਢ ਕੇ ਸੜਕਾਂ ਤੇ ਆ ਜਾਵੋ। ਇਹ ਚਿੱਠੀ ਦਾ ਇਹ ਸੁਨੇਹਾ ਨੈਸ਼ਨਲ ਗਾਰਡ 1300 ਦੇ ਕਰੀਬ 13,000 ਦੇ ਕਰੀਬ ਕੈਪੀਟਲ ਦੇ ਵਿੱਚ ਭੇਜ ਦਿੱਤੇ ਨੇ। ਇਨੋਗ੍ਰੇਸ਼ਨ 20 ਨੂੰ ਹੋ ਜਾਣੀ। ਅਸਲ ਕੱਲ ਬਹੁਤ ਇੱਕ ਨੇੜਲੇ ਟੈਡ ਕਰੂਜ਼ ਦੇ ਦੋਸਤ ਆਪਣੇ ਸਰਦਾਰ ਨੇ, ਉਹਨਾਂ ਨਾਲ ਮੈਂ ਗੱਲ ਕਰਦਾ ਸੀ। ਉਹ ਕਹਿੰਦਾ ਨਹੀਂ, ਜਿੱਦਣ ਇਹ ਗੱਲ ਕਲੀਅਰ ਹੋ ਜਾਂਦੀ, ਜਿੱਦਣ ਦੂਜੀ ਧਿਰ ਜਿੱਤ ਜਾਵੇ, ਮਤਲਬ ਜਿਵੇਂ ਹੁਣ ਜਿਸ ਦਿਨ ਦਾ ਬਾਈਡਨ ਜਿੱਤਿਆ ਉਸ ਤੋਂ ਬਾਅਦ ਰਾਸ਼ਟਰਪਤੀ ਨੂੰ ਕੰਸੀਡਰ ਹੀ ਨਹੀਂ ਕਰਦੇ ਲੋਕ ਜਿਹੜਾ ਗੱਦੀ ਤੇ ਹੁੰਦਾ। ਬਸ ਸਿੰਪਲ ਕਹਿੰਦਾ ਅਮਰੀਕਨ ਲੋਕ ਆਪਣੇ ਦੇਸ਼ ਦੀ ਤਰੱਕੀ ਦੇ ਲਈ ਤੇ ਦੇਸ਼ ਦੀ ਜਿਹੜੀ ਦੇਸ਼ ਭਗਤੀ ਆ ਉਹਦੇ ਤੇ ਖੜੇ ਨੇ। ਬਸ ਉਹ ਕਿਸੇ ਪ੍ਰੈਜ਼ੀਡੈਂਟ ਨਾਲ ਨਹੀਂ ਜੁੜੇ ਹੋਏ। ਜੁੜਿਆ ਉਹ 20-50 ਹਜ਼ਾਰ ਬੰਦਾ, ਉਹਨਾਂ ਦੇ ਕਹਿੰਦਾ ਗਨਜ਼ ਜਿਹੜੀਆਂ ਦਿਖਦੀਆਂ ਨੇ ਕਾਹਨੂੰ ਮਿਲਟਰੀ ਹਿੱਲਣ ਦਿੰਦੀ ਹੈ। ਤੇ ਮਿਲਟਰੀ ਦਾ ਹੀ ਇਹ ਪਹਿਲੀ ਵਾਰ ਹੋਇਆ ਜਦ ਇਹ ਚਿੱਠੀ ਆਈ ਹੈ ਜਿਹਦੇ ਵਿੱਚ ਸਾਰੇ ਜਨਰਲਾਂ ਨੇ ਕਿਹਾ ਵੀ ਇਹ ਨਹੀਂ ਹੋਣਾ, ਇਹ ਹੋਏਗਾ ਨਹੀਂ। ਇਨੋਗ੍ਰੇਸ਼ਨ ਅਸੀਂ ਕਰਾਉਣੀ ਹੈ ਸਾਡੇ ਰਾਸ਼ਟਰਪਤੀ ਨੂੰ, ਤੇ ਨਾਂ ਲੈ ਕੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਮੈਲਾ ਹੈਰਿਸ ਤੇ ਬਾਈਡਨ ਸਾਡਾ ਰਾਸ਼ਟਰਪਤੀ। ਵਿਸਲਰ ਦੇ ਇੱਕ ਡਾਕਟਰ ਨੇ ਕਿਹਾ, ਕਹਿੰਦਾ ਪਿਛਲੇ ਸਮੇਂ ਦੇ ਵਿੱਚ ਜਿੰਨੇ ਵੀ ਇੱਥੇ ਆਏ ਨੇ ਮੇਰੇ ਕੋਲ ER ਦੇ ਵਿੱਚ ਜਿਹੜੇ ਸੱਟਾਂ ਲਵਾ ਕੇ ਕਹਿੰਦੇ ਜਾਂਦੇ ਨੇ, ਉਹਦੇ 'ਚ ਸਭ ਤੋਂ ਵੱਧ ਸਾਡੇ ਸੂਬੇ ਤੋਂ ਬਾਹਰਲੇ ਲੋਕ ਨੇ। ਇਹ ਖਿਆਲ ਰੱਖਣ ਦੀ ਲੋੜ ਹੈ। ਛੁੱਟੀਆਂ ਦੇ ਵਿੱਚ ਲੋਕ ਵਿੰਟਰ ਬ੍ਰੇਕ ਦੇ ਵਿੱਚ ਤੇ ਨਵੇਂ ਸਾਲ ਤੇ ਕ੍ਰਿਸਮਸ ਦੇ ਸਮੇਂ ਕਹਿੰਦੇ ਜਿੰਨਿਆਂ ਦੀਆਂ ਸੱਟਾਂ ਲੱਗੀਆਂ ਤੇ ਮੇਰੇ ਕੋਲ ਇਲਾਜ ਨੂੰ ਆਏ 80% ਉਹਦੇ 'ਚੋਂ ਸੂਬੇ ਤੋਂ ਬਾਹਰਲੇ ਸੀ। ਸੋ ਕੁਆਰੰਟੀਨ ਜੇ ਤੇ ਉਹ ਕਿੱਥੇ ਰਹਿ ਜਾਂਦਾ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਧੰਨਵਾਦ ਤੁਸੀਂ ਸਾਰਿਆਂ ਦਾ ਜਿਨ੍ਹਾਂ ਨੇ ਹਿੱਸਾ ਪਾਇਆ ਜੀ। ਤੇ ਕੱਲ੍ਹ ਨੂੰ 9 ਵਜੇ ਫੇਰ ਮੁੜਦਾ। ਰੱਬ ਰੱਖਾ।